हेलो एवरीवन। आज आप स्टार्ट करते डिस्ट्रीब्यूशन चैनल। मैं इस वीडियो ਦੇ ਵਿੱਚ ਕੋਸ਼ਿਸ਼ ਕਰੂੰਗੀ ਕਿ ਤੁਹਾਡਾ ਡਿਸਟ੍ਰੀਬਿਊਸ਼ਨ ਚੈਨਲ ਚੈਪਟਰ ਕੀ ਹੈ ਜੋ ਕੰਪਲੀਟ ਹੋ ਜਾਏ। ਠੀਕ ਹੈ, ਮੈਂ ਇੱਕ ਲਾਈਨ ਟੂ ਲਾਈਨ ਨਹੀਂ ਰੀਡ ਕਰੂੰਗੀ ਕਿ ਇਸ ਨੂੰ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਕਨਵੇ ਕਰੂੰਗੀ ਇਸ ਦਾ ਮੈਸੇਜ ਕੀ ਹੈ। ਕਿ ਹੁਣ ਡਿਸਟ੍ਰੀਬਿਊਸ਼ਨ ਚੈਨਲਸ ਤੋਂ ਤੁਹਾਨੂੰ ਖੁਦ ਤੋਂ ਇੱਕ ਮਤਲਬ ਕਲੀਅਰ ਹੋਣਾ ਚਾਹੀਦਾ ਕਿ ਆਪਣੇ ਹੁੰਦੇ ਕੀ ਚੀਜ਼ ਹੈ। ਮਤਲਬ ਹੁਣ ਇੱਕ ਮੈਨੂਫੈਕਚਰਰ ਨੇ ਗੁੱਡ ਕੀ ਪ੍ਰੋਡਿਊਸ ਕਰਦਿਆ, ਠੀਕ ਹੈ, ਉਹਨੂੰ ਗੁੱਡ ਨੂੰ ਪ੍ਰੋਡਿਊਸ ਕਰਨਾ ਆਪਾਂ ਕੀ ਕਰ ਲਿਆ, ਗੁੱਡ ਨੂੰ ਪ੍ਰੋਡਿਊਸ ਕਰ ਲਿਆ, ਆਪਾਂ ਗੁੱਡ ਦੀ ਪ੍ਰਾਈਸਿੰਗ ਕਰ ਲਈ ਤਾਂ ਉਸ ਤੋਂ ਬਾਅਦ ਕੀ ਹੁੰਦਾ ਫਿਰ ਆਪਾਂ ਪ੍ਰਾਈਸਿੰਗ ਕਰਕੇ ਫਿਰ ਆਪਾਂ ਸੋਚਦੇ ਹਾਂ, ਠੀਕ ਹੈ, ਫਿਰ ਕੀ ਹੁੰਦਾ ਕਿ ਆਪਾਂ ਫਿਰ ਡਿਸਾਈਡ ਕਰਨਾ ਹੁੰਦਾ ਕਿ ਹੁਣ ਆਪਾਂ ਕਿਸ ਥਰੂ ਆਪਾਂ ਇਸ ਚੈਨਲ ਨੂੰ ਡਿਸਟ੍ਰੀਬਿਊਟ ਕਰਾਂਗੇ ਕਿ ਅਲਟੀਮੇਟ ਕੰਜ਼ਿਊਮਰਸ ਕੋਲ ਆਪਣਾ ਕੀ ਹੋ ਸਕੇ, ਗੁੱਡ ਕੀ ਹੋ ਸਕੇ, ਪਹੁੰਚ ਚੁੱਕੇ। ਠੀਕ ਹੈ, ਤਾਂ ਬ੍ਰਿਜ ਆਫ ਇੰਟਰਮੀਡੀਏਰੀਜ਼ ਇਹਦੇ ਵਿੱਚ ਬਣ ਜਾਂਦੇ ਆ। ਬ੍ਰਿਜ ਆਫ ਇੰਟਰਮੀਡੀਏਰੀਜ਼ ਜਿਹੜੇ ਇਸ ਚੀਜ਼ ਨੂੰ ਪੋਸੀਬਲ ਕਰਦੇ ਆ, ਇਹ ਮੂਵਮੈਂਟ ਨੂੰ ਪੋਸੀਬਲ ਕਰਦੇ ਆ ਕਿ ਆਪਣੇ ਜਿਹੜੇ ਗੁੱਡਸ ਤੇ ਸਰਵਿਸਿਜ਼ ਨੇ ਉਹ ਪ੍ਰੋਡਿਊਸਰ ਤੋਂ ਅਲਟੀਮੇਟ ਯੂਜ਼ਰਸ ਕੋਲ ਕੀ ਨੇ ਡਿਲੀਵਰ ਹੋ ਸਕਣ। Creating a customer is a major task of marketing, but delivering the goods to the customer so created is that most critical task. ਹੁਣ ਇਹ ਆਪਾਂ ਦੇਖੋ ਕ੍ਰਿਟੀਕਲ ਟਾਸਕ ਹੈ ਮਾਰਕੀਟਿੰਗ ਕਰਨਾ, ਕਿ ਲੱਭਣਾ ਕਿ ਆਪਣੇ ਕੰਜ਼ਿਊਮਰਸ ਕਿੱਥੇ ਨੇ, ਕ੍ਰੀਏਟ ਕਰਨੇ ਕੰਜ਼ਿਊਮਰਸ, ਬਟ ਕੰਜ਼ਿਊਮਰਸ ਨੂੰ ਇੱਕ ਗੁੱਡ ਡਿਲੀਵਰ ਕਰਨਾ ਇਹ ਉਸ ਤੋਂ ਵੀ ਔਖਾ ਟਾਸਕ ਹੈ, ਕ੍ਰਿਟੀਕਲ ਟਾਸਕ ਹੈ। ਠੀਕ ਹੈ, ਜਦ ਕੰਜ਼ਿਊਮਰਸ ਨੂੰ ਗੁੱਡਸ ਚਾਹੀਦਾ ਹੈ, ਜਿਸ ਟਾਈਮ ਚਾਹੀਦਾ ਹੈ, ਕਿਸ ਸਿਚੁਏਸ਼ਨ ਦੇ ਵਿੱਚ ਚਾਹੀਦਾ, ਅਗਰ ਉਹਨਾਂ ਕੋਲ ਗੁੱਡਸ ਨਹੀਂ ਪਹੁੰਚਦਾ ਤਾਂ ਸਾਰੀ ਉਹਨਾਂ ਦੀ ਜਿੰਨੀ ਵੀ ਤੁਸੀਂ ਮਾਰਕੀਟਿੰਗ ਕੀਤੀ ਹੈ, ਜਿੰਨਾ ਵੀ ਸਭ ਕੁਝ ਕੰਮ ਕੀਤਾ, ਸਭ ਤੁਹਾਡਾ ਕੀ ਜਾਏਗਾ, ਫੇਲ ਜਾਏਗਾ, ਵੇਨ 'ਚ ਜਾਏਗਾ। ਠੀਕ ਹੈ, ਹੁਣ ਇਹਦੇ ਵਿੱਚ ਤੁਹਾਨੂੰ ਇਹ ਸਿਰਫ ਇੱਕ ਇਹ ਹੈ ਮੀਨਿੰਗ ਕੀ ਹੈ। इंट्रोडक्शन 2-3 लाइनां लिख के आया करो। इंट्रोडक्शन लिखो फिर। अ चैनल ऑफ डिस्ट्रीब्यूशन इज़ एन ऑर्गेनाइज्ड नैटवर्क। डिस्ट्रीब्यूशन एक ऑर्गेनाइज्ड नैटवर्क होंदा है, एक एजेंसी होंदी है, इंस्टीट्यूशन होंदा है, कॉम्बीनेशन होंदा है कि जो सारी एक्टिविटीज़ परफॉर्म करती हैं। लिंक किहदे विच होंदा, प्रोड्यूसर्स यूजर्स ते यूजर्स विद प्रोड्यूसर्स। ठीक है, इधर देखो, अ चैनल ऑफ डिस्ट्रीब्यूशन इज द स्ट्रक्चर ऑफ इंट्रा कंपनी ऑर्गेनाइजेशन यूनिट्स एंड एक्सट्रा कंपनी एजेंट्स। इंट्रा मतलब ਅੰਦਰਲੀ ਕੰਪਨੀ ਦੀ, ਅਤੇ ਐਕਸਟਰਾ ਮਤਲਬ ਜੋ ਵੀ ਆਪਣੇ ਏਜੰਟਸ ਹੁੰਦੇ ਨੇ, ਡੀਲਰਸ, ਹੋਲਸੇਲਰਸ, ਰਿਟੇਲਰਸ, ਜਿਹਦੇ ਨਾਲ ਆਪਾਂ ਕਮੋਡਿਟੀ ਐਕਸਚੇਂਜ ਕਰਦੇ ਹਾਂ ਅਤੇ ਪ੍ਰੋਡਕਟ ਅਤੇ ਸਰਵਿਸਿਜ਼ ਆਪਾਂ ਇਹਨਾਂ ਦੇ ਥਰੂ ਕੀ ਕਰਦੇ ਹਾਂ, ਮਾਰਕੀਟਡ ਕਰਦੇ ਹਾਂ। ਠੀਕ ਹੈ, ਇਹ ਹੋ ਗਈ ਆਪਣੀ ਇਸਦੀ ਡੈਫੀਨੇਸ਼ਨ। ਫਿਰ ਕਿ ਦ ਪ੍ਰਿੰਸੀਪਲ ਐਂਡ ਦ ਰੋਲ ਆਫ ਮਾਰਕੀਟਿੰਗ ਚੈਨਲ। ਫਸਟ ਕੀ ਹੈ, ਦ ਪ੍ਰਿੰਸੀਪਲ ਆਫ ਮਿਨੀਮਮ ਟੋਟਲ ਟ੍ਰਾਂਜੈਕਸ਼ਨਸ। ਇਹਨਾਂ ਨੇ ਨਾ ਥਰੂ ਐਗਜ਼ਾਮਪਲਸ ਦੇ ਥਰੂ ਸਮਝਾਇਆ ਹੋਇਆ। ਇਹਦੇ ਵਿੱਚ ਕੀ ਹੈ ਕਿ ਜਿੰਨੀ ਆਪਾਂ ਘੱਟ ਤੋਂ ਘੱਟ ਟ੍ਰਾਂਜੈਕਸ਼ਨਸ ਰੱਖਦੇ ਹਾਂ ਉਨਾ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ। In the process of exchange, the need for fourth channel and the intermediaries arises because they improve the efficiency of exchange process। ਮਤਲਬ ਕਿ ਆਪਾਂ ਨੂੰ ਇੰਟਰਮੀਡੀਏਰੀਜ਼ ਦੀ ਕਿਉਂ ਰਿਕੁਆਇਰਮੈਂਟ ਹੁੰਦੀ ਹੈ, ਕਿਉਂਕਿ ਇਹ ਆਪਣਾ ਜੋ ਐਕਸਚੇਂਜ ਪ੍ਰੋਸੈਸ ਹੈ, ਲੈਣ ਦੇਣ ਦਾ ਪ੍ਰੋਸੈਸ ਹੈ, ਇੱਕ ਪ੍ਰੋਡਿਊਸਰ ਤੋਂ ਅਲਟੀਮੇਟ ਯੂਜ਼ਰ ਕੋਲ ਜਾਣ ਦਾ ਪ੍ਰੋਸੈਸ ਹੈ, ਇਹ ਉਸ ਨੂੰ ਕੀ ਕਰਦੇ, ਪ੍ਰਸਾਈਜ਼ ਕਰ ਲੈਂਦੇ, ਮਤਲਬ ਛੋਟਾ ਕਰ ਦਿੰਦੇ, ਇੰਪਰੂਵ ਕਰ ਦਿੰਦੀਆਂ ਨੇ, ਉਹਦੀ ਐਫੀਸ਼ੀਐਂਸੀ ਇੰਪਰੂਵ ਕਰ ਦਿੰਦੀਆਂ ਨੇ ਪ੍ਰੀਸਾਈਜ਼ਲੀ। ਇੱਕ ਤਾਂ ਘੱਟ ਕੋਸਟ ਵਾਲਾ ਪੈਂਦਾ ਇਹ, ਕੰਪਲੀਕੇਟਡ ਟੂ ਡੀਲ ਇਨਡਾਇਰੈਕਟਲੀ ਦੈਨ ਇੰਡਾਇਰੈਕਟਲੀ ਵਿਦ ਦ ਫਾਈਨਲ ਯੂਜ਼ਰਸ। ਹੁਣ ਕੰਪਲੀਕੇਸ਼ਨਸ ਆਪਾਂ ਕੀ ਹੈ, ਇੱਕ ਸਿਰਫ ਗੁੱਡਸ ਨੂੰ ਕੀ ਕਰ ਰਹੇ, ਪ੍ਰੋਡਿਊਸ ਕਰ ਰਹੇ ਹਾਂ। ਵੀ ਡੋਂਟ ਨੋ ਅਬਾਊਟ ਦ ਕਸਟਮਰਸ, ਵੇਅਰ ਆਰ ਦ ਕਸਟਮਰਸ, ਮਤਲਬ ਕਿੱਥੇ ਨੇ ਆਪਣੇ ਕਸਟਮਰਸ। ਠੀਕ ਹੈ, ਕਿ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਹੜੀ ਕਿਹੜੀ ਜਗ੍ਹਾ 'ਤੇ ਰਹਿੰਦੇ ਨੇ, ਕੀ ਕਸਟਮਰਸ ਦੀ ਵਾਂਟਸ ਹੈ। ਇਹ ਕੌਣ ਸੈਟਿਸਫਾਈ ਕਰ ਸਕਦੇ, ਇੰਟਰਮੀਡੀਏਰੀਜ਼, ਕਿਉਂਕਿ ਉਹਨਾਂ ਨੂੰ ਆਪਣੇ ਤੋਂ ਜ਼ਿਆਦਾ ਬੈਟਰ ਪਤਾ ਹੋਏਗਾ। ਠੀਕ ਹੈ, ਹੁਣ ਇਹਦੇ ਵਿੱਚ ਇਹਨਾਂ ਨੇ ਦੇਖੋ 3 ਐਗਜ਼ਾਮਪਲਸ ਦਿੱਤੀਆਂ ਤੁਹਾਨੂੰ, ਇੱਕ ਸਿਚੁਏਸ਼ਨ 1 ਦਿੱਤੀ, ਇੱਕ ਸਿਚੁਏਸ਼ਨ 2, ਇੱਕ ਸਿਚੁਏਸ਼ਨ 3। ਸਿਚੁਏਸ਼ਨ 1 ਦੇ ਵਿੱਚ ਇਹਨਾਂ ਨੇ ਕੀ ਦਿੱਤਾ ਕਿ 2 ਮੈਨੂਫੈਕਚਰਰਸ ਹੈ ਆਪਣੇ ਕੋਲ। ਇਹਨਾਂ ਕੋਲ ਕਿੰਨੇ ਚੈਨਲਸ ਹਨ, 1 2 3 4। ਠੀਕ ਹੈ, 1 2 3 4, 1 2 3 4 ਟੋਟਲ ਦੇਖੋ ਇਹਨਾਂ ਕੋਲ ਕਿੰਨੇ ਚੈਨਲਸ ਹੈ। ਦ ਸਿਚੁਏਸ਼ਨ ਆਫ ਮਿਨੀਮਮ ਕੰਟੈਕਟ ਰਿਜ਼ਲਟ ਇਨ ਇਕੋਨਮੀਜ਼ ਇਨ ਦ ਰੀਅਲਮ ਆਫ ਡਿਸਟਰੀਬਿਊਸ਼ਨ। ਲੈਟ ਅਸ ਟੇਕ ਅ ਕੇਸ। ਮੈਨੂਫੈਕਚਰਰ ਸੈਂਡ ਦ ਗੁੱਡਸ ਬਾਈ ਸਪੈਂਡਿੰਗ 2 ਯੂਨਿਟਸ ਈਚ। ਰਿਟੇਲਰਸ ਨੂੰ ਮੈਨੂਫੈਕਚਰਰ 2 ਰੁਪਏ ਦਾ ਗੁੱਡਸ ਈਚ ਵੇਚ ਰਿਹਾ ਹੈ, ਤਾਂ ਟੋਟਲ ਕਿੰਨੇ ਕੰਟੈਕਟਸ ਹੈ, 10। 1 2 3 4 5, ਇਹਦੇ ਵੀ 1 2 3 4 5 5 10 ਕੰਟੈਕਟਸ ਹੋ ਗਏ, ਤਾਂ ਉਹਨੂੰ ਕਿੰਨੀ ਕਾਸਟ ਪਈ, 20 ਰੁਪਏ ਕਾਸਟ ਪਈ। ਠੀਕ ਹੈ, ਨੈਕਸਟ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਚੀਜ਼ ਕਰ ਰਹੇ ਹਾਂ ਕਿ 2 ਮੈਨੂਫੈਕਚਰਰਸ ਨੇ, ਪਹਿਲਾਂ ਉਹ ਹੋਲਸੇਲਰ ਨੂੰ ਵੇਚ ਰਿਹਾ, ਫਿਰ ਹੋਲਸੇਲਰ ਆਪਣਾ ਮਾਰਜਨ ਰੱਖ ਕੇ ਰਿਟੇਲਰਸ ਨੂੰ ਕਿਸ ਰੇਟ ਦੇ ਵਿੱਚ ਵੇਚ ਰਿਹਾ। ਪਹਿਲਾਂ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਨੇ ਕੀ ਕੀਤਾ, 4 ਰੁਪਏ ਦਾ ਇਹਨੂੰ ਵੇਚਿਆ, 4 ਰੁਪਏ ਦਾ। ਠੀਕ ਹੈ, ਕਿੰਨੇ ਰੁਪਏ ਹੋ ਗਏ ਟੋਟਲ, 8 ਰੁਪਏ। ਫਿਰ ਇਹਨਾਂ ਨੇ ਕੀ ਕੀਤਾ, ਜਿਹੜਾ ਰਿਟੇਲਰਸ ਆ ਉਹ ਈਚ ਰਿਟੇਲਰ ਨੂੰ 1.50 ਸਪੈਂਡ ਕਰ ਰਿਹਾ ਮਨੀ। 1.50, 1 2 3 4 5, 5 into 1.50 ਇਟਸ 7.50। ਤਾਂ ਟੋਟਲ ਕੋਸਟ ਕਿੰਨੀ ਪਈ, ਰਿਜ਼ਲਟ 15.50, ਅਤੇ ਆਪਾਂ ਨੇ ਸੇਵ ਕਿੰਨਾ ਕਰ ਲਿਆ, 4.50।
ਕਿ ਜਿੰਨੇ ਆਪਾਂ ਵਿੱਚ ਇੰਟਰਮੀਡੀਏਟਰੀਜ਼ ਜਿਵੇਂ ਹੋਲਸੇਲਰ ਤੇ ਰਿਟੇਲਰਸ ਨੂੰ ਆਪਾਂ ਸੈਲ ਆਊਟ ਕਰਦੇ ਹਾਂ ਤਾਂ ਆਪਾਂ ਨੂੰ ਥੋੜਾ ਜਿਹਾ ਪ੍ਰੋਫਿਟ ਜ਼ਿਆਦਾ ਹੁੰਦਾ। ਅਗਰ ਡਾਇਰੈਕਟ ਆਪਾਂ ਕਰਦੇ ਹਾਂ ਤਾਂ ਆਪਣੀ ਕਾਸਟ ਕੀ ਹੈ, ਅਪ ਆਉਂਦੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਵੀ ਦੇਖੋ ਸਿਚੁਏਸ਼ਨ ਥਰਡ ਹੈ ਇਹ, ਪਹਿਲਾਂ ਮੈਨੂਫੈਕਚਰਰਸ ਫਿਰ ਰਿਟੇਲਰਸ। ਠੀਕ ਹੈ, ਦ ਐਕਸਰਸਾਈਜ਼ ਇਜ਼ ਵਰਕਡ ਆਊਟ ਔਨ ਦ assumption ਨੇਮਲੀ ਆਪਾਂ ਦ ਕਾਸਟ ਆਫ ਐਨੀ 2 ਲਾਈਨਸ ਆਫ ਕੰਟੈਕਟਸ ਆਫ ਟ੍ਰਾਂਜੈਕਸ਼ਨਸ ਇਜ਼ ਦ ਸੇਮ, ਕਿ 2 ਲਾਈਨਸ ਦੀ ਟ੍ਰਾਂਜੈਕਸ਼ਨਸ ਆਪਣੀਆਂ ਸੇਮ ਹੋਣੀਆਂ ਚਾਹੀਦੀਆਂ। ਇਹ ਆਪਾਂ ਅਸਿਊਮ ਕਰ ਰਹੇ ਹਾਂ। ठीक है, whenever more than one wholesaler is employed by a manufacturer, each retailer avails the services of each of these wholesalers। ਹੁਣ ਦੇਖੋ ਆਪਾਂ ਨੇ 2 ਹੋਲਸੇਲਰ ਕਰ ਲਏ ਤਾਂ ਹਰ ਰਿਟੇਲਰ ਨੂੰ ਈਚ ਹੋਲਸੇਲਰ ਦੀ ਸਰਵਿਸਿਜ਼ ਮਿਲਣਗੀਆਂ। ਇਸ ਹੋਲਸੇਲਰ ਦੀ ਸਰਵਿਸਿਜ਼ ਆ ਰਿਟੇਲਰਸ ਨੂੰ ਇਹਨੂੰ ਵੀ ਮਿਲਣਗੀਆਂ, ਇਸ ਹੋਲਸੇਲਰ ਦੀ ਸਰਵਿਸਿਜ਼ ਆ ਰਿਟੇਲਰਸ ਨੂੰ ਮਿਲਣਗੀਆਂ ਹੀ ਮਿਲਣਗੀਆਂ। ਠੀਕ ਹੈ, ਇਹ ਆਪਾਂ ਅਸਿਊਮ ਕਰ ਰਹੇ ਹਾਂ। There is no difference between the direct and indirect communication cost and quality of service rendered by intermediaries in terms of effectiveness and efficiency। ਵੀ ਇਹਨਾਂ ਦੀ cost ਇਹਦੇ effectiveness ਦੇ ਵਿੱਚ ਕੋਈ difference ਨਹੀਂ ਆਉਂਦਾ ਜਿੰਨੇ ਵੀ ਆਪਾਂ intermediaries ਇਹਦੇ ਵਿੱਚ ਆਪਾਂ appoint ਕਰ ਰਹੇ ਹਾਂ। The principle of smoothing gaps in assortment and sorting। assortment and sorting ਦਾ ਮਤਲਬ ਕੀ ਹੁੰਦਾ? assortment and sorting ਦਾ ਮਤਲਬ ਕੀ ਹੁੰਦਾ? assortment ਮਤਲਬ mixture of different things। ਠੀਕ ਹੈ, ਇਹਦੇ ਵਿੱਚ ਗੈਪਸ ਕੀ ਹੈ ਆਪਾਂ ਸਮੂਥ ਕਰਦੇ ਹਾਂ ਕਿ ਅਸੋਰਟਮੈਂਟ ਮਤਲਬ ਡਿਫਰੈਂਟ ਆਫ ਮਿਕਸਚਰ ਥਿੰਗਸ, ਸ਼ਾਰਟਿੰਗ ਮਤਲਬ ਉਸਨੂੰ ਆਪਾਂ ਅਰੇਂਜ ਕਰਨਾ ਸਿਸਟਮੈਟਿਕਲੀ। The intermediaries are known for smooth flow of product and services between the makers and the users by creating time, place and ownership utilities। ਹੁਣ ਕਿੰਨੀ ਹੀ ਚੀਜ਼ਾਂ ਆਪਣੇ ਕੋਲ ਰਿਟੇਲਰਸ ਕੋਲ ਦੇਖੋ, ਅਗਰ ਆਪਾਂ ਇੱਕ ਕਰਿਆਨੇ ਦੀ ਮਤਲਬ ਉਹ ਵਾਲੀ ਸ਼ਾਪ ਲਗਾਈਏ, ਠੀਕ ਹੈ, ਇੱਕ ਆਪਾਂ ਅਗਰ ਕਰਿਆਨੇ ਦੀ ਸ਼ਾਪ ਲਗਾਉਂਦੇ ਹਾਂ ਕਿੰਨਾ ਹੀ ਸਮਾਨ ਹੁੰਦਾ ਉਹਦੇ ਵਿੱਚ, ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ। ਕੀ ਹੋ ਗਿਆ? ਅਸੋਰਟਮੈਂਟ ਕੀਤੀ ਹੋਈ ਹੈ ਉਸਨੇ। ਫਿਰ ਅਸੋਰਟਮੈਂਟ ਡਿਫਰੈਂਟ ਚੀਜ਼ਾਂ ਤੋਂ ਉਸਨੇ ਅਸੋਰਟਮੈਂਟ ਕਰਕੇ ਮਿਕਸ ਕਰ ਲਿਆ, ਫਿਰ ਆਪਾਂ ਸੋਰਟਿੰਗ ਕਰਦਾ ਉਹ ਪ੍ਰੋਪਰ, ਉਸਨੂੰ ਯੂਟੀਲਾਈਜ਼ ਕਰਦਾ, ਉਸਨੂੰ ਚੀਜ਼ ਨੂੰ ਯੂਟੀਲਾਈਜ਼ ਕਰਦਾ। ਫਿਰ ਕੀ ਹੈ? ਕੰਜ਼ਿਊਮਰ ਦੀ these utilities increases the value of consumers assortment, ਕਿ ਕੰਜ਼ਿਊਮਰਸ ਦੀ ਡਿਫਰੈਂਟ ਜਿਹੜੀਆਂ ਅਸੋਰਟਮੈਂਟਸ ਹੁੰਦੀਆਂ ਨੇ ਉਸਨੂੰ ਕੀ ਕਰਦਾ? ਇਨਕਰੀਜ਼ ਕਰਦਾ। ਫਿਰ ਜਿਹੜਾ ਇੰਟਰਮੀਡੀਏਰੀ ਹੁੰਦਾ ਉਹ ਆਪਾਂ ਨੂੰ ਗੁੱਡਸ ਐਂਡ ਸਰਵਿਸਿਜ਼ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਪ੍ਰੋਵਾਈਡ ਕਰਦਾ। In the light of consumer assortment, thus bridging the gap between assortment of goods offered one demanded by the consumers। ਜਿੰਨੀ ਵੀ ਕੰਜ਼ਿਊਮਰ ਗੁੱਡ ਡਿਮਾਂਡ ਕਰਦਾ ਉਸਨੂੰ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਸੌਰਟ ਆਊਟ ਕਰਕੇ ਇੱਕ ਪ੍ਰੋਡਕਟ ਉਸਨੂੰ ਡਿਲੀਵਰ ਕਰ ਦਿੰਦਾ। The principle of routine। The cost of any transaction can be minimized considerably if attempts are made to regularize or routinize them in terms of, say, a product or a service valuation mode of a time of a payment। ਮਤਲਬ ਇਹ ਰੂਟੀਨ ਵਰਕ ਹੈ ਕਿ ਅਗਰ ਆਪਾਂ ਰੂਟੀਨ ਦੇ ਵਿੱਚ ਕੰਮ ਨੂੰ ਕਰਦੇ ਰਹਾਂਗੇ, ਪ੍ਰੋਡਕਟ ਨੂੰ ਇਵੈਲੂਏਟ ਕਰਦੇ ਰਹਾਂਗੇ, ਠੀਕ ਹੈ, ਆਪਣਾ ਟਾਈਮਸ ਆਫ ਪੇਮੈਂਟ ਮਤਲਬ ਅਕੋਰਡਿੰਗ ਟੂ ਟਾਈਮ ਆਪਾਂ ਪ੍ਰੋਡਕਟ ਨੂੰ ਡਿਵੈਲਪ ਕਰਦੇ ਰਹਾਂਗੇ ਤਾਂ ਕੀ ਹੁੰਦੀ? ਐਫੀਸ਼ੀਐਂਸੀ ਆਟੋਮੈਟਿਕਲੀ ਇੱਕ ਇਨਕਰੀਜ਼ ਹੁੰਦੀ ਹੈ। ਜਦੋਂ ਆਪਣੇ ਕੋਲ ਰਿਟਰਨਾਈਜੇਸ਼ਨ ਨਹੀਂ ਆਉਂਦੀ ਤਾਂ ਠੀਕ ਹੈ, ਇਹਦੇ ਵਿੱਚ ਕੀ ਹੁੰਦੀ ਹੈ? ਰਿਡਕਸ਼ਨ ਹੁੰਦੀ ਹੈ ਐਫੀਸ਼ੀਐਂਸੀ ਦੇ ਵਿੱਚ ਅਤੇ ਲੋਸ ਹੋ ਜਾਂਦੇ ਆਪਣੇ ਅਮਾਰਜੀਸ। ਠੀਕ ਹੈ, ਇੱਕ ਰੂਟੀਨਿਜ਼ਮ ਦੇ ਹੋਰ ਵੀ ਐਡਵਾਂਟੇਜਸ ਹੈ। ਇੱਕ ਤਾਂ ਕੀ ਕਰਦੀ ਹੈ? ਸਟੈਂਡਰਡਾਈਜੇਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰਮੋਟ ਕਰਦੀ ਹੈ ਕਿ ਆਪਾਂ ਗੁੱਡਸ ਅਤੇ ਸਰਵਿਸਿਜ਼ ਨੂੰ ਕੀ ਕਰ ਸਕਦੇ ਹਾਂ? ਵੈਲੂਏਟ ਕਰ ਸਕਦੇ ਹਾਂ ਅਤੇ ਕੰਪੈਰੀਜ਼ਨ ਕਰ ਸਕਦੇ ਹਾਂ। ਠੀਕ ਹੈ, ਇੱਕ ਉਹ ਏਰੀਆ ਦੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦੀ ਹੈ ਜਿਹੜੀਆਂ ਵੈਲਿਊਜ਼ ਕੀ ਹੁੰਦੀਆਂ ਨੇ? ਹਾਈ ਹੁੰਦੀਆਂ ਨੇ, ਜਿਨ੍ਹਾਂ ਦਾ ਪ੍ਰਾਈਸ ਹਾਈ ਹੁੰਦਾ, ਜਿਨ੍ਹਾਂ ਦੀ ਡਿਮਾਂਡ ਹਾਈ ਹੁੰਦੀ ਹੈ। ਇਟ ਇਨਕਰੇਜ ਸੈਗਮੈਂਟਡ ਫਲੋ ਆਫ ਪ੍ਰੋਡਕਟ ਐਂਡ ਸਰਵਿਸਿਜ਼। ਸੈਗਮੈਂਟੇਸ਼ਨ ਆਪਾਂ ਨੇ ਪੜ੍ਹੇ ਹੈ ਕਿ ਸੈਗਮੈਂਟਡ ਫਲੋ ਆਫ ਪ੍ਰੋਡਕਟ ਐਂਡ ਸਰਵਿਸਿਜ਼ ਆਪਾਂ ਸੈਗਮੈਂਟੇਸ਼ਨ ਦੇ ਥਰੂ ਵੀ ਆਪਾਂ ਪ੍ਰੋਡਕਟਸ ਨੂੰ ਕੀ ਕਰ ਸਕਦੇ ਹਾਂ? ਰੀਸੇਲ ਸੇਲ ਆਊਟ ਕਰ ਸਕਦੇ ਹਾਂ। ਦ ਪ੍ਰਿੰਸੀਪਲ ਆਫ ਸਰਚਿੰਗ। ਹੁਣ ਕੀ ਹੈ? ਹੁਣ ਇੱਕ ਜਿਹੜਾ ਹੁੰਦਾ ਮੈਨੂਫੈਕਚਰਰ ਹੁੰਦਾ ਉਸਨੂੰ ਸਰਚ ਨਹੀਂ ਕਰਨਾ ਪੈਂਦਾ ਕਿ ਉਸਨੇ ਕਿਹੜੇ ਬਾਇਰਸ ਹੈ, ਕਿੱਥੇ ਕਿੱਥੇ ਬਾਇਰਸ ਹੈ, ਉਹਨਾਂ ਨੇ ਕਿਹੜੀ ਪਲੇਸ 'ਤੇ ਸੈਂਡ ਕਰਨਾ, ਕਿਸ ਪ੍ਰਾਈਸ 'ਤੇ, ਵੇਅਰ, ਵੈਨ। ਠੀਕ ਹੈ, ਦ ਮਾਰਕੀਟਿੰਗ ਸਿਸਟਮ ਰਿਪਰੈਜ਼ੈਂਟ ਐਕਸਚੇਂਜ ਪ੍ਰੋਸੈਸਿਸ ਵੇਅਰ ਦ ਬਾਇਰਸ ਐਂਡ ਸੈਲਰਸ ਆਰ ਰਿਸਰਚਿੰਗ ਫਰੋਮ them the matching of sellers and buyers। they both want ਕਿ their needs should be satisfied। ਠੀਕ ਹੈ, ਸੈਲਰ ਵਾਂਟ ਕਿ ਉਹਦੀ ਨੀਡ ਸੈਟਿਸਫਾਈ ਹੋ ਜਾਣ, ਬਾਇਰਸ ਵੀ ਚਾਹੁੰਦਾ ਉਹਦੀ ਨੀਡ ਸੈਟਿਸਫਾਈ ਹੋ ਜਾਣ। ਸਰਚ ਕਾਮਨ ਮੈਥਡ ਹੈ ਦੋਨਾਂ ਪਾਰਟੀਜ਼ ਦੇ ਵਿੱਚ। ਠੀਕ ਹੈ, ਦਸ ਬਾਇਰ ਵਾਂਟਸ ਟੂ ਸਰਚ ਐਜ਼ ਟੂ ਵਟ ਇਜ਼ ਦੇਅਰ ਫੋਰ ਸੇਲ, ਕੀ ਹੈ ਸੇਲ ਲਈ, ਕੌਣ ਸੇਲ ਕਰ ਰਿਹਾ, ਕਿੱਥੇ ਸੇਲ ਕਰ ਰਿਹਾ, ਕਦੋਂ ਸੇਲ ਕਰ ਰਿਹਾ, ਕਿਸ ਪ੍ਰਾਈਸ ਦੇ ਵਿੱਚ, ਕਿਸ ਕੰਡੀਸ਼ਨਸ ਦੇ ਵਿੱਚ। ਔਨ ਦਾ ਅਦਰ ਐਂਡ ਸੈਲਰ ਕੀ ਸਰਚ ਕਰ ਰਿਹਾ ਕਿ ਕਿਹੜੇ ਬਾਇਰਸ ਨੂੰ ਚਾਹੀਦਾ, ਹੂ ਆਰ ਦਾ ਬਾਇਰਸ, ਵੇਅਰ ਆਰ ਦਾ ਬਾਇਰਸ, ਕਦ ਉਹਨਾਂ ਨੂੰ ਚਾਹੀਦਾ, ਵਟ ਟਾਈਮ ਆਈ ਹੈਵ ਟੂ ਡਿਲੀਵਰ ਦ ਗੁੱਡਸ ਐਟ ਵਟ ਪ੍ਰਾਈਸ ਐਂਡ ਐਟ ਵਟ ਅੰਡਰ ਸਰਕਮਸਟਾਂਸਿਸ। ਠੀਕ ਹੈ, ਡਿਸਟਰੀਬਿਊਸ਼ਨ ਚੈਨਲਸ ਇਹ ਇਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਆ ਕਿ ਮਿਊਚੁਅਲ ਸਰਚ ਇਗਨੋਰ ਹੋ ਜਾਂਦੀ ਹੈ, ਇੱਕ ਮਿਊਚੁਅਲ ਬੈਨੀਫਿਟ ਪ੍ਰੋਵਾਈਡ ਕਰਦੇ ਆ ਦੋਨੋਂ ਪਾਰਟੀਜ਼ ਨੂੰ। ਸੈਲਰ ਨੂੰ ਕੀ ਹੁੰਦਾ ਕਿ ਉਹ ਉਹਨਾਂ ਨੂੰ ਸੈਲ ਕਰਦੇ ਕਿ ਜਿਹੜੇ ਅਲਟੀਮੇਟ ਬਾਇਰਸ ਨੂੰ ਈਜ਼ੀਲੀ, ਇੱਕ ਆਪਾਂ ਨੂੰ ਹੁਣ ਫੈਕਟਰੀ ਦੇ ਵਿੱਚ ਨਹੀਂ ਜਾਣਾ ਪੈਂਦਾ, ਇੱਕ ਕੋਈ
ਸਮਾਨ ਲੈਣ ਲਈ, ਸਪੋਜ਼ ਡਿਟੋਲ ਦਾ ਹੈਂਡ ਵਾਸ਼ ਲੈਣ ਲਈ we doesn't have to go like to the factory, we doesn't have to visit the factory, we just go to the retailer and we get our things. The principle of amazed reserves, इसका मतलब क्या होता है? इन द प्रोसेस ऑफ डिस्ट्रीब्यूशन टू मूव द गुड्स फ्रॉम प्रोड्यूसर टू कंज्यूमर द स्टॉक्स आर टू बी हेल्ड एट ऑल द पॉइंट्स एंड ऑफ द पाइपलाइन। जब प्रोड्यूसर ਨੂੰ ਕੰਜ਼ਿਊਮਰਸ ਨੂੰ ਗੁੱਡ ਸੈਲ ਕਰਨਾ ਹੈ ਤਾਂ ਪ੍ਰੋਡਿਊਸਰਸ ਕੋਲ ਸਟਾਕ ਕੀ ਹੋਏਗਾ? ਹਰ ਟਾਈਮ ਪ੍ਰੋਡਿਊਸਰ ਕੋਲ ਰੱਖਣਾ ਇੰਪੋਰਟੈਂਟ ਹੈ। This is what this principle says. However, it appears strange but true that the total goods held in storage at a time would be much larger in absence of these intermediaries because the final buying unit or the buyers outnumber these intermediaries। ठीक है, इसका मतलब ਕੀ ਹੈ ਕਿ ਟਰੂ ਹੈ ਕਿ ਅਗਰ ਆਪਾਂ ਟੋਟਲ ਗੁੱਡਸ ਜਿਹੜੇ ਆਪਾਂ ਸਟੋਰੇਜ ਦੇ ਟਾਈਮ ਦੇ ਵਿੱਚ ਆਪਣੇ ਕੋਲ ਰੱਖੇ ਹੋਏ ਹੈ, ਆਪਣੇ ਕੋਲ ਜ਼ਿਆਦਾ ਹੁੰਦੇ ਅਗਰ ਆਪਣੇ ਕੋਲ ਇਹ ਵਿੱਚ ਇੰਟਰਮੀਡੀਏਰੀਜ਼ ਨਾ ਹੁੰਦੇ, ਕਿਉਂਕਿ ਇੱਕ ਅਲਟੀਮੇਟ ਕੰਜ਼ਿਊਮਰ ਨੂੰ ਫੈਕਟਰੀ ਦੇ ਵਿੱਚ ਆਉਣਾ ਇਟਸ ਵੈਰੀ ਡਿਫਿਕਲਟ। ਠੀਕ ਹੈ, ਦ ਪ੍ਰਿੰਸੀਪਲ ਆਫ ਪ੍ਰੋਕਸੀਮਿਟੀ, the essence of this principle is that the intermediaries are much closer to the consumers than the producers or the manufacturers। वही गल आ गई कि intermediaries ज़्यादा क्लोज होंगे ने कंज्यूमर्स तो रादर दैन द मैन्युफैक्चरर्स और द प्रोड्यूसर्स। दैट इज़ दे हैव अ डीपर इन्वॉल्वमेंट विद द कंज्यूमर्स दैट हैल्प दैम टू अंडरस्टैंड द कंज्यूमर नीड्स एंड पॉसिबल चेंज। अगर कोई भी प्रोडक्ट दे विच चेंज चाहिए है, कंज्यूमर दी नीड्स नू अच्छे तरीके नाल ਉਹ अंडरस्टैंड करते हैं तो किवें प्रोड्यूसर्स नू मैन्युफैक्चरर्स नू ओदी ही ट्रांसफर कर देंगे ने कि ये नीड्स अजकल इन्वायरमेंट दे विच चल रही है। ठीक है, दे पास द इन्फॉर्मेशन यूजफुल टू द कस्टमर्स फ्रॉम द मैन्युफैक्चरर्स टू। ਜਿਹੜੀ ਇਨਫੋਰਮੇਸ਼ਨ ਉਹ ਮੈਨੂਫੈਕਚਰਰਸ ਤੋਂ ਕਸਟਮਰਸ ਤੇ ਵੀ ਇਹ ਟ੍ਰਾਂਸਫਰ ਕਰਦੇ ਹੈ। ਹਾਊਐਵਰ ਦੇ ਆਰ ਮੋਰ ਇੰਟਰਸਟਿਡ ਐਂਡ ਦੇਅਰਫੋਰ ਇਨਵੋਲਵਡ ਵਿਦ ਦ ਫਾਈਨਲ ਯੂਜ਼ਰਸ। ਇਹ ਜ਼ਿਆਦਾ ਇੰਟਰਸਟਿਡ ਹੁੰਦੇ ਨੇ ਤਾਂ ਇਹੀ ਜ਼ਿਆਦਾ ਫਾਈਨਲ ਯੂਜ਼ਰਸ ਨਾਲ ਇਨਵੋਲਵ ਆਊਟ ਹੁੰਦੇ ਹੈ। ਠੀਕ ਹੈ, ਟਾਈਪ ਆਫ ਡਿਸਟਰੀਬਿਊਸ਼ਨ ਚੈਨਲਸ, ਦਿਸ ਇਜ਼ ਇੰਪੋਰਟੈਂਟ। ਕਨਵੈਨਸ਼ਨਲ ਚੈਨਲ ਤੇ ਨੋਨ ਇੰਟੀਗ੍ਰੇਟਿਡ ਚੈਨਲ ਤੇ ਨੋਨ ਕਨਵੈਨਸ਼ਨਲ ਤੇ ਇੰਟੀਗ੍ਰੇਟਿਡ ਚੈਨਲ। ਠੀਕ ਹੈ, ਕਨਵੈਨਸ਼ਨਲ ਚੈਨਲਸ ਕਿਹੜੇ ਹੋ ਗਏ? ਡਾਇਰੈਕਟ ਤੇ ਇਨਡਾਇਰੈਕਟ। ਇਹ ਹੋ ਗਏ ਵਰਟੀਕਲ ਤੇ ਹੋਰੀਜ਼ੋਨਟਲ। ਅੱਗੇ ਫਰਦਰ ਵਰਟੀਕਲ ਦੀ ਡਿਵੀਜ਼ਨ ਹੈ ਐਡਮਿਨਿਸਟ੍ਰੇਟਿਡ, ਕੰਟਰੈਕਚੁਅਲ, ਕਾਰਪੋਰੇਟ। ਠੀਕ ਹੈ, ਫਸਟ ਆਪਣੇ ਕੋਲ ਕਨਵੈਨਸ਼ਨਲ ਚੈਨਲ ਕਿਹੜੇ ਹੁੰਦੇ ਨੇ? ਡਾਇਰੈਕਟ ਮਤਲਬ ਮੈਨੂਫੈਕਚਰਰ ਟੂ ਕੰਜ਼ਿਊਮਰਸ, ਕਿ ਡਾਇਰੈਕਟ ਮੈਨੂਫੈਕਚਰਰ ਸੇਲ ਕਰ ਰਿਹਾ ਆਪਣੇ ਪ੍ਰੋਡਕਟ ਕੰਜ਼ਿਊਮਰਸ ਨੂੰ। ਫਿਰ ਮੈਨੂਫੈਕਚਰਰ ਇੱਕ ਰਿਟੇਲਰ ਵਿੱਚ ਲੈ ਕੇ ਆ ਰਿਹਾ। ਰਿਟੇਲਰ ਦਾ ਮਤਲਬ ਕਿ ਫਾਈਨਲ ਗੁੱਡਸ ਆਪਾਂ ਰਿਟੇਲਰ ਅੱਗੇ ਕਿਸੇ ਨੂੰ ਸੈਲ ਆਊਟ ਨਹੀਂ ਕਰੇਗਾ ਫਰਦਰ ਬਾਇੰਗ ਲਈ, ਫਰਦਰ ਸੈਲਿੰਗ ਲਈ ਸੌਰੀ। ਰਿਟੇਲਰ ਡਾਇਰੈਕਟ ਕਸਟਮਰਸ ਨੂੰ ਸੈਲ ਆਊਟ ਕਰੇਗਾ। ਫਿਰ ਕੀ ਡਾਲਦੇ ਆਪਾਂ ਮੈਨੂਫੈਕਚਰਰਸ ਵਿੱਚ? ਹੋਲਸੇਲਰ ਵਿੱਚ ਰਿਟੇਲਰਸ। ਫਿਰ ਮੈਨੂਫੈਕਚਰਰ ਟੂ ਹੋਲਸੇਲਰ ਟੂ ਡਾਇਰੈਕਟ ਕੰਜ਼ਿਊਮਰਸ। ਫਿਰ ਕਿਹੜੇ ਆਉਂਦੇ ਨੇ? ਪਹਿਲਾਂ ਮੈਨੂਫੈਕਚਰਰ ਏਜੰਟਸ ਨੂੰ, ਫਿਰ ਏਜੰਟਸ ਹੋਲਸੇਲਰ ਨੂੰ, ਹੋਲਸੇਲਰ ਰਿਟੇਲਰਸ ਨੂੰ, ਰਿਟੇਲਰਸ ਫਰੋਮ ਦੈਨ ਡਾਇਰੈਕਟ ਟੂ ਕਸਟਮਰਸ। ਠੀਕ ਹੈ, ਹੁਣ ਆਪਾਂ ਡਾਇਰੈਕਟ ਤੇ ਇਨਡਾਇਰੈਕਟ ਚੈਨਲਸ ਬਾਰੇ ਰੀਡ ਆਊਟ ਕਰਦੇ ਹਾਂ। ਡਾਇਰੈਕਟ ਚੈਨਲ ਕਿਹੜੇ ਹੁੰਦੇ ਨੇ? ਸ਼ਾਰਟੈਸਟ ਵੇਅਰ ਇਨ ਦ ਕੰਪਨੀ ਚੂਜ਼ ਟੂ ਸੈਲ ਡਾਇਰੈਕਟਲੀ ਟੂ ਦ ਕੰਜ਼ਿਊਮਰ, ਕੋਈ ਵੀ ਇੰਟਰਮੀਡੀਏਰੀ ਨਹੀਂ, ਡਾਇਰੈਕਟ ਸੈਲ ਆਊਟ ਕਰ ਰਹੇ ਹਾਂ। ਠੀਕ ਹੈ, ਇਨਡਾਇਰੈਕਟ ਚੈਨਲਸ ਉਹ ਹੁੰਦੇ ਨੇ ਜਿਹਦੇ ਵਿੱਚ ਆਪਾਂ ਡਿਫਰੈਂਟ ਇੰਟਰਮੀਡੀਏਰੀਜ਼ ਇਨਵੋਲਵ ਕਰਦੇ ਹਾਂ। ਐਜ਼ ਅ ਰਿਜ਼ਲਟ ਡਾਇਰੈਕਟ ਚੈਨਲ ਦੇਅਰ ਇਜ਼ ਇਮੀਡੀਏਟ ਚੇਂਜ ਇਨ ਦ ਟਾਈਟਲ ਆਫ ਗੁੱਡਸ। ਇਮੀਡੀਏਟ ਚੇਂਜ ਆ ਜਾਂਦਾ, ਪਹਿਲਾਂ ਗੁੱਡਸ ਇਹ ਮੇਰਾ ਤਾਂ ਡਾਇਰੈਕਟ ਕੀ ਦਾ ਹੋ ਜਾਏਗਾ ਹੁਣ? ਫਿਰ ਕਸਟਮਰ ਦਾ ਹੋ ਜਾਏਗਾ। ਇਨਡਾਇਰੈਕਟ ਚੈਨਲ ਦੇ ਵਿੱਚ ਵੇਰੀਅਸ ਇੰਟਰਮੀਡੀਏਰੀਜ਼ ਦੇ ਥਰੂ ਆਪਣੀ ਓਨਰਸ਼ਿਪ ਗੁਜ਼ਰਦੀ ਹੈ। ਠੀਕ ਹੈ, ਇਹਦੇ ਵਿੱਚ ਨੀਚੇ ਆਪਾਂ ਨੂੰ ਕੀ ਦਿੱਤੇ ਹੋਏ ਨੇ? ਪ੍ਰੈਕਟੀਕਲ ਇਲਸਟ੍ਰੇਸ਼ਨਸ ਦਿੱਤੀਆਂ ਹੋਈਆਂ ਮੈਨੂਫੈਕਚਰਰਸ ਟੂ ਕੰਜ਼ਿਊਮਰਸ, ਕਿ ਆਪਾਂ ਡਾਇਰੈਕਟ ਇਹਦੇ ਵਿੱਚ ਕੋਈ ਇੰਟਰਮੀਡੀਏਰੀ ਆਪਣਾ ਇਨਵੋਲਵ ਨਹੀਂ ਹੁੰਦਾ। ਜਿਵੇਂ ਕਿ ਐਗਜ਼ਾਮਪਲ ਦੇ ਰੱਖੀ ਇਹਨਾਂ ਨੇ ਵੈਕਿਊਮ ਕਲੀਨਰ, ਵਾਟਰ ਕੂਲਰ, ਆਇਲ ਇੰਜਨਸ, ਜਨਰੇਟਰ ਸੈਟਸ, ਸਮ ਇਨ ਦ ਕੇਸ ਵਿਦ ਬੇਕਰੀ ਪ੍ਰੋਡਕਟਸ। ਹੁਣ ਆਪਾਂ ਬੇਕਰੀ ਦੇ ਪ੍ਰੋਡਕਟਸ ਹੈ, ਜਿੱਦਾਂ ਆਪਾਂ ਕੁਝ ਸਪੋਜ਼ ਕੇਕਸ ਵਗੈਰਾ ਲੈਣ ਜਾਂਦੇ ਹਾਂ ਤਾਂ ਉਹ ਕੀ ਕਰਦੇ ਨੇ? ਡਾਇਰੈਕਟ ਉੱਥੇ ਹੀ ਬਣਾਉਂਦੇ ਨੇ ਤਾਂ ਆਪਾਂ ਨੂੰ ਡਾਇਰੈਕਟ ਹੀ ਸੇਲ ਕਰ ਦਿੰਦੇ ਨੇ। ਜ਼ਿਆਦਾ ਫੂਡ ਚੇਨ ਦੇ ਵਿੱਚ ਮਤਲਬ ਮੈਨੂਫੈਕਚਰਰ ਟੂ ਇੱਕ ਕੰਜ਼ਿਊਮਰਸ ਆਪਾਂ ਲਾਈਕ ਐਗਜ਼ਾਮਪਲ ਆਪਾਂ ਫੂਡ ਚੇਨ ਦੇ ਵਿੱਚ ਆਪਾਂ ਇਸ ਦੀ ਐਗਜ਼ਾਮਪਲ ਦੇ ਸਕਦੇ ਹਾਂ। ਠੀਕ ਹੈ, ਫੈਸ਼ਨ ਕਲੋਥਸ। ठीक है, these are the examples of manufacturer to consumers, direct contact of manufacturers with consumers। okay, next क्या? manufacturer to retailer the consumers। फिर पहला manufacturer तो retailer ते sell out करते हैं, पर retailers फिर consumers ਨੂੰ send out करते हैं। इस दी examples ਕਿਹੜੀ ਆ ਗਈ? ਜਿਵੇਂ shoes, Bata, Carona,
flags have their retail outlets through length and breadth of the country. Like suppose an example, ਹੁਣ ਆਪਾਂ ਕੁਛ ਜਿਵੇਂ ਕੋਈ ਵੀ ਸ਼ੋਰੂਮ ਦਾ ਨੇਮ ਲਗਾ ਲਈਏ, ਬਾਟਾ ਦਾ ਲਗਾ ਲਈਏ, ਬਾਟਾ ਸ਼ੂਜ਼ ਦਾ ਸ਼ੋਰੂਮ ਹੈ। ਬਾਟਾ ਦੀ ਏਜੰਸੀ ਇੱਕ ਡਿਫਰੈਂਟ ਜਗ੍ਹਾ ਤੇ ਹੈ, ਬਟ ਬਾਟਾ ਦੇ ਰਿਟੇਲ ਸ਼ੋਰੂਮਸ ਡਿਫਰੈਂਟ ਜਗ੍ਹਾ ਤੇ ਖੁੱਲੇ ਆ, ਜਿਵੇਂ ਸਪੋਜ਼ ਸੰਗਰੂਰ ਲਗਾ ਲਓ, ਚੰਡੀਗੜ੍ਹ ਲਗਾ ਲਓ, ਪਟਿਆਲਾ, ਲੁਧਿਆਣਾ, ਡਿਫਰੈਂਟ ਜਗ੍ਹਾ ਤੇ ਇਹਨਾਂ ਦੇ ਰਿਟੇਲ ਸ਼ੋਰੂਮਸ ਖੁੱਲ੍ਹੇ ਆ ਕਿ ਉਹਨਾਂ ਦਾ ਸਮਾਨ ਇੱਕ ਮੈਨੂਫੈਕਚਰਰ ਤੋਂ ਡਿਫਰੈਂਟ ਜਗ੍ਹਾ ਤੇ ਜਾਂਦਾ ਸੇਮ ਸਮਾਨ, ਬਟ ਕੀ ਆਪਾਂ ਨੂੰ ਰਿਟੇਲ ਦੇ ਥਰੂ ਆਪਾਂ ਕਸਟਮਰ ਨੂੰ ਮਿਲ ਜਾਂਦਾ। ਠੀਕ ਹੈ, ਕੋਈ ਸ਼ੋਰੂਮ ਡਿਫਰੈਂਟ ਤਰ੍ਹਾਂ ਦੇ ਸ਼ੋਰੂਮਸ। ਠੀਕ ਹੈ, ਰੈਡੀ ਗਾਰਮੈਂਟਸ ਜਿਵੇਂ ਹੋ ਜਾਂਦੇ ਨੇ, ਆਪਾਂ ਗਾਰਮੈਂਟਸ ਵਗੈਰਾ ਆਪਣੇ ਕੱਪੜੇ ਵਗੈਰਾ ਹੁੰਦੇ ਨੇ, ਆਪਾਂ ਡਿਫਰੈਂਟ ਜਗ੍ਹਾ ਤੋਂ ਲੈਣੇ, ਰਿਟੇਲਰਸ ਫਿਰ ਡਾਇਰੈਕਟ ਕਸਟਮਰਸ ਨੂੰ ਦੇ ਦਿੰਦੇ, ਇਹਦੇ ਵਿੱਚ ਕੋਈ ਹੋਲਸੇਲਰ ਦਾ ਕੰਮ ਨਹੀਂ ਆਉਂਦਾ। ਫਿਰ ਆ ਜਾਂਦਾ ਮੈਨੂਫੈਕਚਰਰ ਟੂ ਹੋਲਸੇਲਰ ਟੂ ਰਿਟੇਲ ਟੂ ਕੰਜ਼ਿਊਮਰਸ। ਇਹਦੇ ਵਿੱਚ ਕੀ ਹੁੰਦਾ, ਦੋ ਇੰਟਰਮੀਡੀਏਟਰੀਜ਼ ਹੁੰਦੇ ਨੇ, ਹੋਲਸੇਲਰ ਅਤੇ ਰਿਟੇਲਰਸ। ਠੀਕ ਹੈ, ਇਹ ਜਿਹੜੀ ਦਿਸ ਇਜ਼ ਦ ਮੋਸਟ ਪੋਪੂਲਰ ਫਾਰਮ ਐਂਡ ਇਜ਼ ਯੂਜ਼ਡ ਬਾਈ ਬੋਥ ਸਮੋਲ ਐਂਡ ਬਿਗ ਕੰਪਨੀਜ਼। ਇਹ ਸਭ ਤੋਂ ਜ਼ਿਆਦਾ ਆਪਣੀ ਚੱਲਦੀ ਹੈ, ਇਹ ਦੋਨੋਂ ਹੀ ਕੰਪਨੀਜ਼ ਯੂਜ਼ ਕਰਦੀਆਂ ਨੇ, ਚਾਹੇ ਸਮੋਲ ਚਾਹੇ ਬਿਗ। ਠੀਕ ਹੈ, ਨੋਨ ਡਿਊਰੇਬਲ ਆਈਟਮਸ ਯੂਜ਼ ਦ ਵੇਅਰ ਦ ਹੋਲਸੇਲਰ ਸਟਾਕ ਦ ਪ੍ਰੋਡਕਸ਼ਨ ਡਿਫਰੈਂਟ ਪਾਰਟਸ ਆਫ ਦ ਨੇਸ਼ਨ ਔਰ ਰੀਜਨ ਐਂਡ ਫਰੋਮ ਦੇਅਰ ਦ ਪ੍ਰੋਡਕਟ ਆਰ ਸਪਲਾਈਡ ਇਨ। ਕੀ ਹੁੰਦਾ ਇਹਦੇ ਵਿੱਚ, ਨੋਨ ਡਿਊਰੇਬਲ ਗੁੱਡਸ ਹੁੰਦੇ ਨੇ, ਜਲਦੀ ਖਰਾਬ ਵਾਲੇ ਗੁੱਡਸ ਨਹੀਂ ਹੁੰਦੇ ਇਹਦੇ ਵਿੱਚ। ਕੀ ਹੋਲਸੇਲਰ ਆਪਣਾ ਸਟਾਕ ਡਿਫਰੈਂਟ ਕੰਟਰੀਜ਼ ਦੇ ਵਿੱਚ ਆਪਣੇ ਕੋਲ ਸਟਾਕ ਰੱਖਦਾ, ਫਿਰ ਉਸਨੂੰ ਥੋੜ੍ਹਾ ਕਰਕੇ ਸਮੋਲਰ ਕੁਆਂਟਿਟੀ ਦੇ ਵਿੱਚ ਅੱਗੇ ਰਿਟੇਲਰ ਨੂੰ ਆ ਸਪਲਾਈ ਕਰਦਾ, ਫਿਰ ਰਿਟੇਲਰ ਕਿਹਨੂੰ ਕਰਦਾ, ਕੰਜ਼ਿਊਮਰ ਨੂੰ ਸਪਲਾਈ ਕਰਦਾ। ਠੀਕ ਹੈ, ਮੈਨੂਫੈਕਚਰਰ ਟੂ ਹੋਲਸੇਲਰ ਟੂ ਕੰਜ਼ਿਊਮਰਸ। ਹੁਣ ਡਾਇਰੈਕਟ ਇਹਦੇ ਵਿੱਚ ਕੀ ਹੈ ਕਿ ਹੋਲਸੇਲਰ ਕੰਜ਼ਿਊਮਰਸ ਨੂੰ ਸੈਲ ਆਊਟ ਕਰ ਰਿਹਾ। ਜਿਹਦਾ ਐਗਜ਼ਾਮਪਲ ਦੇ ਰਹੇ, ਦਿਸ ਇਜ਼ ਦ ਮੋਸਟ ਐਕਸੈਪਟੇਬਲ ਪ੍ਰੈਕਟਿਸ ਵੈਨ ਦ ਕੰਜ਼ਿਊਮਰ ਆਰ ਨਾਟ ਇੰਡੀਵਿਜੂਅਲ ਬਾਇਰ। ਇਹਦੇ ਵਿੱਚ ਕੰਜ਼ਿਊਮਰਸ ਇੰਡੀਵਿਜੂਅਲ ਬਾਇਰ ਨਹੀਂ ਹੁੰਦਾ, ਇਕੱਲਾ ਨਹੀਂ ਹੁੰਦਾ, ਬਟ ਆਰ ਇੰਸਟੀਟਿਊਸ਼ਨਲ ਬਾਇਰ ਸੱਚ ਐਜ਼ ਜਿਵੇਂ ਹੌਸਪੀਟਲਸ ਹੈ, ਹੌਸਪੀਟਲਸ ਦੇ ਵਿੱਚ ਉਹਨਾਂ ਨੂੰ ਇਕੱਠੇ ਹੀ ਉਹ ਚਾਹੀਦੇ, ਬੈੱਡਸ ਚਾਹੀਦੇ ਆ, ਸਕੂਲਸ ਹੈ ਇਕੱਠੇ ਟੇਬਲ ਚੇਅਰ ਚਾਹੀਦੇ ਆ, ਕਾਲਜਿਸ, ਗਵਰਨਮੈਂਟ ਏਜੰਸੀਜ਼, ਦੇ ਆਰ ਕਲੈਕਟਿਵ ਇਨ ਨੇਚਰ, ਦੇ ਆਰ ਮਤਲਬ ਇਹ ਇੱਕ ਇਹਨਾਂ ਦੀ ਯੂਨਿਟੀ ਹੈ। ਹਾਵਰ ਦ ਸਕੋਪ ਆਫ ਦ ਚੈਨਲ ਇਜ਼ ਲਿਮਿਟਡ ਟੂ ਦ ਨੰਬਰ ਆਫ ਇੰਸਟੀਟਿਊਸ਼ਨਲ ਬਾਇਰਸ। ਇਹ ਇੰਸਟੀਟਿਊਸ਼ਨਲ ਬਾਇਰਸ ਤੱਕ ਹੀ ਲਿਮਿਟਿਡ ਰਹਿੰਦੀ ਹੈ ਕਿ ਆਪਾਂ ਨੇ ਇਕੱਠਾ ਇੱਕ ਅਲਾਟ ਕੀ ਕਰ ਲਿਆ, ਹੋਲਸੇਲਰ ਤੋਂ ਪਰਚੇਜ਼ ਕਰ ਲਿਆ। ਠੀਕ ਹੈ, ਫਿਰ ਨੈਕਸਟ ਆ ਜਾਂਦਾ ਆਪਣਾ ਮੈਨੂਫੈਕਚਰਰ ਟੂ ਏਜੰਟ ਟੂ ਹੋਲਸੇਲਰ ਟੂ ਰਿਟੇਲਰ ਦੈਨ ਟੂ ਕੰਜ਼ਿਊਮਰਸ। ਠੀਕ ਹੈ, ਇਟ ਇਜ਼ ਦ ਲੌਂਗੈਸਟ ਇਹ ਇਨਡਾਇਰੈਕਟ ਚੈਨਲ ਹੈ। ठीक, the channel has the services of agents and the middlemen only next to producers who in turn sell to wholesaler and the wholesalers। मतलब middleman ਇਹਦੇ ਵਿੱਚ as agent ਹੁੰਦਾ, agent ਕਿਹਨੂੰ sell out ਕਰਦਾ, wholesaler ਨੂੰ, ਫਿਰ wholesaler retailer ਨੂੰ, ਫਿਰ retailer final use ਕਰਕੇ ਆਪਣੇ customers ਨੂੰ sell ਕਰਦੇ ਆ। This is generally done by companies with multiple product folios and producing consumer non-durable on a large scale, enjoying national and international market। ਇਹਦੇ ਵਿੱਚ enjoy ਕਰਦੇ national ਤੇ international market ਤੇ ਡਿਫਰੈਂਟ ਪ੍ਰੋਡਕਟਸ ਇਹਦੇ ਵਿੱਚ ਕੀ ਕਰਦੇ ਆਪਾਂ, ਜਿਵੇਂ ਇੱਕ ਆਪਾਂ ਡਿਟੋਲ ਦੀ ਲਗਾ ਲਓ, ਸੋਪਸ ਵੀ ਕਰਦੇ ਆ। ਠੀਕ ਹੈ, ਉਹਨਾਂ ਦਾ ਹੈਂਡ ਸੈਨੀਟਾਈਜ਼ਰਸ ਵੀ ਹੁੰਦੇ, ਡਿਫਰੈਂਟ ਪ੍ਰੋਡਕਟਸ ਦੀ ਡਿਫਰੈਂਟ ਅਪਰੋਚ ਹੋ ਜਾਂਦੀ ਹੈ। ਟਾਟਾ ਲਗਾ ਲਓ, ਟਾਟਾ ਦੀ ਵਾਚਿਸ ਵੀ ਆਉਂਦੇ, ਟਾਟਾ ਸਾਲਟ ਵੀ ਆਉਂਦਾ, ਟਾਟਾ ਦੀ ਕਾਰਸ ਵੀ ਆਉਂਦੀਆਂ ਨੇ। ਠੀਕ ਹੈ, ਫਿਰ ਆਪਣਾ ਨੈਕਸਟ ਆ ਜਾਂਦਾ ਇੰਟੀਗ੍ਰੇਟਿਡ ਚੈਨਲ ਸਿਸਟਮ। ਹੁਣ ਆਪਾਂ ਨੇ ਕੀ ਪੜ੍ਹਿਆ, ਇਹ ਕਨਵੈਨਸ਼ਨਲ ਐਂਡ ਨੋਨ ਇੰਟੀਗ੍ਰੇਟਿਡ, ਜਿਹਦੇ ਵਿੱਚ ਡਾਇਰੈਕਟ ਤੇ ਇਨਡਾਇਰੈਕਟ। ਡਾਇਰੈਕਟ ਮਤਲਬ ਮੈਨੂਫੈਕਚਰਰ ਟੂ ਡਾਇਰੈਕਟ ਕਸਟਮਰਸ, ਇਨਡਾਇਰੈਕਟ ਮਤਲਬ ਆਪਾਂ ਨੇ ਚਾਰੋਂ ਪੜ੍ਹੇ ਨੇ, ਇਹ ਇਨਡਾਇਰੈਕਟ ਦੇ ਵਿੱਚ ਆਉਣਗੇ। ਹੁਣ ਆਪਾਂ ਰੀਡ ਕਰ ਰਹੇ ਹਾਂ ਨੋਨ ਕਨਵੈਨਸ਼ਨਲ ਤੇ ਇੰਟੀਗ੍ਰੇਟਿਡ ਚੈਨਲਸ। ਠੀਕ ਹੈ, ਇੰਟੀਗ੍ਰੇਟਿਡ ਚੈਨਲਸ ਕਿਹੜੇ ਹੁੰਦੇ ਨੇ, ਵਰਟੀਕਲ ਚੈਨਲਸ ਤੇ ਹੋਰੀਜ਼ੋਨਟਲ ਚੈਨਲਸ। ਐਜ਼ ਅਪੋਜ਼ ਟੂ ਦੀ conventional and non-integrated channel of distributions, integrated channels of distributions are those networks that work with full coordination and cohesion rather than working in a loose manner। ਇੱਕ ਫੁੱਲ ਕੋਆਰਡੀਨੇਸ਼ਨ ਦੇ ਵਿੱਚ ਇਹ ਵਰਕਆਊਟ ਕਰਦੇ ਨੇ। ਠੀਕ ਹੈ, ਇਹਦੇ ਵਿੱਚ ਕੋਈ ਐਵੇਂ ਨਹੀਂ ਹੁੰਦਾ ਕਿ ਆਪਾਂ ਪਹਿਲਾਂ ਇਹਨੂੰ ਦੇਤੇ, ਫਿਰ ਇਹਨੂੰ ਦੇਤੇ, ਫਿਰ ਇਹਨੂੰ ਦੇਤੇ। ਨੋ, ਇੱਕ ਪ੍ਰੋਪਰ ਕੋਆਰਡੀਨੇਸ਼ਨ ਹੁੰਦੀ ਹੈ ਵਰਕ ਦੇ ਵਿੱਚ। मतलब वर्टिकल चैनल, मतलब वर्टिकल और वर्टिकली इंटीग्रेटेड चैनल ऑफ डिस्ट्रीब्यूशंस आर those which are professionally managed and centrally programmed network that are pre-engineered to achieve operating economies and maximum market impact। मतलब ਬੇਸਿਕਲੀ ਜੋ ਇਹ ਇੰਟੀਗ੍ਰੇਟਿਡ ਚੈਨਲਸ ਹੁੰਦੇ ਨੇ ਨਾ, ਪ੍ਰੋਫੈਸ਼ਨਲੀ ਮੈਨੇਜਡ ਚੈਨਲਸ ਹੁੰਦੇ ਨੇ, ਪ੍ਰੋਫੈਸ਼ਨਲੀ ਆਰਗੇਨਾਈਜ਼ ਕਰਦੇ ਨੇ ਇਹਨਾਂ ਨੂੰ ਆਪਾਂ ਚੈਨਲਸ ਨੂੰ। ਇਹਨਾਂ ਨੂੰ ਆਪਾਂ ਮਾਡਰਨ ਚੈਨਲਸ ਆਫ ਡਿਸਟ੍ਰੀਬਿਊਸ਼ਨਸ ਵੀ ਬੋਲ ਦਿੰਦੇ ਆ। ਥੀਸ ਆਰ ਦ ਮਾਡਰਨ ਚੈਨਲਸ ਆਫ ਡਿਸਟ੍ਰੀਬਿਊਸ਼ਨਸ।
ਠੀਕ ਹੈ। ਇਹ ਕੀ ਹੁੰਦਾ, ਵਰਟੀਕਲ ਚੈਨਲ ਕੀ ਹੁੰਦਾ, ਵਰਟੀਕਲ ਚੈਨਲ ਦੇ ਵਿੱਚ ਕੀ ਹੁੰਦਾ, ਹੁਣ ਆਪਣੇ ਕਸਟਮਰਸ ਡਿਫਰੈਂਟ ਜਗ੍ਹਾ ਦੇ ਵਿੱਚ ਆਪਣੇ ਕਸਟਮਰਸ ਹੁੰਦੇ ਨੇ। ਹੁਣ ਹਰ ਜਗ੍ਹਾ ਕਸਟਮਰਸ ਨੂੰ ਇੱਕ ਪ੍ਰੋਪਰ ਨੈਟਵਰਕ ਦੇ ਥਰੂ ਕਸਟਮਰਸ ਨੂੰ, ਹਰ ਲੈਵਲ ਦੇ ਕਸਟਮਰਸ ਨੂੰ, ਹਰ ਬੇਸ ਤੇ ਕਸਟਮਰਸ ਨੂੰ ਥਿੰਗਸ ਪਹੁੰਚਾਉਣਾ ਇਹ ਰਿਸਪੌਂਸਿਬਿਲਿਟੀ ਹੁੰਦੀ ਹੈ ਮਾਰਕੀਟਰ ਦੀ। ਹੁਣ ਇਹ ਵਰਟੀਕਲ ਚੈਨਲਸ ਕਿਹੜੇ ਹੁੰਦੇ ਨੇ, ਵਰਟੀਕਲ ਚੈਨਲਸ ਮਤਲਬ ਜਿਹੜੇ ਇੰਟੀਗ੍ਰੇਟਿਡ ਚੈਨਲਸ ਹੁੰਦੇ ਨੇ ਡਿਸਟ੍ਰੀਬਿਊਸ਼ਨਸ ਦੇ, ਇਹ ਪ੍ਰੋਫੈਸ਼ਨਲੀ ਮੈਨੇਜਡ ਹੁੰਦੇ ਨੇ। ਠੀਕ ਹੈ, ਇਹਨਾਂ ਨੂੰ ਆਪਾਂ ਪ੍ਰੋਫੈਸ਼ਨਲੀ ਮੈਨੇਜ ਕਿਉਂ ਕਰਦੇ ਹਾਂ, ਕਿਉਂਕਿ ਇਹ ਆਪਣੀ ਇਕੋਨਮੀ ਨੂੰ ਓਪਰੇਟ, ਪੈਸਾ ਲਿਆਉਣ ਦੇ ਵਿੱਚ ਇਹ ਆਪਣੀ ਹੈਲਪ ਕਰਦੇ ਨੇ ਅਤੇ ਮੈਕਸੀਮਮ ਮਾਰਕੀਟ ਦੇ ਏਰੀਆ ਨੂੰ ਇਹ ਕੀ ਕਰਦੇ ਨੇ, ਕਵਰ ਕਰਦੇ ਨੇ। ਠੀਕ ਹੈ, ਇਹਨਾਂ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ, ਸਿੰਕਰੋਨਾਈਜ਼ ਕਰਦੇ ਨੇ ਮਾਰਕੀਟ ਨੂੰ, ਕੋਆਰਡੀਨੇਸ਼ਨ ਦੇ ਥਰੂ ਦੇ ਵਿੱਚ ਕੰਮ ਕਰਦੇ ਨੇ। ਠੀਕ ਹੈ, ਐਗਜ਼ਾਮਪਲ ਵਰਟੀਕਲ ਦੇ ਤਿੰਨ ਇੰਟੀਗ੍ਰੇਟਿਡ ਚੈਨਲਸ ਹੁੰਦੇ ਨੇ, ਐਡਮਿਨਿਸਟ੍ਰੇਟਿਡ, ਕੰਟਰੈਕਚੁਅਲ ਅਤੇ ਕਾਰਪੋਰੇਟ। ਐਡਮਿਨਿਸਟ੍ਰੇਟਿਡ ਚੈਨਲ ਕਿਹੜਾ ਹੁੰਦਾ ਹੈ, ਐਡਮਿਨਿਸਟ੍ਰੇਟਿਡ ਚੈਨਲ ਦਾ ਮਤਲਬ ਕੀ ਹੈ, ਐਗਜ਼ਾਮਪਲ ਦੇ ਥਰੂ ਤੋਂ ਸਮਝੋ। ਸਪੋਜ਼ ਐਨ ਐਗਜ਼ਾਮਪਲ ਵੀ ਆਰ ਕੰਸੀਡਰਿੰਗ ਦ ਐਗਜ਼ਾਮਪਲਸ ਆਫ ਵਾਲਮਾਰਟ। ਇੱਕ ਵਾਲਮਾਰਟ ਜਿਹੜਾ ਸ਼ੋਰੂਮ ਹੁੰਦਾ ਹੈ, ਵਾਲਮਾਰਟ ਦਾ ਸ਼ੋਰੂਮ ਕੀ ਹੈ, ਡਿਫਰੈਂਟ ਜਗ੍ਹਾ ਦੇ ਵਿੱਚ ਹੈ। ਸਪੋਜ਼ ਆਪਣੇ ਪੰਜਾਬ ਦੇ ਕਈ ਏਰੀਆਜ਼ ਦੇ ਵਿੱਚ ਵਾਲਮਾਰਟ ਦਾ ਸ਼ੋਰੂਮ ਹੈ, ਬਟ ਇਹਦੀ ਪ੍ਰੋਡਕਸ਼ਨ ਸਿਰਫ ਲੁਧਿਆਣਾ ਦੇ ਵਿੱਚ ਹੁੰਦੀ ਹੈ। ਅੰਮ੍ਰਿਤਸਰ ਹੈ, ਚੰਡੀਗੜ੍ਹ ਹੈ, ਸੰਗਰੂਰ ਹੈ, ਜਲੰਧਰ ਹੈ। ਠੀਕ ਹੈ, ਲੁਧਿਆਣਾ ਦੇ ਵਿੱਚ ਆਲਰੇਡੀ ਹੈ, ਕਿਉਂਕਿ ਲੁਧਿਆਣਾ ਦੇ ਵਿੱਚ ਸਿਰਫ ਇਹਦੀ ਪ੍ਰੋਡਕਸ਼ਨ ਹੁੰਦੀ ਹੈ। ਹੁਣ ਕੀ ਹੋਇਆ ਕਿ ਪ੍ਰੋਡਕਸ਼ਨ ਕਿਤੇ ਹੋਰ ਹੋ ਰਹੀ ਹੈ, ਪਰ ਆਪਾਂ ਨੂੰ ਕਸਟਮਰ ਨੂੰ ਸਮਾਨ ਕਿਤੇ ਹੋਰ ਮਿਲ ਰਿਹਾ, ਦੈਟ ਇਜ਼ ਐਡਮਿਨਿਸਟ੍ਰੇਟਿਵ ਚੈਨਲ, ਜਿਹਦੇ ਵਿੱਚ ਆਪਾਂ 2 ਵੀਲਰ 3 ਵੀਲਰ 4 ਵੀਲਰ ਜਿਹੜੇ ਆਪਾਂ ਪਿੱਛੇ ਪੜ੍ਹੇ ਨੇ ਨਾ, ਮੈਨੂਫੈਕਚਰਰ ਟੂ ਰਿਟੇਲਰ, ਇਹ 1 ਵੀਲ ਹੋ ਗਿਆ, ਇਹ 2 ਹੋ ਗਿਆ ਕਿਉਂਕਿ ਇਹਦੇ ਵਿੱਚ 2 ਯੂਜ਼ਸ ਹੈ, ਇਹਦੇ ਵਿੱਚ 1 ਹੋ ਗਿਆ, ਫਿਰ ਇਹ 3 ਚੇਨ ਹੋ ਗਿਆ। ਇਹ ਚੀਜ਼ਾਂ ਆਪਾਂ ਇਹਦੇ ਵਿੱਚ ਕੀ ਕਰਦੇ ਹਾਂ, ਇਨਕਲੂਡ ਕਰਦੇ ਹਾਂ। ਫਿਰ ਹੈ ਕੰਟਰੈਕਚੁਅਲ ਚੈਨਲ। ਕੰਟਰੈਕਚੁਅਲ ਚੈਨਲ ਦੇ ਵਿੱਚ ਕੀ ਹੁੰਦਾ ਹੈ, ਕੰਟਰੈਕਚੁਅਲ ਚੈਨਲ ਦੇ ਵਿੱਚ ਕਈ ਵਾਰ ਜਿਵੇਂ ਆਪਾਂ ਸਪੋਜ਼ ਐਗਜ਼ਾਮਪਲ ਲਓ ਕੋਕਾ ਕੋਲਾ ਦੀ, ਕੋਕਾ ਕੋਲਾ ਵਾਲਿਆਂ ਨੇ ਕੀ ਕੀਤਾ, 15-16 ਸ਼ਾਪਸ ਦੇ ਨਾਲ ਕੰਟਰੈਕਟ ਕਰ ਲਿਆ ਕਿ ਅਗਰ ਤੁਸੀਂ ਸਾਡਾ ਹੋਲਸੇਲਰਸ ਨਾਲ ਕਿ ਬਲਕ ਦੇ ਵਿੱਚ ਤੁਸੀਂ ਸਾਡਾ ਆਰਡਰ ਪਰਚੇਜ਼ ਕਰੋਗੇ ਤਾਂ ਅਸੀਂ ਤੁਹਾਨੂੰ ਡਿਸਕਾਊਂਟ ਦੇਵਾਂਗੇ। ਇੱਕ ਤਾਂ ਮੈਂ ਹੋਲਸੇਲਰ ਨੂੰ ਮਿਲ ਗਿਆ ਡਿਸਕਾਊਂਟ, ਮਿਲ ਗਿਆ, ਉਹਨਾਂ ਨੂੰ ਫਾਇਦਾ ਹੋ ਗਿਆ। ਇੱਕ ਹੋ ਗਿਆ ਕੋਕਾ ਕੋਲਾ ਵਾਲਿਆਂ ਦੀ ਇਹਦੇ ਵਿੱਚ ਕੀ ਹੋਗੀ, ਮੋਨੋਪਲੀ ਹੋਗੀ। ਠੀਕ ਹੈ, ਇਹ ਕੀ ਹੋ ਜਾਂਦਾ, ਇੱਕ ਤਾਂ ਉਹਨਾਂ ਦੀ ਮੋਨੋਪਲੀ ਹੋਗੀ ਕਿ ਇੱਕ ਉਹਨਾਂ ਨੂੰ ਆਪਾਂ ਡਿਫਰੈਂਟ ਚੈਨਲਸ ਨੂੰ ਆਪਾਂ ਕੰਟਰੈਕਟ ਕਰ ਲਿਆ ਆਲਰੇਡੀ ਕਿ ਤੁਸੀਂ ਸਾਡਾ ਪ੍ਰੋਡਕਟ ਤੁਸੀਂ ਹੀ ਵੇਚਣਾ ਕਿਵੇਂ ਵੀ। ਨੈਕਸਟ ਆਪਣਾ ਕਾਰਪੋਰੇਟ ਦੇ ਵਿੱਚ ਕੀ ਹੁੰਦਾ ਕਿ ਜਿੱਥੇ ਤੁਹਾਡਾ ਆਊਟਲੈਟ, ਉੱਥੇ ਹੀ ਤੁਸੀਂ ਤੁਹਾਡਾ ਰਿਟੇਲ ਸ਼ੋਰੂਮ, ਜਿੱਥੇ ਤੁਸੀਂ ਪ੍ਰੋਡਿਊਸ ਕਰ ਰਹੇ ਹੋ। ਠੀਕ ਹੈ, ਚੈਨਲ ਇਜ਼ ਵਨ ਇਨ ਵਿਚ ਦ ਚੈਨਲ ਕੰਪੋਨੈਂਟਸ ਆਰ ਓਨਡ ਤੇ ਆਪਰੇਟ ਸੇਮ ਆਰਗੇਨਾਈਜੇਸ਼ਨਸ, ਕਿ ਉੱਥੇ ਹੀ ਤੁਸੀਂ ਮਤਲਬ ਆਪਣਾ ਪ੍ਰੋਡਕਸ਼ਨ ਵੀ ਕਰ ਰਹੇ ਹੋ ਅਤੇ ਵੇਚ ਵੀ ਰਹੇ ਹੋ। ਸਪੋਜ਼ ਬਾਟਾ ਦਾ ਸ਼ੋਰੂਮ ਲੁਧਿਆਣਾ ਹੈ, ਤਾਂ ਲੁਧਿਆਣਾ ਦੇ ਵਿੱਚ ਉਹਦੇ ਰਿਟੇਲ ਸ਼ੋਰੂਮਸ ਵੀ ਨੇ, ਉੱਥੇ ਹੀ ਵੇਚ ਰਿਹਾ। ਜਲੰਧਰ ਦੇ ਵਿੱਚ ਉਹਦਾ ਪ੍ਰੋਡਕਸ਼ਨ ਹਾਲ ਵੀ ਹੈ ਅਤੇ ਉੱਥੇ ਰਿਟੇਲ ਹਾਲ ਵੀ ਹੈ। ਠੀਕ ਹੈ, ਇਹ ਹੋ ਗਿਆ ਇਹ ਚੀਜ਼। ਹੌਰੀਜ਼ੋਂਟਲ ਚੈਨਲਸ ਔਨ ਦਾ ਅਦਰ ਹੈਂਡ ਸਾਈਡ ਇਹ ਕਿਹੜੇ ਹੁੰਦੇ ਨੇ, ਮਤਲਬ 2 ਤੋਂ ਜ਼ਿਆਦਾ ਕੰਪਨੀਜ਼ ਹੱਥ ਮਿਲਾ ਲੈਂਦੀਆਂ ਨੇ ਕਿ ਸਾਨੂੰ ਇੱਕ ਇੰਡੀਪੈਂਡੈਂਟ ਯੂਨਿਟ ਬਣ ਜਾਂਦੀ ਹੈ। ਵੈਂਚਰ ਆਪਾਂ ਪੜ੍ਹਦੇ ਸੀ ਨਾ, ਵੈਂਚਰ ਜੁਆਇੰਟ ਵੈਂਚਰ, ਕਿ 2 ਅਲੱਗ-ਅਲੱਗ ਕੰਪਨੀਜ਼ ਨੇ ਹੈਂਡ ਜੁਆਇਨ ਕਰ ਲਏ ਅਤੇ ਉਹਨਾਂ ਨੇ ਆਪਣੇ ਗੁੱਡਸ ਨੂੰ ਕੀ ਕਰਨਾ ਸਟਾਰਟ ਕਰਤਾ, ਉਹਨੂੰ ਵੇਚਣਾ ਸਟਾਰਟ ਕਰਤਾ ਬਾਏ ਦ ਨੇਮ ਆਫ ਅ ਸਿੰਗਲ ਕੰਪਨੀ। ਉਹਦੇ ਨਾਲ ਕੀ ਹੋਏਗਾ, ਉਹਨਾਂ ਦੀ ਮਾਰਕੀਟ ਕੀ ਹੈ, ਜ਼ਿਆਦਾ ਕੈਪਚਰ ਹੋਏਗੀ, ਕਿਉਂਕਿ 2 ਅਲੱਗ-ਅਲੱਗ ਯੂਨਿਟਸ ਦੀ ਪਹਿਲਾਂ ਅਲੱਗ-ਅਲੱਗ ਆਲਰੇਡੀ ਮਾਰਕੀਟ ਹੋਏਗੀ, ਫਿਰ ਇੱਕ ਹੋ ਜਾਏਗੀ ਯੂਨਿਟ ਤਾਂ ਉਹਨਾਂ ਦੀ ਇੱਕ ਮਾਰਕੀਟ ਹੋ ਜਾਏਗੀ। ਠੀਕ ਹੈ, ਸਪੋਜ਼ ਐਨ ਐਗਜ਼ਾਮਪਲ ਆਪਾਂ ਮਾਰੂਤੀ ਸੁਜ਼ੂਕੀ ਦੀ ਐਗਜ਼ਾਮਪਲ ਲੈ ਸਕਦੇ ਹਾਂ। ਪਹਿਲਾਂ ਮਾਰੂਤੀ ਡਿਫਰੈਂਟ ਬ੍ਰਾਂਡ ਸੀ, ਸੁਜ਼ੂਕੀ ਡਿਫਰੈਂਟ ਬ੍ਰਾਂਡ ਸੀ, ਫਿਰ ਇਹਨਾਂ ਨੇ ਜੁਆਇੰਟ ਵੈਂਚਰ ਦੇ ਥਰੂ ਹੈਂਡ ਜੁਆਇਨ ਕੀਤੇ ਤਾਂ ਇਹਨਾਂ ਨੇ ਮਾਰਕੀਟ ਕੀ ਹੈ, ਬਹੁਤ ਜ਼ਿਆਦਾ ਇਹਨਾਂ ਨੇ ਕੀ ਕਰ ਲਈ, ਕੈਪਚਰ ਕਰ ਲਈ। ਹੁਣ ਨੈਕਸਟ ਕੀ ਟਾਈਪਸ ਆਫ ਇੰਟਰਮੀਡੀਏਰੀਜ਼। ਹੁਣ ਵੇਰੀਅਸ ਇੰਟਰਮੀਡੀਏਰੀਜ਼ ਇਹਦੇ ਵਿੱਚ ਆਪਣੇ ਇਨਵੋਲਵ ਹੁੰਦੇ ਨੇ, ਡਿਫਰੈਂਟ ਲਾਈਕ ਹੋਲਸੇਲਰਸ, ਮਿਡਲਮੈਨਸ, ਆਪਾਂ ਇਹਨਾਂ ਨੂੰ ਮਿਡਲਮੈਨ ਹੀ ਬੋਲ ਦਿੰਦੇ ਹਾਂ, ਜਿਵੇਂ ਹੋਲਸੇਲਰਸ ਹੋ ਗਏ, ਰਿਟੇਲਰਸ ਹੋ ਗਏ, ਇਹ ਡਿਫਰੈਂਟ ਇਹਦੇ ਵਿੱਚ ਆਪਣੇ ਇੰਟੀਗ੍ਰੇਟ ਹੋਏ ਹੁੰਦੇ ਨੇ। ਇਹਨਾਂ ਨੂੰ ਆਪਾਂ ਹੁਣ ਪੂਰੇ ਤਰੀਕੇ ਨਾਲ ਰੀਡ ਆਊਟ ਕਰਾਂਗੇ। ਮਰਚੈਂਟਸ ਹੁੰਦੇ ਨੇ ਅਤੇ ਏਜੰਟਸ ਹੁੰਦੇ ਨੇ। The middleman term ਕੀ ਹੁੰਦੀ ਹੈ, as one who specialize in performing operating of rendering service that are directly involved in the purchase and sale of goods in the process of their flow from the producer to the user। ਵੇਰੀਅਸ ਐਕਟੀਵਿਟੀਜ਼ ਇਨਵੋਲਵ ਹੁੰਦੀਆਂ ਨੇ ਜਦ ਗੁੱਡਸ ਪ੍ਰੋਡਿਊਸਰ ਅਤੇ ਸੇਲ ਮਤਲਬ ਅਲਟੀਮੇਟ ਯੂਜ਼ਰ ਕੋਲ ਆਉਂਦਾ ਹੈ। ਅਤੇ ਇਹ ਜੋ ਐਕਟੀਵਿਟੀਜ਼ ਨੂੰ ਸਮੂਥਨਿੰਗ ਕਰਨ ਲਈ, ਆਪਣੇ ਅੱਛਾ ਰਨ ਕਰਨ ਲਈ ਤਾਂ ਆਪਾਂ ਨੂੰ ਕਿਹੜੇ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਕਿਹੜੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਦੈਟ ਆਰ middleman will help us in these activities to carry out smoothly। Marketing intermediaries are the individuals and the organization that perform various functions to connect the producers with the end users। The individuals and institutions perform the function of procurement।
ਕਿਹੜੇ ਫੰਕਸ਼ਨਸ ਇਹ ਕਰਦੇ? ਪ੍ਰੋਕਿਓਰਮੈਂਟ ਦੇ, ਸਟੋਰੇਜ, ਪੈਕਿੰਗ, ਫਾਈਨੈਂਸਿੰਗ, ਟਰਾਂਸਪੋਰਟੇਸ਼ਨ, ਅਸੈਂਬਲਿੰਗ, ਕਾਉਂਸਲਿੰਗ ਇਨ ਦ ਰਿਜ਼ਲਟ ਆਫ 2 ends। ਠੀਕ ਹੈ, ਆਪਾਂ ਡਿਫਰੈਂਟ ਵੇਰੀਅਸ ਆਪਾਂ ਰੀਡ ਕਰਦੇ ਹਾਂ। ਕਲਾਸੀਫਾਈਡ ਮਿਡਲਮੈਨ ਨੂੰ ਆਪਾਂ ਨੇ 2 ਤਰੀਕੇ ਨਾਲ ਕਲਾਸੀਫਾਈ ਕੀਤਾ, ਮਰਚੈਂਟ ਤੇ ਏਜੰਟ। ਮਰਚੈਂਟ ਦੇ ਵਿੱਚ ਆਪਣੇ ਹੋਲਸੇਲਰਸ, ਰਿਟੇਲਰਸ। ਠੀਕ ਹੈ, ਹੋਲਸੇਲਰਸ ਦੇ ਵਿੱਚ ਫਿਰ ਫੁੱਲ ਫੰਕਸ਼ਨ, ਜਿਹੜੇ ਸਾਰੇ ਫੰਕਸ਼ਨਸ ਹੀ ਮਤਲਬ ਪਰਫਾਰਮ ਕਰਦੇ ਆ, ਅਸੈਂਬਲਿੰਗ, ਸਟੋਰੇਜ ਵਗੈਰਾ ਸਭ ਚੀਜ਼ਾਂ ਹੀ ਪਰਫਾਰਮ ਕਰਦੇ ਆ। ਕਨਵਰਟਰ ਦਾ ਮਤਲਬ ਕਿਹੜਾ ਹੁੰਦਾ? ਕਨਵਰਟਰ ਮਤਲਬ ਹੁੰਦਾ ਕਿ ਅਗਰ ਆਪਣੇ ਗੁੱਡਸ ਨੂੰ ਆਪਾਂ ਕੀ ਕਰ ਲਿਆ, ਮੋਡੀਫਾਈ ਕਰ ਦਿੰਦਾ, ਪਰ ਸੇਲ ਕਰਦਾ ਹੈ ਗੁੱਡਸ ਨੂੰ, ਬਟ ਕੀ ਕਰ ਲਿਆ, ਜਿਵੇਂ ਇਹਨੇ ਸ਼ੂਗਰ ਲੈ ਲਈ, ਸ਼ੂਗਰ ਕੇਨ ਲੈ ਲਿਆ, ਤਾਂ ਸ਼ੂਗਰ ਕੇਨ ਨੂੰ ਕੀ ਕਰਦਾ, ਸ਼ੂਗਰ ਦੇ ਵਿੱਚ ਕਨਵਰਟ ਕਰਕੇ ਫਰਦਰ ਦੇਤਾ। ਦੈਟ ਆਰ ਕਨਵਰਟਰ ਹੋਲਸੇਲਰਸ। ਡਰੋਪ ਸ਼ਿਪਰ ਮਤਲਬ ਇਹ ਇੱਕ ਕਨੈਕਸ਼ਨ ਬਣਾਉਂਦੇ ਨੇ ਬਿਟਵੀਨ ਦ ਸੈਲਰ ਐਂਡ ਦ ਬਾਇਰ। ਠੀਕ ਹੈ, ਇਹ ਖੁਦ ਨਹੀਂ ਇਹਦੇ ਵਿੱਚ ਇਨਵੋਲਵ ਹੁੰਦੇ, ਬਟ ਅਗਰ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਖੁਦ ਵੀ ਇਨਵੋਲਵ ਹੋ ਜਾਂਦੇ ਨੇ, ਇਹਨਾਂ ਦਾ ਵੀ ਖੁਦ ਦਾ ਲਾਸ ਹੋ ਜਾਂਦਾ, ਬਟ ਇਹ ਇੱਕ ਕਨੈਕਸ਼ਨ ਪ੍ਰੋਵਾਈਡ ਕਰਦੇ ਨੇ ਬਿਟਵੀਨ ਦ ਪ੍ਰੋਡਿਊਸਰਸ ਐਂਡ ਦਾ ਬਾਇਰਸ। ਫਿਰ ਨੈਕਸਟ ਆਪਣੀ ਰਿਟੇਲਰ, ਸਮੋਲ ਸਕੇਲ ਰਿਟੇਲਰਸ ਹੁੰਦੇ ਨੇ ਤੇ ਲਾਰਜ ਸਕੇਲ ਰਿਟੇਲਰਸ ਹੁੰਦੇ ਨੇ। ਸਮੋਲ ਸਕੇਲ ਮਤਲਬ ਯੂਨਿਟ ਸਟੋਰਸ, ਸਟਰੀਟ ਟ੍ਰੇਡਰਸ, ਜਿਵੇਂ ਹੁਣ ਆਪਣੀ ਗਲੀਆਂ ਦੇ ਵਿੱਚ ਹੁੰਦੇ ਨੇ, ਦੀਜ਼ ਆਲ ਆਰ ਦ ਰਿਟੇਲਰਸ। ਮਾਰਕੀਟ ਟ੍ਰੇਡਰਸ ਵੀ ਜਿਹੜੇ ਮਾਰਕੀਟ ਦੇ ਵਿੱਚ ਹੈਲਪ ਕਰਦੇ ਨੇ ਕੈਪਚਰ ਕਰਨ ਲਈ। ਚੀਪ ਜੈਕਸ ਜਿਹੜੇ ਵਿੱਚ ਹੁੰਦੇ ਨੇ ਨਾ, ਵੈਸੇ ਤੁਹਾਨੂੰ ਸਸਤੇ ਦੇ ਵਿੱਚ ਸਮਾਨ ਦਿਲਾ ਦਾਂਗੇ, ਦੈਟ ਆਰ ਦ ਚੀਪ ਜੈਕਸ। ਸਿੰਡੀਕੇਟ ਸਟੋਰਸ ਹੁੰਦੇ ਨੇ ਆਪਣੇ। ਸਿੰਡੀਕੇਟ ਸਟੋਰਸ ਮਤਲਬ ਵੀ ਜਿਹੜੇ ਇਹ ਚੀਜ਼ਾਂ ਨੋਨ ਬ੍ਰਾਂਡਡ ਚੀਜ਼ਾਂ ਆਪਣੇ ਹੁੰਦੇ ਨੇ, ਆਪਣੇ ਏਰੀਆ ਦੇ ਵਿੱਚ ਜ਼ਿਆਦਾ ਹੁੰਦੇ ਨੇ ਕਿ ਕਿੱਥੋਂ ਬਾਹਰੋਂ ਖਰੀਦਦੇ ਨੇ ਨੋਨ ਬ੍ਰਾਂਡਡ, ਜਿਨ੍ਹਾਂ ਦਾ ਕੋਈ ਬ੍ਰਾਂਡ ਨਹੀਂ ਹੁੰਦਾ, ਬਟ ਉਹਨੂੰ ਆਪਣੀ ਸ਼ਾਪ ਦੇ ਅਕੋਰਡਿੰਗ ਆਪਣਾ ਸ਼ਾਪ ਦੇ ਉੱਤੇ ਲੇਬਲ ਲਗਾ ਕੇ ਫਿਰ ਰੀਸੇਲ ਕਰਦੇ ਨੇ, ਦੈਟ ਆਰ ਨੋਨ ਐਜ਼ ਸਿੰਡੀਕੇਟ ਸਟੋਰਸ। ਫਿਰ ਆਪਣੇ ਲਾਰਜ ਸਕੇਲਸ ਹੋ ਗਏ, ਡਿਪਾਰਟਮੈਂਟਲ ਸਟੋਰਸ ਹੋ ਗਏ, ਆਪਣੇ ਚੇਨ ਸਟੋਰਸ ਹੋ ਗਏ, ਮੀਲ ਆਰਡਰ ਹਾਊਸਿਸ, ਸੁਪਰਮਾਰਕੀਟਸ, ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਅੱਜ ਕੱਲ੍ਹ ਆਪਣੀਆਂ ਜ਼ਿਆਦਾ ਚੱਲ ਰਹੀਆਂ ਨੇ। ਅੱਜ ਕੱਲ੍ਹ ਆਪਾਂ ਈਜ਼ੀ ਡੇ ਤੋਂ ਸਮਾਨ ਲੈਂਦੇ ਹਾਂ। ਠੀਕ ਹੈ, ਮੋਰ ਖੁੱਲ੍ਹ ਕੇ ਆਪਣੇ ਇੱਥੇ ਲਹਿਰੇ ਸਾਡੇ ਆਧਾਰ ਖੁੱਲ੍ਹਿਆ ਸੀਗਾ ਜਿਹੜਾ ਨਹੀਂ ਚੱਲ ਪਾਇਆ। ਠੀਕ ਹੈ, ਮਤਲਬ ਆਪਣੇ ਏਰੀਆ ਦੇ ਵਿੱਚ ਇਹ ਸਟੋਰਸ ਚੱਲਣੇ ਬਹੁਤ ਥੋੜ੍ਹੇ ਡਿਫਿਕਲਟ ਹੁੰਦੇ ਨੇ, ਕਿਉਂਕਿ ਵੀ ਰਾਦਰ ਪ੍ਰੈਫਰ ਗੋਇੰਗ ਟੂ ਸਟੋਰਸ, ਵੀ ਰਾਦਰ ਪ੍ਰੈਫਰ ਟੂ ਮਤਲਬ ਵਿਜ਼ਿਟ ਆਰ ਨੀਅਰ ਮਾਰਕੀਟ। ਠੀਕ ਹੈ, ਏਜੰਟਸ ਕਿਹੜੇ ਹੁੰਦੇ ਨੇ? ਡਿਫਰੈਂਟ ਏਜੰਟਸ ਹੁੰਦੇ ਨੇ, ਵਿੱਚ ਬ੍ਰੋਕਰ ਜਿਹੜੇ ਕਨੈਕਸ਼ਨ ਪ੍ਰੋਵਾਈਡ ਕਰਦੇ ਨੇ ਟੂ ਦਾ ਪ੍ਰੋਡਿਊਸਰਸ ਐਂਡ ਵਿਦ ਦ ਹੋਲਸੇਲਰਸ। ਕਮਿਸ਼ਨ ਏਜੰਟਸ ਜਿਹੜੇ ਵਿੱਚ ਕਮਿਸ਼ਨ ਵਾਲੇ ਹੁੰਦੇ ਨੇ। ਸੇਲਿੰਗ ਏਜੰਟਸ, ਫਾਰਵਰਡਿੰਗ ਐਂਡ ਕਲੀਅਰਿੰਗ ਏਜੰਟਸ, ਫੈਕਟਰਸ, ਆਟੋਨਰੀਜ਼। ਮਤਲਬ ਇਹ ਕੀ ਹੈ, ਆਪਾਂ ਹੁਣ ਸਾਰੇ ਇਹਨਾਂ ਦੇ ਬਾਰੇ ਰੀਡ ਆਊਟ ਕਰਾਂਗੇ ਥੋੜਾ। ਠੀਕ ਹੈ, ਮਰਚੈਂਟ ਐਂਡ ਮਿਡਲਮੈਨਸ ਇਹ ਆਪਣੇ ਤੁਸੀਂ ਹੋ ਗਏ ਕਿ ਆਪਾਂ ਨੂੰ ਹਰ ਸਟੈਪ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹਨਾਂ ਕੋਲ ਹਰ ਸਟੈਪ ਦੇ ਵਿੱਚ ਇਹਨਾਂ ਨੂੰ ਇੱਕ ਆਪਣੇ ਗੁੱਡਸ ਨੂੰ ਕੀ ਹੈ ਆਪਣੇ ਕੋਲ ਰੱਖਣਾ ਪੈਂਦਾ। ਹੁਣ ਜਦ ਆਪਣੇ ਕੋਲ ਮਿਡਲਮੈਨ ਹੁੰਦਾ ਤਾਂ ਆਪਾਂ ਕੀ ਹੁੰਦਾ, ਕਈ ਵਾਰ ਆਪਾਂ ਸਟਾਕ ਆਪਣੇ ਕੋਲ, ਪ੍ਰੋਡਿਊਸਰਸ ਅਗਰ ਜ਼ਿਆਦਾ ਸਟਾਕ ਆਪਣੇ ਕੋਲ ਰੱਖਣਗੇ ਤਾਂ ਉਹ ਪ੍ਰੋਡਕਸ਼ਨ ਦੇ ਵੱਲ ਘੱਟ ਧਿਆਨ ਦੇਣਗੇ, ਤਾਂ ਹੋਲਸੇਲਰਸ ਇਹਨਾਂ ਦੀ ਹੈਲਪ ਕਰਦੇ ਨੇ। ਹੋਲਸੇਲਰ ਕੀ ਕਰਦੇ ਨੇ, ਆਪਣੇ ਕੋਲ ਸਟਾਕ ਕੀ ਹੈ ਜਮ੍ਹਾਂ ਕਰ ਲੈਂਦੇ ਨੇ, ਤਾਂ ਕਿ ਜਿਹੜਾ ਪ੍ਰੋਡਕਸ਼ਨ ਯੂਨਿਟ ਹੈ ਉਹ ਸਿਰਫ ਪ੍ਰੋਡਕਸ਼ਨ ਯੂਨਿਟ ਦੇ ਵਿੱਚ ਹੀ ਆਪਣਾ ਮਤਲਬ ਇੰਟਰਸਟ ਜੋ ਹੈ ਪ੍ਰੋਡਕਸ਼ਨ ਯੂਨਿਟ ਦੇ ਵਿੱਚ ਹੀ ਆਪਣੇ ਪ੍ਰੋਸੈਸ ਨੂੰ ਕੰਟੀਨਿਊ ਰੱਖੇ। ਸਾਰੀ ਰਿਸਪੌਂਸਿਬਿਲਿਟੀ ਫਿਰ ਇਹ ਕੌਣ ਫੋਲੋ ਕਰਦਾ? ਇਹ ਹੋਲਸੇਲਰਸ ਫੋਲੋ ਆਊਟ ਕਰਦੇ ਨੇ। ਠੀਕ ਹੈ, ਹੁਣ ਆਪਾਂ ਫੰਕਸ਼ਨ ਹੋਲਸੇਲਰਸ ਦੇ ਫੰਕਸ਼ਨਸ ਕਰਾਂਗੇ। ਹੋਲਸੇਲਰਸ ਕੀ ਹੁੰਦੇ ਨੇ? ਹੋਲਸੇਲਰਸ ਹੁੰਦੇ ਨੇ ਟ੍ਰੇਡਰਸ ਹੁੰਦੇ ਨੇ ਜਿਹੜੇ ਸੈਲ ਕਰਦੇ ਨੇ ਗੁੱਡਸ ਨੂੰ ਅਦਰ ਮਿਡਲਮੈਨ, ਇੰਸਟੀਟਿਊਸ਼ਨਸ, ਇੰਡੀਵਿਜੂਅਲਸ, ਯੂਜੂਅਲੀ ਫੇਅਰ ਲਾਰਜਰ ਕੁਆਂਟੀਟੀਜ਼ ਦੇ ਵਿੱਚ। ਹੁਣ ਅਕੋਰਡਿੰਗ ਟੂ ਅਮਰੀਕਨ ਮੈਨੇਜਮੈਂਟ ਐਸੋਸੀਏਸ਼ਨਸ, wholesalers sell to retailers or other merchants and or individual institutional or commercial users, but they do not sell in significant amount to ultimate consumers। ਹੁਣ ਜਿਵੇਂ ਇਹ ਡਾਇਰੈਕਟ ਅਲਟੀਮੇਟ ਕੰਜ਼ਿਊਮਰਸ ਨੂੰ ਸੈਂਡ ਆਊਟ ਨਹੀਂ ਕਰਦੇ। ਬਹੁਤ ਰੇਅਰ ਕੇਸਿਸ ਹੁੰਦੇ ਕਿ ਹੋਲਸੇਲਰ ਅਲਟੀਮੇਟ ਕੰਜ਼ਿਊਮਰਸ ਨੂੰ ਸੈਂਡ ਆਊਟ ਕਰਦੇ ਨੇ, ਬਟ ਨਹੀਂ, ਇਹ ਜਿਵੇਂ ਹੁਣ ਹੋਲਸੇਲਰਾਂ ਦਾ ਕੰਮ ਕੀ ਹੁੰਦਾ ਵੀ ਜਿਹੜੇ ਹੁਣ ਇੱਕ ਬਿਗ ਫਰਮ ਹੈ, ਸ਼ੂਜ਼ ਦੀ ਫਰਮ ਹੈ, ਉਹਨਾਂ ਨੇ ਕੀ ਕੀਤਾ, ਹੋਲਸੇਲਰ ਨੂੰ ਸਮਾਨ ਦਿੱਤਾ। ਜਿਵੇਂ ਉਹਨਾਂ ਨੇ ਕੀ ਕੀਤਾ, ਮੈਨੂੰ ਸਮਾਨ ਦਿੱਤਾ ਹੋਲਸੇਲਰਸ ਨੂੰ, ਫਿਰ ਮੈਂ ਅੱਗੇ ਕੀ ਕਰੂੰਗੀ, ਜਿੰਨੀਆਂ ਮੇਰੇ ਇੱਥੇ ਆਲੇ ਦੁਆਲੇ ਜਿੰਨੀਆਂ ਵੀ ਮਤਲਬ ਡੋਰ ਟੂ ਸਟੈਪ, ਹੁਣ ਕਸਟਮਰ ਨੂੰ ਮੇਰੇ ਕੋਲ ਆਉਣ ਦੀ ਬਜਾਏ, ਕਸਟਮਰ ਹੁਣ ਮੇਰੇ ਘਰ ਦੇ ਕੋਲ 4 ਦੁਕਾਨਾਂ ਜੁੱਤਿਆਂ ਦੀਆਂ ਦੁਕਾਨਾਂ ਨੇ, ਕਸਟਮਰ ਉਹਦੇ ਕੋਲ ਜਾਣਾ ਜ਼ਿਆਦਾ ਪ੍ਰੈਫਰ ਕਰੂਗਾ, ਕਿਉਂਕਿ ਕਸਟਮਰ ਨੂੰ ਨੇੜੇ ਹੈ ਅਤੇ ਕਸਟਮਰ ਨੂੰ ਚੀਜ਼ ਉੱਥੋਂ ਅਵੇਲੇਬਲ ਮਿਲ ਰਹੀ ਹੈ। ਜਗ੍ਹਾ ਜਗ੍ਹਾ ਉਹ ਹੋਲਸੇਲਰ ਕੋਲ ਜਾ ਨਹੀਂ ਸਕਦਾ। ਫਿਰ ਜਗ੍ਹਾ ਜਗ੍ਹਾ ਇਹਨਾਂ ਸ਼ੌਪਸ ਦੇ ਉੱਤੇ ਕੌਣ ਮਾਲ ਪਹੁੰਚਾਉਂਦਾ? ਕੌਣ? ਸੇ ਆਪਣੇ ਹੋਲਸੇਲਰਸ। ਠੀਕ ਹੈ, ਫਿਰ ਕੀ ਹੁੰਦਾ ਇਹਦੇ ਵਿੱਚ? ਕੀ ਹੋ ਗਿਆ, ਫੰਕਸ਼ਨਸ ਕੀ ਹੈ? ਅਸੈਂਬਲਿੰਗ ਅਤੇ ਬਾਇੰਗ। ਡਿਫਰੈਂਟ ਗੁੱਡਸ ਨੂੰ ਅਸੈਂਬਲ ਕਰਦੇ ਨੇ, ਫਿਰ ਉਹਨੂੰ ਬਾਏ ਕਰਦੇ ਆ। ਵੇਅਰ ਹਾਊਸਿੰਗ ਦੀ ਫੈਸਿਲਿਟੀਜ਼ ਹੁੰਦੀ ਹੈ ਇਹਨਾਂ ਕੋਲ ਕਿ ਇੰਨਾ ਸਟਾਕ ਇਹ ਆਪਣੇ ਕੋਲ ਜਮ੍ਹਾਂ ਕਰਕੇ ਰੱਖਦੇ ਨੇ। ਟਰਾਂਸਪੋਰਟਿੰਗ, ਇਹ ਅਗਰ ਆਪਣਾ ਮਾਲ ਦੂਸਰੀ ਜਗ੍ਹਾ 'ਤੇ ਪਹੁੰਚਾਉਣਾ ਹੁੰਦਾ, ਜਿਵੇਂ ਇਹਨਾਂ ਦੇ ਲਿੰਕਸ ਹੁੰਦੇ ਨੇ, ਜਿਵੇਂ ਹੁਣ ਮੈਂ ਲਹਿਰੇ ਦੇ ਵਿੱਚ ਕੰਮ ਕਰ ਰਹੀ ਹਾਂ ਤਾਂ ਮੇਰਾ ਪੰਜਾਬ ਦੇ ਹਰ ਜਗ੍ਹਾ ਲਿੰਕਸ ਹੋਏਗਾ ਜਿੱਥੇ ਮੇਰਾ ਮਾਲ ਕੀ ਹੋਏਗਾ, ਡਿਲੀਵਰ ਹੋਏਗਾ। ਫਾਈਨੈਂਸਿੰਗ
ਮਤਲਬ ਇਹ ਕ੍ਰੈਡਿਟ ਵੀ ਦਿੰਦੇ ਨੇ ਇਹਨਾਂ ਲੋਕਾਂ ਨੂੰ। ਰਿਸਕ ਬੀਅਰਿੰਗ, ਅਗਰ ਇਹਨਾਂ ਦਾ ਲੋਟ ਖਰਾਬ ਹੋ ਜਾਂਦਾ ਤਾਂ ਰਿਸਕ ਵੀ ਬੀਅਰ ਕਰਦੇ ਆ। ਗ੍ਰੇਡਿੰਗ ਪੈਕੇਜਿੰਗ, ਕਿ ਇਹ ਸਾਡਾ ਅੱਛਾ ਮਾਲ ਹੈ, ਪੈਕੇਜਿੰਗ ਕਰਨਾ ਉਸ ਨੂੰ, ਗੁੱਡਸ ਨੂੰ ਪ੍ਰੋਪਰ ਇੱਕ ਕਾਰਟਨ ਦੇ ਵਿੱਚ ਡਾਲਣਾ। ਠੀਕ ਹੈ। ਡਿਸਪੋਜ਼ਿੰਗ ਐਂਡ ਸੈਲਿੰਗ, ਫਿਰ ਡਿਸਪਰਸ ਕਰਨਾ ਆਪਣੇ ਗੁੱਡਸ ਨੂੰ ਅਤੇ ਸੈਲ ਆਊਟ ਕਰਨਾ। ਪ੍ਰੋਵਾਈਡਿੰਗ ਮਾਰਕੀਟਿੰਗ ਇਨਫੋਰਮੇਸ਼ਨ, ਮਾਰਕੀਟ ਇਨਫੋਰਮੇਸ਼ਨ ਇਹ ਫਿਰ ਹੋਲਸੇਲਰਸ ਕੀ ਨੇ, ਡਿਫਰੈਂਟ ਜਗ੍ਹਾ 'ਤੇ ਹੁਣ ਇਹਨਾਂ ਦੇ ਕੰਟੈਕਟਸ ਨੇ, ਇਹਨਾਂ ਦੇ ਇੱਥੇ ਹੁਣ ਡਿਫਰੈਂਟ, ਹੁਣ ਆਪਣੇ ਪੰਜਾਬ ਦੇ ਵਿੱਚ ਕਿੰਨੇ ਹੀ ਸ਼ਹਿਰ ਨੇ ਜਿਨ੍ਹਾਂ ਦੇ ਉੱਤੇ ਹੋਲਸੇਲਰਸ ਨਾਲ ਹੁਣ ਮੇਰਾ ਕੰਟੈਕਟ ਹੈ, ਐਗਜ਼ਾਮਪਲ ਦੇ ਰਹੀ ਹਾਂ ਮਤਲਬ। ਠੀਕ ਹੈ। ਅਤੇ ਮੇਰਾ ਕੰਟੈਕਟ ਹੈ ਤਾਂ ਮੈਂ ਕੀ ਹੋਏਗੀ, ਡਿਫਰੈਂਟ ਜਗ੍ਹਾ ਤੋਂ ਡਿਫਰੈਂਟ ਕੰਜ਼ਿਊਮਰਸ ਦੇ ਰਿਵਿਊਜ਼ ਲੈ ਕੇ ਆਉਂਗੀ। ਫਿਰ ਮੈਂ ਕੀ ਕਰੂੰਗੀ, ਕੰਜ਼ਿਊਮਰਸ ਦੇ ਰਿਵਿਊਜ਼ ਲੈ ਕੇ ਜਿਹੜਾ ਮੇਰਾ ਮੈਨੂਫੈਕਚਰਰ ਹੋਏਗਾ ਮੈਂ ਉਸਨੂੰ ਡਿਲੀਵਰ ਆਊਟ ਕਰੂੰਗੀ ਕਿ ਤੁਸੀਂ ਆਪਣਾ ਪ੍ਰੋਡਕਟ ਨੂੰ ਇੱਦਾਂ ਇਨੋਵੇਟ ਕਰੋ ਕਿ ਤੁਹਾਡਾ ਪ੍ਰੋਡਕਟ ਜ਼ਿਆਦਾ ਮਾਰਕੀਟ ਦੇ ਵਿੱਚ ਚੱਲੇਗਾ। ਹੁਣ ਇਹਨੂੰ ਆਪਾਂ ਡਿਫਰੈਂਟ ਫੰਕਸ਼ਨਸ ਨੂੰ ਆਪਾਂ ਰੀਡ ਆਊਟ ਕਰਦੇ ਹਾਂ। ਅਸੈਂਬਲਿੰਗ ਐਂਡ ਬਾਇੰਗ, ਅਸੈਂਬਲਿੰਗ ਦਾ ਮਤਲਬ ਕੀ ਹੁੰਦਾ? Assembling implies the collection of small lot of scattered agricultural productions of economic bulk buying. ਇਹਦੇ ਵਿੱਚ ਆਪਾਂ ਬਲਕ ਦੇ ਵਿੱਚ ਬਾਈ ਕਰਦੇ ਹਾਂ। It also means bringing together stock of different manufacturer producing same line of goods. ਮਤਲਬ ਡਿਫਰੈਂਟ ਮੈਨੂਫੈਕਚਰਰਸ ਹੈ। ਜਿਵੇਂ ਮੈਂ ਆਪਣੀ ਸ਼ਾਪ 'ਤੇ ਚੱਪਲ ਬਾਟਾ ਦੀ ਵੀ ਰੱਖਦੀ ਹਾਂ, ਮੈਂ ਆਪਣੀ ਸ਼ਾਪ 'ਤੇ ਚੱਪਲ ਐਡੀਡਾਸ ਦੀ ਵੀ, ਰੀਬੌਕ ਦੀ ਵੀ, ਠੀਕ ਹੈ, ਐਕੋਲਾਈਟ ਦੀ ਵੀ, ਠੀਕ ਹੈ, ਡਿਫਰੈਂਟ ਵੈਰਾਈਟੀਜ਼ ਆਫ ਗੁੱਡਸ ਦੀ ਮੈਂ ਕੀ ਕਰਦੀ ਹਾਂ, ਅਸੈਂਬਲ ਕਰਦੀ ਹਾਂ ਅਤੇ ਆਪਣੀ ਸ਼ਾਪ ਦੇ ਵਿੱਚ ਰੱਖਦੀ ਹਾਂ। Buying comprises of those activity of selection of manufacturer and placing order on them and making special purchase in cases of seasonal products. Buying मतलब फिर मैं assemble करती हूँ कि मैं कितों अपना goods परचेज करना है, फिर मैं अल्टीमेट बाइंग करती हूँ। वेयर हाउसिंग मतलब कि टाइम पीरियड ਦੇ ਵਿੱਚ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ ਦੇ ਵਿੱਚ ਜੋ ਟਾਈਮ ਪੀਰੀਅਡ ਦਾ ਗੈਪ ਹੁੰਦਾ ਆਲਵੇਜ਼ ਹੁੰਦਾ। ਵੀ ਕਾਂਟ ਕੰਜ਼ਿਊਮ, ਮਤਲਬ ਆਪਾਂ ਕਿ ਮੈਗੀ ਵਾਲਿਆਂ ਨੇ ਪ੍ਰੋਡਕਸ਼ਨ ਕੀਤੀ ਤਾਂ ਆਪਾਂ ਨਾਲ ਦੀ ਨਾਲ ਕੀ ਕਰ ਲਈ, ਕੰਜ਼ਿਊਮ ਕਰ ਲਈ। ਨੋ, ਦਿਸ ਇਜ਼ ਨਾਟ ਲਾਈਕ ਦਿਸ। ਆਪਾਂ ਕਿ ਆਲਵੇਜ਼ ਗੈਪ ਹੁੰਦਾ, ਪ੍ਰੋਡਕਸ਼ਨ ਡਿਫਰੈਂਟ ਟਾਈਮ 'ਤੇ ਹੁੰਦੀ ਹੈ, ਕੰਜ਼ੰਪਸ਼ਨ ਡਿਫਰੈਂਟ ਟਾਈਮ 'ਤੇ ਹੁੰਦੀ ਹੈ। ਇਸ ਨੂੰ ਪ੍ਰੀਜ਼ਰਵ ਕਰਨ ਲਈ ਵੀ ਨੀਡ ਅ ਵੇਅਰ ਹਾਊਸਿਸ ਫੈਸਿਲਿਟੀ। ਤਾਂ ਇਹ ਕੀ ਹੈ, ਹੋਲਸੇਲਰ ਆਪਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੀਆਂ ਨੇ। ਠੀਕ ਹੈ। ਕਿਉਂਕਿ ਰਿਟੇਲਰਸ ਕੋਲ ਇੰਨਾ ਕੈਪੀਟਲ ਨਹੀਂ ਹੁੰਦੀ ਕਿ ਦੇ ਆਰਗੇਨਾਈਜ਼ ਅ ਵੇਅਰ ਹਾਊਸਿਸ ਟੂ ਸਟੋਰ ਦੇਅਰ ਗੁੱਡਸ। ਟਰਾਂਸਪੋਰਟਿੰਗ ਫੈਸਿਲਿਟੀਜ਼ ਵੀ ਆਪਾਂ ਨੂੰ ਪ੍ਰੋਵਾਈਡ ਕਰਦੇ ਨੇ। ਇਟ in the process of assembling and warehousing and resale, wholesalers do undertake transportation of goods from producer to the warehouses. ਉਹਨਾਂ ਨੂੰ ਅਸੈਂਬਲ ਕਰਨਾ ਗੁੱਡਸ, ਉਹਨਾਂ ਨੂੰ ਕੀ ਹੋਏਗਾ ਕਿ ਪ੍ਰੋਡਿਊਸਰਸ ਤੋਂ ਆਪਣੇ ਵੇਅਰ ਹਾਊਸਿਸ ਦੇ ਵਿੱਚ ਚਾਹੀਦਾ, ਫਿਰ ਆਪਣੇ ਬੈਕ ਟੂ ਰਿਟੇਲਰਸ ਕੋਲ ਆਪਾਂ ਨੂੰ ਚਾਹੀਦੀ ਹੈ ਫੈਸਿਲਿਟੀਜ਼। ਤਾਂ ਮੈਨੂੰ ਇਹਦੇ ਲਈ ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਦੀ ਜ਼ਰੂਰਤ ਹੈ। ਠੀਕ ਹੈ। ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਜ਼ਰੂਰਤ ਪੈਂਦੀ ਹੈ। ਫਾਈਨਾਂਸਿੰਗ ਮਤਲਬ ਅੰਡਰਟੇਕਿੰਗ ਮਾਰਕੀਟਿੰਗ ਫਾਈਨਾਂਸਿੰਗ, ਕ੍ਰੈਡਿਟ ਵੀ ਦਿੰਦੇ ਨੇ ਰਿਟੇਲਰਸ ਨੂੰ ਤਾਂ ਕਿ ਇਹ ਫਾਈਨੈਂਸ਼ੀਅਲ ਬਰਡਨ ਰਿਮੂਵ ਹੋ ਜਾਂਦਾ ਮੈਨੂਫੈਕਚਰਰਸ ਦੇ ਵਿੱਚੋਂ। ਠੀਕ ਹੈ। ਸਟਾਕ ਦਾ ਵੀ, ਕਿਉਂਕਿ ਉਹਨਾਂ ਨੂੰ ਹੁਣ ਅਗਰ ਜ਼ਿਆਦਾ ਸਟਾਕ ਰੱਖਣਗੇ ਮੈਨੂਫੈਕਚਰਰਸ ਆਪਣੇ ਕੋਲ ਤਾਂ ਉਹ ਪ੍ਰੋਡਕਸ਼ਨ ਯੂਨਿਟ ਉਹਨਾਂ ਨੂੰ ਅਵੋਇਡ ਕਰੇਗੀ ਕਿ ਆਲਰੇਡੀ ਸਾਡੇ ਕੋਲ ਸਟਾਕ ਪਿਆ ਹੈ ਤਾਂ ਵੀ ਕਾਂਟ ਪ੍ਰੋਡਿਊਸ ਮੋਰ ਸਟਾਕ। ਤਾਂ ਇਹ ਹੋਲਸੇਲਰ ਹੈਲਪ ਆਊਟ ਕਰਦੇ ਨੇ ਅਤੇ ਕ੍ਰੈਡਿਟ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰਦੇ ਨੇ ਰਿਟੇਲਰਸ ਨੂੰ ਕਿ ਦੇ ਡੋਂਟ ਫੀਲ ਦ ਬਰਡਨ ਟੂ ਪੇ ਦੇਅਰ ਕੈਸ਼ ਟੂ ਦ ਇਮੀਡੀਏਟਲੀ ਟੂ ਦ ਹੋਲਸੇਲਰਸ। ਓਕੇ, ਦੇ ਡੋਂਟ ਫੀਲ ਦੈਟ ਬਰਡਨ। ਰਿਸਕ ਬੀਅਰਿੰਗ ਕੀ ਹੁੰਦਾ ਕਿ ਰਿਸਕਸ ਆਰ ਇਨਹੈਰੈਂਟ ਇਨ ਬਿਜ਼ਨਸ। ਵੀ these are inbuilt in business कि risk is always there. If there is no risk, there is no business, there is no profit, which are to be born and shifted. पैदा ਹੁੰਦਾ ਤੇ shift ਹੋ ਜਾਂਦਾ। Wholesaler bear the risk of loss of change in prices, of damage, deterioration, because ਕੀ ਹੁੰਦਾ, wholesalers are those units which warehouses the goods. So they have to bear the losses of the prices, they have to bear the loss of damage, they have to bear the loss of deterioration of their products. ठीक है। अगर ख़राब हो जाता है क्वालिटी, पिलफरेज, थेफ्ट, फायर, ये चीज़ों का नुकसान की हो जाएगा, स्टोरेज के विच नुकसान होंदा तो की होंदा तो अल्टीमेट कौन बेयर करता इसनूं, होलसेलर। दे ऑल्सो बेयर द रिस्क ऑफ नॉन और अंडर पेमेंट बाय द रिटेलर्स। मतलब ਇਹ ਵੀ ਸਿਚੁਏਸ਼ਨਸ ਆਉਂਦੀਆਂ ਨੇ ਆਪਣੇ ਕੋਲ, ਸਿਚੁਏਸ਼ਨਸ ਆਉਂਦੀਆਂ ਨੇ ਜਿਹਦੇ ਵਿੱਚ ਕੀ ਹੁੰਦਾ ਕਈ ਵਾਰ ਆਪਣੇ ਰਿਟੇਲਰਸ ਦੇ ਕਾਂਟ ਪੇ ਦ ਐਕਚੁਅਲ ਅਮਾਊਂਟ ਟੂ ਦ ਹੋਲਸੇਲਰਸ। ਠੀਕ ਹੈ। ਇਹ ਵੀ ਮਤਲਬ ਆਪਾਂ ਹੋਲਸੇਲਰਸ ਆਪਣਾ ਹੈਲਪ ਆਊਟ ਕਰਦੇ ਆ। ਗ੍ਰੇਡਿੰਗ ਕਰਦੇ ਨੇ ਸਾਈਜ਼ਿਸ, ਕੁਆਲਿਟੀਜ਼ ਕਿ ਜੋ ਅੱਛਾ ਹੁੰਦਾ ਉਹਨੂੰ ਅਲੱਗ ਕਰਦੇ ਹਾਂ। ਗ੍ਰੇਡਿੰਗ ਆਪਾਂ ਨੇ ਪਿਛਲੇ ਕਲਾਸ ਦੇ ਵਿੱਚ ਪੜ੍ਹਿਆ, ਗ੍ਰੇਡਿੰਗ ਦ ਪ੍ਰੋਡਕਟਸ। ਫਿਰ ਪੈਕੇਜਿੰਗ ਸਭ ਇਹਦਾ ਧਿਆਨ ਰੱਖਦੇ ਹਾਂ। ਡਿਸਪੋਜ਼ਿੰਗ ਐਂਡ ਸੈਲਿੰਗ, ਗੁੱਡਸ ਨੂੰ ਡਿਫਰੈਂਟ ਰਿਟੇਲਰਸ ਤੋਂ ਆਪਾਂ ਸੇਲ ਆਊਟ ਕਰਦੇ ਹਾਂ। ਪ੍ਰੋਵਾਈਡਿੰਗ ਮਾਰਕੀਟ ਇਨਫੋਰਮੇਸ਼ਨ, ਉਹੀ ਚੀਜ਼ ਹੋ ਗਈ ਕਿ ਡਿਫਰੈਂਟ ਵੇਰੀਅਸ ਰਿਟੇਲਰਸ ਤੋਂ ਇਹ ਮਾਰਕੀਟ ਇਨਫੋਰਮੇਸ਼ਨ ਗੈਦਰ ਕਰਦੇ ਨੇ, ਫਿਰ ਇਹ ਆਪਣੇ ਮੈਨੂਫੈਕਚਰਰਸ ਨੂੰ ਪ੍ਰੋਵਾਈਡ ਕਰਦੇ ਨੇ ਕਿ now that is the changing market condition and you have to adapt according to the market situations which are demanding by the consumers.
ਨੈਕਸਟ ਕੀ ਹੈ ਸਰਵਿਸਿਜ਼। ਹੁਣ ਇਹ ਸਰਵਿਸਿਜ਼ ਕੀ ਪ੍ਰੋਵਾਈਡ ਕਰਦੇ ਨੇ, ਇਹ ਤਾਂ ਹੋ ਗਿਆ ਕਿ ਇਹਨਾਂ ਦਾ ਫੰਕਸ਼ਨਸ ਕੀ ਨੇ, ਠੀਕ ਹੈ। ਦੀਜ਼ ਆਰ ਦਾ ਫੰਕਸ਼ਨਸ ਆਫ ਵੇਅਰ ਹਾਊਸਿਸ, ਠੀਕ ਹੈ। ਦੀਜ਼ ਆਰ ਦਾ ਫੰਕਸ਼ਨਸ ਆਫ ਹੋਲਸੇਲਰਸ, ਠੀਕ ਹੈ। ਹੁਣ ਕੀ ਹੈ ਸਰਵਿਸਿਜ਼, ਕੀ ਸਰਵਿਸਿਜ਼ ਰੈਂਡਰ ਕਰਦੇ ਨੇ ਵੇਰੀਅਸ ਲੋਕਾਂ ਨੂੰ। ਸਰਵਿਸਿਜ਼ ਕੀ ਹੈ, ਮੈਨੂਫੈਕਚਰਰਸ ਨੂੰ ਪਹਿਲਾਂ ਸਰਵਿਸਿਜ਼ ਕੀ ਪ੍ਰੋਵਾਈਡ ਕਰਦੇ ਨੇ, ਕਿਉਂਕਿ ਦੋ ਚੀਜ਼ਾਂ ਨਾਲ ਇਹਨਾਂ ਦਾ ਕਨੈਕਸ਼ਨ ਹੁੰਦਾ, ਮੈਨੂਫੈਕਚਰਰਸ ਨਾਲ ਅਤੇ ਸੈਲਰਸ ਨਾਲ। ਦੇ ਆਰ ਨਾਟ ਕਨੈਕਟਡ ਬਾਏ ਦਾ ਕੰਜ਼ਿਊਮਰਸ, ਬਿਕੋਜ਼ ਕੰਜ਼ਿਊਮਰਸ ਨਾਲ ਕੌਣ ਕਨੈਕਟ ਹੋਣਗੇ, ਆਪਣੇ ਰਿਟੇਲਰਸ। ਇਹਨਾਂ ਦਾ ਆਪਾਂ ਦੋ ਸਰਵਿਸਿਜ਼ ਪ੍ਰੋਵਾਈਡ ਕਰਾਂਗੇ, ਸਰਵਿਸਿਜ਼ ਟੂ ਦ ਮੈਨੂਫੈਕਚਰਰ, ਸਰਵਿਸਿਜ਼ ਟੂ ਦ ਰਿਟੇਲਰਸ। ਇਕੋਨਮੀਜ਼ ਆਫ ਸਕੇਲ, ਦ ਹੋਲਸੇਲਰਸ ਹੁਣ ਲੋਟ ਬਾਏ ਕਰ ਲੈਂਦੇ ਨੇ ਬਲਕ ਦੇ ਵਿੱਚ। ਦ ਬਲਕ ਸੈਲਿੰਗ ਆਫ ਫॉर ਮੈਨੂਫੈਕਚਰਰਸ, ਉਹਨਾਂ ਨੂੰ ਮੈਨੂਫੈਕਚਰਰਸ ਕੋਲ ਇੱਕ ਬੈਨੀਫਿਟ ਪ੍ਰੋਵਾਈਡ ਹੁੰਦਾ ਕਿ ਇਹਨਾਂ ਦਾ ਲਾਰਜ ਪ੍ਰੋਡਕਸ਼ਨ ਯੂਨਿਟਸ ਇਹਨਾਂ ਦਾ ਸੇਲ ਆਊਟ ਹੋ ਜਾਂਦਾ ਹੈ। ਬਲਕ ਸੇਲਿੰਗ ਸਪੋਰਟਸ ਬਲਕ ਮੈਨੂਫੈਕਚਰਿੰਗ ਔਨ ਦਾ ਪਾਰਟ ਆਫ ਪ੍ਰੋਡਿਊਸਰ, ਕਿ ਆਪਾਂ ਨੂੰ ਹੁੰਦਾ ਨਾ ਕਿ ਆਪਣਾ ਸਮਾਨ ਇੱਕ ਵਾਰ ਆਪਣੇ ਤੋਂ ਸਟਾਕ ਕੋਲੋਂ ਨਿਕਲ ਜੇ। ਨਾਓ ਰੈਸਟ ਇਜ਼ ਦ ਰਿਸਪੋਂਸਿਬਿਲਿਟੀ ਆਫ ਦ ਹੋਲਸੇਲਰਸ, ਠੀਕ ਹੈ। ਆਪਣਾ ਕੰਮ ਕੀ ਹੁੰਦਾ ਕਿ ਆਪਣੇ ਇੱਕ ਵਾਰ ਆਪਣਾ ਪ੍ਰੋਡਿਊਸਰ ਦਾ ਕੰਮ ਕੀ ਹੋ ਗਿਆ ਕਿ ਉਸਦਾ ਇੱਕ ਬਲਕ ਦੇ ਵਿੱਚ ਕੀ ਨਿਕਲ ਜੇ, ਆਰਡਰ ਨਿਕਲ ਜੇ, ਠੀਕ ਹੈ। ਇਹ ਵੀ ਹੈਲਪ ਆਊਟ ਕਰਦੇ ਨੇ। ਸੇਵਿੰਗ ਇਨ ਟਾਈਮ ਐਂਡ ਟਰਬਲ, ਹੁਣ ਕਿਤੇ ਮੈਨੂਫੈਕਚਰਰਸ ਨੂੰ ਕੀ ਕਰਨਾ, ਸਪਲਾਈ ਕਰਨਾ ਗੁੱਡ ਸਮਾਲ ਲੋਟਸ ਦੇ ਵਿੱਚ, ਉਹਨਾਂ ਨੂੰ ਕਿੰਨਾ ਡਿਫਿਕਲਟ ਹੋ ਜਾਂਦਾ, ਉਹਨਾਂ ਦਾ ਟਾਈਮ, ਟਰਬਲ, ਟ੍ਰੇਜਰਸ, ਉਹਨਾਂ ਨੂੰ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ, ਠੀਕ ਹੈ। ਉਹ ਪ੍ਰੋਡਕਸ਼ਨ ਦੇ ਵਿੱਚ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ, ਫਿਰ ਉਹਨਾਂ ਦਾ ਧਿਆਨ ਕਿਹਦੇ ਵਿੱਚ ਹੋਏਗਾ, ਡਿਸਟ੍ਰੀਬਿਊਸ਼ਨ ਦੇ ਵਿੱਚ। ਰੈਗੂਲਰਾਈਜੇਸ਼ਨ ਆਫ ਪ੍ਰੋਡਕਸ਼ਨ ਸਾਈਕਲ, ਹੁਣ ਕੀ ਹੁੰਦਾ ਕਿ ਡਿਮਾਂਡ ਆਉਂਦੀ ਰਹਿੰਦੀ ਹੈ ਇਹਨਾਂ ਕੋਲ। ਹੋਲਸੇਲ ਗਿਵਸ ਦ ਐਕਚੁਅਲ ਐਂਡ ਪੋਟੈਂਸ਼ੀਅਲ ਡਿਮਾਂਡ ਕੰਡੀਸ਼ਨ ਬੀਇੰਗ ਇਨ ਕਲੋਜ਼ ਕੰਟੈਕਟ ਵਿਦ ਦ ਰਿਟੇਲਰਸ, ਕਿਉਂਕਿ ਇਹ ਰਿਟੇਲਰਸ ਨਾਲ ਕਲੋਜ਼ ਕੰਟੈਕਟ ਇਹਨਾਂ ਦਾ ਹੋ ਜਾਂਦਾ ਹੈ। ਤਾਂ ਜਿਹੜੀ ਐਕਚੁਅਲ ਡਿਮਾਂਡ ਹੁੰਦੀ ਹੈ ਇਹ ਜਲਦੀ ਤੋਂ ਕੀ ਕਰ ਸਕਦੇ ਆ, ਮੈਨੂਫੈਕਚਰਰ ਨੂੰ ਦੇ ਸਕਦੇ ਆ। ਤਾਂ ਮੈਨੂਫੈਕਚਰਰਸ ਜਿਹੜੇ ਪ੍ਰੋਡਕਸ਼ਨ ਹੁੰਦੇ ਆ ਕੰਟੀਨਿਊਸ ਐਕਟੀਵਿਟੀ ਪਰਫਾਰਮ ਕਰਦੇ ਨੇ, ਠੀਕ ਹੈ। ਬਿਕੋਜ਼ ਦ ਹੋਲਸੇਲਰ ਐਕਟ ਐਜ਼ ਅ ਸੇਫਟੀ ਵੈਲਿਊ ਟੂ ਸਮੂਦਨ ਦ ਸੀਜ਼ਨਲ ਡਿਮਾਂਡ ਐਂਡ ਰੈਗੂਲਰ ਸਪਲਾਈ ਐਂਡ ਵਾਈਸ ਵਰਸਾ, ਕਿ ਜਦ ਸੀਜ਼ਨਲ ਡਿਮਾਂਡ ਆਏਗੀ ਹੋਲਸੇਲਰ ਹੀ ਪ੍ਰੋਡਕਸ਼ਨ ਮਤਲਬ ਹੋਲਸੇਲਰ ਹੀ ਅੱਗੇ ਗੁੱਡਸ ਨੂੰ ਡਿਲੀਵਰ ਕਰਦੇ ਆ। ਬੈਟਰ ਯੂਜ਼ ਆਫ ਕੈਪੀਟਲ, ਹੁਣ ਪ੍ਰੋਡਿਊਸਰਸ ਰਾਦਰ ਉਹ ਆਪਣੀ ਕੈਪੀਟਲ ਕੀਤੇ ਕੰਜ਼ਿਊਮ ਕਰਨਗੇ ਕਿ ਆਪਣੀ ਕੈਪੀਟਲ ਆਪਣਾ ਪੈਸਾ ਵੇਅਰ ਹਾਊਸਿਸ 'ਤੇ ਲਗਾਉਣ ਦੀ ਬਜਾਏ ਇਹ ਪ੍ਰੋਡਕਸ਼ਨ ਸਾਈਕਲ ਨੂੰ ਹੀ ਆਪਣੇ ਗੁੱਡਸ ਨੂੰ ਹੀ ਕੀ ਕਰਨਗੇ, ਇੰਪਰੂਵ ਕਰਨਗੇ, ਠੀਕ ਹੈ। ਨਾਓ ਹੀ ਇਜ਼ ਯੂਜ਼ਿੰਗ ਦੋਜ਼ ਫੰਡਸ ਇਨ ਪ੍ਰੋਡਕਸ਼ਨ ਬਿਕੋਜ਼ ਦ ਹੋਲਸੇਲਰਸ ਹੈਵ ਟੇਕਨ ਦ task of stock holding. Okay, price stabilization. In absence of wholesaler, there would have been violent price fluctuation harming the interest of the consumers and the wholesalers. अगर अपने कोल wholesalers नहीं होंगे ना तो consumers ਨੂੰ प्राइस ਦਾ fluctuation rate always ਉਹਨਾਂ ਨੂੰ फेस अप करना पएगा। इट इज़ द होलसेलर हू मैच सीजनल डिमांड एंड सप्लाई द रेगुलर डिमांड एंड सप्लाई, कि एक होलसेलर्स ਹੁੰਦੇ ਨੇ ਜਿਹੜੇ ਆਪਣੇ ਸੀਜ਼ਨਲ ਡਿਮਾਂਡ ਨੂੰ ਕੰਟਰੋਲ ਕਰਕੇ ਰੱਖਦੇ ਨੇ, ਸਪਲਾਈ ਨੂੰ ਕੰਟਰੋਲ ਕਰਦੇ ਨੇ ਐਂਡ ਦੇ ਕੰਟਰੋਲ ਦ ਰੈਗੂਲਰ ਡਿਮਾਂਡ ਐਂਡ ਦ ਸਪਲਾਈ। ਇਟ ਰਿਡਿਊਸਿਸ ਦ ਵੇਗਰੀਜ਼ ਆਫ ਐਕਸਟ੍ਰੀਮਸ ਵਿਚ ਆਰ ਡੈਡਲੀ, मतलब ਕੀ ਹੁੰਦਾ ਵੇਗਰੀ मतलब ਕਿ ਇਹ ਅਨਐਕਸਪੈਕਟਡ ਚੇਂਜ, ਅਨਐਕਸਪੈਕਟਡ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਸ ਨੂੰ ਕੀ ਕਰ ਸਕਦੇ ਨੇ, ਇਹ ਹੋਲਸੇਲਰ ਕੀ ਕਰਦੇ ਨੇ, ਰਿਡਿਊਸ ਕਰਦੇ ਨੇ, ਠੀਕ ਹੈ। ਫਿਰ ਨੈਕਸਟ ਕੀ ਹੈ ਸਰਵਿਸਿਜ਼ ਟੂ ਦ ਰਿਟੇਲਰਸ, ਇਹ ਕੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਰਿਟੇਲਰਸ ਨੂੰ। ਹੁਣ ਆਪਾਂ ਨੇ ਕੀ ਪੜ੍ਹਿਆ ਸੀ, ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਮੈਨੂਫੈਕਚਰਰਸ। ਹੁਣ ਇਹ ਸਟੋਕ ਰਿਪਲੈਂਚਮੈਂਟ, मतलब ਕੀ ਹੁੰਦਾ, ਬਾਈ ਵੈਰੀ ਨੇਚਰ ਦ ਰਿਟੇਲਰ ਇਜ਼ ਕੈਰਿੰਗ ਔਨ ਵਾਈਡ ਵੈਰਾਈਟੀ ਆਫ ਗੁੱਡਸ ਇਨ ਸਮॉल ਲੋਟਸ ਟੂ ਮੀਟ ਵੇਰੀਡ ਰਿਕੁਆਇਰਮੈਂਟਸ ਆਫ ਦ ਕੰਜ਼ਿਊਮਰਸ। ਇਹ ਸਮॉल ਲੋਟ ਪਰਚੇਜ਼ ਕਰਦੇ ਨੇ। ਦੇ ਆਰ ਨਾਟ ਲਾਈਕ ਦ ਹੋਲਸੇਲਰਸ ਹੂ ਪਰਚੇਜ਼ ਦ ਸਟਾਕ ਇਨ ਅ ਬਲਕ, but they purchase the stock in a small lots to vary the requirements of the consumers, different consumers. He is neither, ਉਹਨਾਂ ਕੋਲ ਇੰਨੀ ਜ਼ਿਆਦਾ ਸਪੇਸ ਨਹੀਂ ਹੁੰਦੀ, ਨਾ ਤਾਂ ਇੰਨਾ ਫਾਈਨੈਂਸ ਹੁੰਦਾ ਕਿ ਉਹ ਮਤਲਬ ਵੇਅਰ ਹਾਊਸਿਸ ਬਣਾ ਸਕਣ ਜਾਂ ਇੰਨੇ ਸਟਾਕ ਨੂੰ ਆਪਣੇ ਕੋਲ ਰੱਖ ਸਕਣ। ਇਟ ਇਜ਼ ਦਾ ਹੋਲਸੇਲਰਸ ਜੋ ਇਹਨਾਂ ਨੂੰ ਸਟਾਕ ਨੂੰ ਮਤਲਬ ਵਿਦਾਊਟ ਐਨੀ ਕਮਿਟਮੈਂਟ ਸਪੇਸ ਪ੍ਰੋਵਾਈਡ ਕਰਦਾ ਅਤੇ ਵਿਦਾਊਟ ਐਨੀ ਕਮਿਟਮੈਂਟ ਇਹਨਾਂ ਨੂੰ ਫ੍ਰੀ ਕ੍ਰੈਡਿਟ ਫੈਸਿਲਿਟੀ ਪ੍ਰੋਵਾਈਡ ਕਰਦੇ। ਸੇਵਿੰਗ ਇਨ ਕੋਸਟ ਐਂਡ ਟਾਈਮ, ਇਹਦੇ ਵਿੱਚ ਕੀ ਹੁੰਦਾ ਕਿ ਰਿਟੇਲਰ ਸੇਵ ਗੁੱਡ ਡੀਲ ਆਫ ਟਾਈਮ ਐਂਡ ਕੋਸਟ ਬਾਈ ਪਲੇਸਿੰਗ ਆਰਡਰ ਵਿਦ ਦ ਹੋਲਸੇਲਰ। ਮੈਨੂਫੈਕਚਰਰਸ ਅਤੇ ਪ੍ਰੋਡਿਊਸਰਸ ਦਾ ਇਹਨਾਂ ਕੋਲ ਮਤਲਬ ਇਹਨਾਂ ਨੂੰ ਡਾਇਰੈਕਟ ਉਹਨਾਂ ਕੋਲ ਨਹੀਂ ਜਾਣਾ ਪੈਂਦਾ ਕਿਉਂਕਿ ਇਹਨਾਂ ਨੂੰ ਈਜ਼ੀਲੀ ਅਵੇਲੇਬਲ ਹੋ ਜਾਂਦਾ ਹੋਲਸੇਲਰ ਕੋਲ, ਤਾਂ ਇਹਨਾਂ ਦਾ ਕੀ ਹੈ ਟਾਈਮ ਵੀ ਬਚਦਾ ਅਤੇ ਕੋਸਟ ਵੀ ਬਚਦੀ ਹੈ। ਇਕੋਨਮੀ ਇਨ ਟਰਾਂਸਪੋਰਟ ਐਂਡ ਪੈਕਿੰਗ, ਕਿਉਂਕਿ ਹੁਣ ਕੀ ਹੈ ਇਹਨਾਂ ਕੋਲ ਡੋਰ ਸਟੈਪ ਦੀ ਸਰਵਿਸਿਜ਼ ਮਿਲ ਜਾਂਦੀ ਹੈ ਲੀਸਟ ਕੋਸਟ, ਕਿਉਂਕਿ ਹੋਲਸੇਲਰਸ ਆਪਣਾ ਬਲਕ ਦੇ ਵਿੱਚ ਪ੍ਰੋਡਿਊਸ ਕਰਦੇ ਆ ਅਤੇ ਬਲਕ ਦੇ ਵਿੱਚ ਹੀ ਇਹਨਾਂ ਨੂੰ ਪੈਕਿੰਗ ਕਰਕੇ ਆਪਣਾ ਗੁੱਡਸ ਇਹਨਾਂ ਨੂੰ ਪ੍ਰੋਵਾਈਡ ਕਰਦੇ ਆ ਤਾਂ ਇਹਨਾਂ ਦੀ ਪੈਕਿੰਗ 'ਤੇ ਉਹਦੀ ਕੋਸਟ ਬਚਦੀ ਹੈ। ਬੈਟਰ ਯੂਜ਼ ਆਫ ਲਿਮਿਟਿਡ ਕੈਪੀਟਲ, ਰਿਟੇਲਰ ਰੀਪਲੈਨਿਸ਼ ਸਟਾਕ ਐਜ਼ ਐਂਡ ਵੈਨ ਦੇ ਰਿਕੁਆਇਰ ਵਿਦ ਦ ਰੈਡੀ ਸਟਾਕ ਹੈਲਡ ਬਾਈ ਦ ਹੋਲਸੇਲਰਸ। ਇਹ ਉਦੋਂ ਹੀ ਪਲਾਨ ਕਰ ਸਕਦੇ ਨੇ ਜਦੋਂ ਇਹਨਾਂ ਨੂੰ ਚਾਹੀਦਾ ਸਟਾਕ। ਇਨ ਐਬਸੈਂਸ ਆਫ ਹੋਲਸੇਲਰ ਰਿਟੇਲਰ ਵੁੱਡ ਹੈਵ ਬੀਨ ਫੋਰਸ ਟੂ ਹੋਲਡ ਲਾਰਜਰ ਸਟਾਕ ਆਫ ਵਾਈਡ ਵੈਰਾਈਟੀ ਆਫ ਪ੍ਰੋਡਕਟ ਇਨਵੋਲਵਿੰਗ ਹਿਊਜ ਕੈਪੀਟਲ ਲੌਕਅਪ ਐਂਡ ਦ ਰਿਸਕ ਆਫ ਲੋਸਿਸ ਐਂਡ ਵੇਰੀਅਸ ਫੰਡਸ। ਮਤਲਬ ਇਹਨਾਂ ਦੀ ਹਿਊਜ ਕੈਪੀਟਲ
ਲੌਕਅਪ ਹੋ ਜਾਂਦੀ ਹੈ। ਮਤਲਬ ਕੀ ਹੋ ਜਾਂਦਾ ਹੈ, ਇੱਕ ਵਾਰ ਇਹਨਾਂ ਨੇ ਗੁੱਡਸ ਪਰਚੇਸ ਕਰ ਲਏ, ਅਗਰ ਉਹ ਨਹੀਂ ਸੈੱਲ ਹੋ ਰਹੇ ਬਲਕ ਦੇ ਵਿੱਚ ਤਾਂ ਉਹਨਾਂ ਦੀ ਕੈਪੀਟਲ ਤਾਂ ਪੈਸਾ ਤਾਂ ਉੱਥੇ ਲੱਗਿਆ ਰਹਿ ਗਿਆ ਨਾ। ਤਾਂ ਇਹ ਫੈਸਿਲਿਟੀਜ਼ ਕੌਣ ਪ੍ਰੋਵਾਈਡ ਕਰ ਦਿੰਦਾ ਆਪਾਂ ਨੂੰ? ਹੋਲਸੇਲਰ। expert knowledge, wholesaler being specialized in a particular line have expert knowledge and experience on changing market conditions. They have the experience of changing market conditions. This is passed on to the retailer, then the wholesaler pass these changing information to the retailers on which he can capitalize. ठीक है, रिटेलर फिर ਉਹਦੇ ਵਿੱਚ ਇਹ ਇਨਫੋਰਮੇਸ਼ਨ ਗੇਨ ਕਰਕੇ ਫਿਰ ਉਸ ਦੇ ਅਕੋਰਡਿੰਗ ਉਹ ਆਪਣੀ ਇਨਕਮ ਨੂੰ ਕੈਪੀਟਲਾਈਜ਼ ਕਰੇਗਾ। ਓਕੇ, ਹੋਲਸੇਲਰ ਬ੍ਰਿੰਗਸ ਟੂ ਹਿਸ ਨੋਟਿਸ ਨਿਊ ਪ੍ਰੋਡਕਟ, ਅੰਡਰਟੇਕ ਸੇਲ ਪ੍ਰੋਮੋਸ਼ਨ ਇਨ ਦ ਐਡਵਾਂਟੇਜ ਆਫ ਵਿਚ ਗੋਜ਼ ਟੂ ਹਿਮ ਇਨ ਇਨਕਰੀਜ਼ ਸੇਲਸ ਐਂਡ ਪ੍ਰੋਫਿਟਸ। ਫਿਰ ਉਹਨੂੰ ਨਿਊ ਪ੍ਰੋਡਕਟ ਦੀ ਇਨਫੋਰਮੇਸ਼ਨ ਮਿਲ ਜੇਗੀ ਤਾਂ ਉਹਦੇ ਵਿੱਚ ਸੇਲ ਤੇ ਪ੍ਰੋਫਿਟ ਕੀ ਕਰਦਾ? ਇਨਕਰੀਜ਼ ਕਰਦਾ। ਠੀਕ ਹੈ, ਫਿਰ ਟਾਈਪਸ ਆਫ ਹੋਲਸੇਲਰਸ, ਫੁੱਲ ਫੰਕਸ਼ਨ, ਕਨਵਰਟਰ ਐਂਡ ਡਰੋਪ ਸ਼ਿਪਰ। ਇਹ ਉਹੀ ਚੀਜ਼ਾਂ ਨੇ ਜੋ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਨੇ। ਫੁੱਲ ਫੰਕਸ਼ਨ ਮਤਲਬ ਇਹ ਸਾਰੇ ਫੰਕਸ਼ਨਸ ਪ੍ਰੋਵਾਈਡ ਕਰਦੇ ਨੇ। ਅਸੈਂਬਲ ਕਰਨਾ, ਜੋ ਵੀ ਹੋਲਸੇਲਰ ਦਾ ਫੰਕਸ਼ਨ ਹੁੰਦਾ ਦੇ ਪਰਫਾਰਮ ਆਲ ਦੀਜ਼ ਆਰ ਫੰਕਸ਼ਨਸ। ਅਕਾਊਂਟਿੰਗ ਕਰਨੀ, ਅਸੈਂਬਲ ਕਰਨਾ ਪ੍ਰੋਡਕਟ ਨੂੰ ਡਿਫਰੈਂਟ, ਕਿਉਂਕਿ ਆਪਾਂ ਇੱਕ ਮੈਨੂਫੈਕਚਰਰ ਤੋਂ ਗੁੱਡਸ ਨਹੀਂ ਲੈਂਦੇ, ਆਪਾਂ ਡਿਫਰੈਂਟ ਮੈਨੂਫੈਕਚਰਰਸ ਤੋਂ ਗੁੱਡ ਲੈਂਦੇ ਹਾਂ ਗੁੱਡਸ ਲੈਂਦੇ। ਦੈਟ ਮੀਨਸ ਵੀ ਹੈਵ ਟੂ ਅਸੈਂਬਲ ਆਰ ਪ੍ਰੋਡਕਟ ਅਕੋਰਡਿੰਗ ਟੂ ਦ ਸਿਚੁਏਸ਼ਨਸ। ਆਪਾਂ ਫਿਰ ਸਟਾਕ ਨੂੰ ਕੈਰੀ ਕਰਦੇ ਹਾਂ ਵੇਅਰ ਹਾਊਸਿਸ ਦੇ ਵਿੱਚ। ਫਿਰ ਆਪਾਂ ਸਮੋਲਰ ਲੋਟ ਦੇ ਵਿੱਚ ਆਪਣੇ ਸਟਾਕ ਨੂੰ ਕੀ ਕਰਦੇ ਹਾਂ? ਸੇਲ ਕ੍ਰੈਡਿਟ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ। ਰੈਂਡਰ ਵੈਲਿਊਏਬਲ ਕਾਉਂਸਲ ਐਂਡ ਐਡਵਾਈਸ, ਅਗਰ ਕਿਸੇ ਨੂੰ ਮਤਲਬ ਕਾਉਂਸਲਿੰਗ ਦੀ ਜ਼ਰੂਰਤ ਹੈ ਕਿ ਸਾਡਾ ਪ੍ਰੋਡਕਟ ਮਤਲਬ ਆਪਾਂ ਨੂੰ ਹੁੰਦਾ ਨਾ ਕਿ ਆਪਣੇ ਕੋਲ ਜਿਹੜਾ ਮਾਲ ਪਿਆ ਉਹ ਆਪਾਂ ਵੇਚੀਏ, ਤਾਂ ਆਪਾਂ ਰਿਟੇਲਰ ਨੂੰ ਇਹ ਫੈਸਿਲਿਟੀ ਵੀ ਪ੍ਰੋਵਾਈਡ ਕਰਦੇ ਹਾਂ ਕਿ ਤੁਸੀਂ ਸਾਡਾ ਇੱਕ ਵਾਰ ਆ ਕੇ ਮਾਲ ਦੇਖ ਕੇ ਜਾਓ ਕਿ ਸਾਡੇ ਕੋਲ ਬਹੁਤ ਅੱਛੀਆਂ ਚੀਜ਼ਾਂ ਪਈਆਂ ਨੇ। ਠੀਕ ਹੈ, ਬਿਕੋਜ਼ ਆਫ ਵਾਈਡ ਰੇਂਜ ਹੀ ਉਹ ਤਾਂ ਉਹਨਾਂ ਨੂੰ ਆਪਾਂ ਫੁੱਲ ਲਾਈਨ ਹੋਲਸੇਲਰ ਕਹਿੰਦੇ ਹਾਂ। ਕਨਵਰਟਰ ਦਾ ਮਤਲਬ ਕੀ ਹੁੰਦਾ? ਇਹ ਪ੍ਰੋਡਕਟ ਬਾਈ ਕਰਦਾ, ਸੈਲ ਵੀ ਕਰਦਾ ਡਿਸਟਰੀਬਿਊਸ਼ਨ ਚੈਨਲ ਦੇ ਥਰੂ। ਬਟ ਕੀ ਕਰਦੇ, ਜਿਵੇਂ ਕਾਟਨ ਟੈਕਸਟਾਈਲ ਹੈ ਅਤੇ ਕਾਟਨ ਟੈਕਸਟਾਈਲ ਵਾਲਿਆਂ ਨੇ ਕੀ ਕੀਤਾ? ਗ੍ਰੇ ਕਲੋਥ ਦੇ ਵਿੱਚ ਉਹਨੂੰ ਡਾਈ ਕਰਵਾਤਾ। ਇਨ ਕੌਨਸ ਹੀ ਮੇ ਕਨਵਰਟ ਵੀਟ ਇਨਟੂ ਵੀਟ ਫਲਾਰ ਔਰ ਪੈਲੇਟਸ, ਮਤਲਬ ਕਨਵਰਟ ਕਰਨਾ ਕਿਸੇ ਤਰ੍ਹਾਂ ਕਿਸੇ ਗੁੱਡਸ ਨੂੰ, ਤਾਂ ਉਹ ਵੀ ਇੱਕ ਕਨਵਰਟਰ ਦੇ ਥਰੂ ਹੋਲਸੇਲਰ ਆ ਗਏ। ਡਰੋਪ ਸ਼ਿਪਰ ਮਤਲਬ ਦੇ ਆਰ ਨਾਈਦਰ ਦੇ ਆਰ ਦ ਸਟੋਰਸ ਦੇ ਪ੍ਰੋਡਕਟਸ ਨੋ ਡਿਲੀਵਰ ਦੈਮ ਟੂ ਦ ਬਾਇਰਸ ਫਰੋਮ ਹਿਜ਼ ਓਨ ਸਟਾਕ ਬਟ ਬੁੱਕਸ। ਇਹ ਆਰਡਰ ਬੁੱਕ ਕਰਦੇ ਨੇ, ਮੈਨੂਫੈਕਚਰਰ ਤੋਂ ਡਾਇਰੈਕਟ ਆਰਡਰ ਬੁੱਕ ਕਰਦੇ ਨੇ, ਫਿਰ ਡਾਇਰੈਕਟ ਰਿਟੇਲਰ ਤੋਂ ਉੱਥੋਂ ਹੀ ਪਹੁੰਚਾ ਦਿੰਦੇ, ਆਪਣੇ ਕੋਲ ਸਟਾਕ ਨਹੀਂ ਰੱਖਦੇ। ਹੀ ਹੈਜ਼ ਟੂ ਟੇਕ ਡਿਲੀਵਰੀ ਆਫ ਗੁੱਡਸ ਇਨ ਕੇਸ ਆਫ ਰਿਟੇਲਰ ਔਰ ਦ ਬਾਇਰ ਫੇਲ ਟੂ ਐਕਸੈਪਟ ਦ ਸੇਮ। ਅਗਰ ਇਹ ਚੀਜ਼ਾਂ ਐਕਸੈਪਟ ਕਰਨੀਆਂ ਭੁੱਲ ਜਾਣ ਤਾਂ ਉਹਨੂੰ ਗੁੱਡਸ ਦੀ ਡਿਲੀਵਰੀ ਲੈਣੀ ਪੈਂਦੀ ਹੈ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਰਿਟੇਲਰਸ। ਹੁਣ ਆਪਣੇ ਕੋਲ ਆ ਗਏ ਇਹ ਰਿਟੇਲਰਸ। ਰਿਟੇਲਰਸ ਕਿਹੜੇ ਹੁੰਦੇ ਨੇ? ਕਿ ਇਹ ਜਿਹੜੇ ਹੁੰਦੇ ਨੇ ਰਿਟੇਲਰਸ ਹੁੰਦੇ ਨੇ ਜਿਹੜੇ ਅਲਟੀਮੇਟ ਫਾਈਨਲ ਯੂਜ਼ਰਸ ਨੂੰ, ਕਸਟਮਰਸ ਨੂੰ ਕੀ ਕਰਦੇ ਨੇ? ਗੁੱਡ ਪ੍ਰੋਵਾਈਡ ਕਰਦੇ ਨੇ। ਦ ਟਰਮ ਰਿਟੇਲ ਇਟਸੈਲਫ ਇੰਪਲਾਈਜ਼ ਇਟਸ ਮੀਨਿੰਗ ਲਾਈਕ ਸੇਲਸ ਫॉर ਫਾਈਨਲ ਕੰਜ਼ੰਪਸ਼ਨ ਰਾਦਰ ਦੈਨ ਰੀਸੇਲ ਔਰ ਫॉर ਫਰਦਰ ਪ੍ਰੋਸੈਸਿੰਗ। ਰਿਟੇਲ ਦਾ ਅਗਰ ਤੁਸੀਂ ਨੈਟ 'ਤੇ ਮਤਲਬ ਦੇਖੋਗੇ ਤਾਂ ਖੁਦ ਦਾ ਮਤਲਬ ਇਹੀ ਹੈ ਕਿ ਇਹ ਫਾਈਨਲ ਕੰਜ਼ੰਪਸ਼ਨ ਹੈ। ਹੁਣ ਇਹਦੇ ਵਿੱਚ ਫਰਦਰ ਕੋਈ ਪ੍ਰੋਸੈਸਿੰਗ ਇਨਵੋਲਵ ਨਹੀਂ ਹੈਗੀ। ਅ ਰਿਟੇਲਰ ਇਜ਼ ਦ ਲਾਸਟ ਲਿੰਕ ਬਿਟਵੀਨ ਦ ਫਾਈਨਲ ਯੂਜ਼ਰਸ ਐਂਡ ਦ ਹੋਲਸੇਲਰ ਔਰ ਦ ਮੈਨੂਫੈਕਚਰਰਸ। ਅਕੋਰਡਿੰਗ ਟੂ ਪ੍ਰੋਫੈਸਰ ਵਿਲੀਅਮ ਸਟੇਟਨ, retailing includes all activity directly related to the sale of goods and services to the ultimate consumers for personal and non-business use. ठीक है, फिर की होंगे ਇਹਦੇ ਵਿੱਚ ਕੀ ਹੁੰਦਾ? At this point it is worth noting that the distinction between a wholesaler and retailer, ਡਿਸਟਿੰਕਸ਼ਨ ਹੁਣ ਆਪਾਂ ਨੂੰ ਇਹਦੇ ਵਿੱਚ ਆਪਾਂ ਨੂੰ ਇੰਪੋਰਟੈਂਟ ਹੈ। ਫਰਸਟਲੀ ਹੋਲਸੇਲਰ ਕੀ ਕਰਦੇ ਨੇ? ਵੈਸੇ ਤਾਂ ਆਪਾਂ ਅਗਰ ਆਪਣੀ ਕਾਮਨ ਚੀਜ਼ਾਂ ਦੇਖੀਏ, ਹੋਲਸੇਲਰ ਕਿਹਦੇ ਨਾਲ ਡੀਲ ਕਰਦੇ ਨੇ? ਇੰਡਸਟਰੀਅਲ ਯੂਜ਼ਰਸ ਨਾਲ। ਜਿਹੜੇ ਰਿਟੇਲਰਸ ਹੁੰਦੇ ਨੇ ਉਹ ਫਾਈਨਲ ਕੰਜ਼ਿਊਮਰਸ ਨਾਲ ਕਰਦੇ ਨੇ। ਸੈਕੰਡਲੀ ਹੋਲਸੇਲਰਸ ਰੀਸੇਲ ਕਰਦੇ ਆ, ਬਟ ਰਿਟੇਲਰਸ ਸਿਰਫ ਫਾਈਨਲ ਕੰਜ਼ੰਪਸ਼ਨਸ ਦਿੰਦੇ ਨੇ। ਥਰਡਲੀ goods moving from wholesaler to the retailer are still in the pipeline while goods sold by the retailer are moved out of channel. ਪਾਈਪਲਾਈਨ ਦੇ ਵਿੱਚ ਹੁੰਦੇ ਨੇ, ਹਜੇ ਵੀ ਸਟਾਕ ਆਪਣੇ ਕੋਲ ਪਿਆ ਹੈ ਤਾਂ ਬਟ ਰਿਟੇਲਰ ਦੇ ਵਿੱਚ ਉਹ ਇੱਕ ਲਾਈਨ ਤੋਂ ਪਾਈਪਲਾਈਨ ਤੋਂ ਰਿਮੂਵ ਹੋ ਜਾਂਦੇ ਨੇ। ਇਟ ਇਜ਼ ਸੋ ਬਿਕੋਜ਼ ਦ ਹੋਲਸੇਲਰ ਕਨੈਕਟਸ ਹੋਲਸੇਲਰ ਰਿਟੇਲਰਸ ਐਂਡ ਦ ਰਿਟੇਲਰਸ ਹੋਲਸੇਲਰਸ ਐਂਡ ਦ ਕੰਜ਼ਿਊਮਰਸ। ਫੋਰਥਲੀ ਕੀ ਹੈ ਕਿ ਲਾਰਜ ਕੁਆਂਟਿਟੀ ਦੇ ਵਿੱਚ ਹੋਲਸੇਲਰ ਬਾਏ ਕਰਦਾ, ਰਿਟੇਲਰ ਸਮੋਲ ਕੁਆਂਟਿਟੀ ਦੇ ਵਿੱਚ ਬਾਏ ਕਰਦਾ। ਫਿਫਥ ਕੀ ਹੈ? This is the first, second, third, I have to underline this, fourth and last is fifth, sixth भी है, sorry. Fifth क्या? wholesaler generally specialize in one or a few product or a product of same line while retailer in। ਹੁਣ wholesaler ਇੱਕ ਜਾਂ ਦੋ ਚੀਜ਼ਾਂ ਦੇ ਵਿੱਚ ਆਪਣਾ ਇੱਕ ਸਪੈਸ਼ਲਾਈਜ਼ ਹੋਏਗਾ, ਬਟ ਰਿਟੇਲਰ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਪੜ੍ਹਾਈ ਸੀ ਕਿ ਰਿਟੇਲਰ ਨੂੰ ਦੇਖੋ ਹੋਲਸੇਲਰ ਕੀ ਹੈ? ਇੱਕ ਜਾਂ ਦੋ ਪ੍ਰੋਡਕਟ ਦੇ ਵਿੱਚ ਸਪੈਸ਼ਲਾਈਜ਼ ਹੋਏਗਾ, ਬਟ
ਰਿਟੇਲਰ ਨੂੰ ਐਵਰੀ ਹੋਲਸੇਲਰ ਦਾ ਸਮਾਨ ਲੈਣਾ ਪਏਗਾ। ਸਮਝ ਰਹੇ ਹੋ? ठीक है। सिक्स्थ किया होलसेलर वर्क्स ऑन रीजनेबली लो बट क्विक रिटर्न वाइल रिटेलर वर्क टू हायर मार्जिन ओवर ए रिलेटिवली लार्ज पीरियड। इन्हों का मतलब रीजनली क्विक रिटर्नस होंगे ने बट लो बट क्विक रिटर्नस मतलब इन्हों के की होंगे हायर मार्जिन होंगे तो लार्जर पीरियड लिए चलते रहते हैं। फंक्शनस ऑफ रिटेलर्स ये भी बाइंग एंड असैम्बलिंग करते हैं। बाइंग करते हैं ये असैम्बल तो बाय करते हैं की करते हैं बाइंग तो असैम्बलिंग। वेयर हाउसिंग समटाइम्स जो बिगर रिटेलर्स होंगे ने। सैलिंग रिस्क शोल्डरिंग grading and packaging financing advertisement supply of market information buying and assembling. Retailer has to assemble products from different manufacturers and wholesalers as he has to keep wide variety of stocks of product to meet the varied and small requirement of a large number of customers. ਹੁਣ ਇਹਨਾਂ ਨੇ ਕੀ ਹੁੰਦਾ ਲਾਰਜ ਨੰਬਰ ਆਫ ਕਸਟਮਰਸ ਦੀ ਨੀਡਸ ਇਹਨਾਂ ਨੇ ਕੀ ਕਰਨੀ ਹੁੰਦੀ ਹੈ ਸੈਟਿਸਫਾਈ ਕਰਨੀ ਹੁੰਦੀ ਹੈ। ਦਿਸ ਅਸੈਂਬਲਿੰਗ ਇਜ਼ ਪੋਸੀਬਲ ਥਰੂ ਦ ਪ੍ਰਾਈਸਿਸ ਆਫ ਬਾਇੰਗ। ਬਾਇੰਗ ਇਜ਼ ਅ ਕੰਟੀਨਿਊਸ ਪ੍ਰੋਸੈਸ ਇਨਵੋਲਵਿੰਗ ਸਿਲੈਕਸ਼ਨ ਆਫ ਬੈਸਟ ਐਂਡ ਮੋਸਟ ਇਕਨੋਮਿਕਲ ਐਂਡ ਡਿਪੈਂਡੇਬਲ ਸੋਰਸ ਆਫ ਸਪਲਾਈ। ਹੁਣ ਇਹਨਾਂ ਨੂੰ ਦੇਖਣਾ ਪੈਂਦਾ ਵੀ ਇਹਨਾਂ ਨੂੰ ਕਿਸ ਤੋਂ ਸਸਤਾ ਜ਼ਿਆਦਾ ਮਿਲ ਰਿਹਾ ਤਾਂ ਦੇ ਹੈਵ ਟੂ ਪਲਾਨ ਅਕੋਰਡਿੰਗ ਟੂ ਦ मतलब reasonable prices. Now next is warehousing. Retailer is a safety valve releasing the goods in quantities of different varieties and prices ranging according to the consumer needs. जिस हिसाब नाल consumer ਦੀ नीड्स ਹੁੰਦੀ ਹੈ ਉਸ ਅਕੋਰਡਿੰਗ ਇਹ ਪ੍ਰਾਈਸ ਦੀ ਰੇਂਜ ਆਪਣੇ ਕੀ ਕਰਦੇ ਨੇ ਡਿਫਾਈਨ ਕਰਦੇ हैं। ठीक है। वेयर हाउसिंग ही हेल्प प्रोवाइड करता है कि आप मैच कर सके कंज्यूमर की डिमांड जब ही अपने को डिमांड है आप उस अकॉर्डिंग उन्होंने आप गुड्स ਨੂੰ प्रोवाइड कर सकीए। ठीक है। एंड द होलसेलर्स और मैन्युफैक्चरर सप्लाई कंडीशंस इट इज़ पॉसिबल टू हैव एडिकुएट एंड अनइंटरप्टेड सप्लाई ऑफ गुड्स। कई बार अपने को ਇਹੋ ਜਿਹੀ डिमांड आ जाती है ਆਪਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਉਸ ਪ੍ਰੋਡਕਟ ਦੀ ਤਾਂ ਰਿਟੇਲਰਸ ਕੋਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਦੇ ਹੈਵ ਟੂ ਮੇਨਟੇਨ ਐਟ ਲੀਸਟ ਮਿਨੀਮਮ to fulfill the needs of the customers. Selling. The final aim is to sell the product so bought and held by him. Retailer is rightly called as the buying agent of consumers. He is the means to dispose the goods to them consumers for producers and the wholesaler and collect the sale revenue for them. ਤਾਂ ਇਹਨਾਂ ਨੂੰ ਸੇਲ ਰੈਵਨਿਊ ਮਿਲਦਾ ਹੈ ਜਦੋਂ ਇਹ ਅਲਟੀਮੇਟ ਸੇਲ ਕਰਦੇ ਨੇ ਕਸਟਮਰਸ ਨੂੰ। ਸਕਸੈਸਫੁਲੀ ਰਿਟੇਲਿੰਗ ਨੀਡਸ ਗੁੱਡ ਡੀਲ ਆਫ ਸੇਲਸਮੈਨਸ਼ਿਪ ਟੈਕਟਿਕਸ। ਰਿਸਕ ਸ਼ੋਲਡਰਿੰਗ। ठीक है। नेक्स्ट है अपना रिस्क शोल्डरिंग। रिस्क शोल्डरिंग इज द बेसिक रिस्पॉन्सिबिलिटी ऑफ ए रिटेलर अराइजिंग आउट ऑफ फिजिकल डिटोरेशन एंड चेंजेस इन प्राइस। सपोज कई बार कुछ आ जाता है कस्टमर को चीज़ नहीं पसंद आती कोई प्राइसिस ਦੇ ਵਿੱਚ चेंजेस आ जाते हैं तो यही रिस्क मतलब रिस्क शोल्डरिंग होता है। These are unavoidable as he holds sufficient and variety of inventories from the time they are brought till they are sold to the consumers। ਇਹਨਾਂ ਕੋਲ ਬਹੁਤ ਟਾਈਮ ਹੁੰਦਾ ਜਦ ਇਹ मतलब ਖਰੀਦਦੇ ਨੇ ਤੇ ਅਲਟੀਮੇਟ ਕੰਜ਼ਿਊਮਰਸ ਕੋਲ ਵੇਚਦੇ ਨੇ ਤਾਂ ਉਹਦੇ ਵਿੱਚ ਬਹੁਤ ਆਪਣਾ ਡਿਮਾਂਡ ਚੇਂਜ ਹੋ ਸਕਦੀ ਹੈ ਕਸਟਮਰਸ ਦੀ। ਡਾਇਨਾਮਿਕ ਇਨਵਾਇਰਨਮੈਂਟ ਹੈ। ਦ ਰਿਸਕ ਆਫ ਲੋਸ ਇਜ਼ ਸੀਨ ਇਨ ਦ ਨੰਬਰ ਆਫ ਫਾਰਮਸ ਸਚ ਐਜ਼ ਨੈਚੁਰਲ ਕੈਲੈਮਿਟੀਜ਼ ਫਾਇਰ ਲੱਗੀ ਫਲੱਡ ਸਾਈਕਲੋਨ ਅਰਥਕੇਕਸ ਪੈਲੇਜ ਐਂਡ ਡਿਟੋਰੇਸ਼ਨ ਡਿਊ ਟੂ ਚੇਂਜਸ ਇਨ ਵੈਦਰ ਐਂਡ ਦ ਫੈਸ਼ਨ ਐਂਡ ਸੋ ਔਨ। ਵੇਰੀਅਸ ਚੇਂਜਸ ਹੋ ਸਕਦੇ ਨੇ ਬਿਕਾਜ਼ ਵੀ ਕਾਂਟ ਪ੍ਰੈਡਿਕਟ ਆਰ ਇਨਵਾਇਰਨਮੈਂਟ। ਨੈਕਸਟ ਇਜ਼ ਗ੍ਰੇਡਿੰਗ ਐਂਡ ਪੈਕੇਜਿੰਗ। ਰਿਟੇਲਰ ਅੰਡਰਟੇਕ ਸੈਕੰਡਰੀ ਔਰ ਸੈਕਿੰਡ ਰਾਊਂਡ ਗ੍ਰੇਡਿੰਗ। ਹੁਣ ਫਸਟ ਗ੍ਰੇਡਿੰਗ ठीक है एक अलॉटमेंट है शूज़ के होलसेलर वाले ने प्रोडक्ट भेजता होलसेलर वाले ने जिहदे विच 6 7 8 9 10 नंबर के सारे शूज़ ने एक बड़ा कार्टन बना के भेजता। नाउ नैक्सट स्टैप की है उन्होंने सैकेंड फर्दर ग्रेडिंग करनी पएगी। क्लासीफिकेशन ऑफ गुड्स इनटू डिफरेंट ग्रेडर्स एंड लॉट्स इज कॉमन एज ही सेल इन लूज पैक्स एंड वेरी ओड लॉट्स। पैकिंग assumes a particular importance such packing can be highly standardized or can be as per the individual requirement। जिवें इंडिविजुअल दी रिक्वायरमेंट्स उस अकॉर्डिंग ये पैकिंग करके गुड्स नूं बेच दिंदे ने। Financing. In the whole scheme of marketing, the contribution of retailer is really worth emphasizing insofar as the consumer financing is concerned। ਇਹਦੇ ਵਿੱਚ ਸਭ ਤੋਂ ਜ਼ਿਆਦਾ ਕੰਸਰਨ ਹੁੰਦਾ ਕੰਜ਼ਿਊਮਰ ਦਾ। His financing consists of credit guaranteed or liberal terms to the consumers, investment made in large variety of stocks, the expressions of holding stock, salaries and wages of watch and bought staff and other trade expenses। ਉਹਨਾਂ ਨੇ ਸਭ ਦੇਖਣਾ ਹੁੰਦਾ ਹੈ। ਸੈਲਰੀਜ਼ ਪ੍ਰੋਵਾਈਡ ਕਰਨੀ ਵੇਜਿਸ ਪ੍ਰੋਵਾਈਡ ਕਰਨੀ ਸਟਾਫ ਨੂੰ ਦੇਣਾ ਟ੍ਰੇਡ ਐਕਸਪੈਂਸ ਇਨਵੋਲਵ ਕਰਨੇ। फिर की एडवरटाइजमेंट ये बेस्ट एजेंट्स होंगे ने कि तुहाडा प्रोडक्ट है किसी तरह एडवरटाइज करन। ठीक है। इन कोलैबोरेशन विद द होलसेलर एंड द मैन्युफैक्चरर रिटेलर टू अंडरटेक शॉप डिस्पले भी लगाते हैं। डमी होंगी है डमी के उत्ते इन्होंने प्रोडक्ट लगाया होंगे तो ये की है बेस्ट एग्जाम्पल्स होंगे ने जगह जगह ये होंगे ने कि जगह जगह कस्टमर्स क्लासीफाई होंगे ने तो जगह जगह कस्टमर्स नूं की दिख जाता है प्रोडक्ट। सप्लाई ऑफ मार्केट इन्फॉर्मेशन हुण इन्हां दा डायरैक्ट कॉन्टैक्ट होंदा कस्टमर्स नाल तो कस्टमर्स तो रिव्यूज़ लैके फिर ये अगे होलसेलर्स नूं दिंदे ने होलसेलर्स अगे फिर मैन्युफैक्चरर्स नूं दिंदे ने। ठीक है। फिर ये अगे अपना टाइप्स ऑफ रिटेलर्स।
ਰਿਟੇਲਰਸ ਦੀ ਕੀ ਟਾਈਪ ਹੈ? ਸਮॉल स्केल रिटेलर्स, यूनिट स्टोर्स. Unit stores are the retail stores run on proprietary basis dealing in general store, single line stores such as ਜਿਵੇਂ ਆਪਣੇ ਹੁੰਦੇ ਨਾ ਡਰੱਗਸ ਦੇ ਸਟੋਰਸ ਹੋ ਗਏ, ਆਪਣੇ ਕੈਮਿਸਟ ਦੇ ਸਟੋਰਸ ਹੋ ਗਏ, ਕਲੋਥਸ ਦੇ ਸਟੋਰ, ਇੱਕ ਇੱਕ ਚੀਜ਼ ਦਾ ਸਟੋਰ. ਹੁਣ ਡਰੱਗਸ ਵਾਲੇ ਕੋਲ ਜਾਓਗੇ, ਕੈਮਿਸਟ ਕੋਲ ਜਾਓਗੇ, ਤੁਹਾਨੂੰ ਕੱਪੜੇ ਨਹੀਂ ਮਿਲਣਗੇ, ਕੱਪੜੇ ਵਾਲੇ ਕੋਲ ਦਵਾਈਆਂ ਨਹੀਂ ਮਿਲਣਗੀਆਂ. ਠੀਕ ਹੈ, ਡਿਫਰੈਂਟ ਸਟੋਰ, ਯੂਨਿਟ ਸਟੋਰਸ, ਅਲੱਗ-ਅਲੱਗ ਯੂਨਿਟ ਦਾ ਆਪਣੇ ਆਪਣੀ ਸਪੈਸ਼ਲਾਈਜ਼ ਦਾ ਸਟੋਰ. Next is street traders. Street traders are the retailers who display their stock on a footpath or the sidewalk or a busy spots of cities and town. The most prominent places are bus stands. ਜਿਵੇਂ ਹੁਣ ਆਪਾਂ ਚਾਹੁੰਦੇ ਹਾਂ ਸਟਰੀਟ ਗਲੀਆਂ ਦੇ ਵਿੱਚ ਹੀ ਲੱਗੇ ਹੋਏ ਹੁੰਦੇ ਨੇ, ਜਿਵੇਂ ਪੋਟਰੀ ਦਾ ਲਗਾ ਲਓ. ਪੋਟਰੀ ਮੇਕਿੰਗ ਦਾ ਮਤਲਬ ਕੀ ਹੁੰਦਾ? ਸੜਕ 'ਤੇ ਲੋਕ ਬੈਠੇ ਹੁੰਦੇ ਨੇ ਜਿਨ੍ਹਾਂ ਕੋਲ ਪ੍ਰੋਪਰ ਇੱਕ ਹਾਊਸ ਰੈਂਟ ਨਹੀਂ ਹੁੰਦਾ ਪੇ ਕਰਨ ਲਈ, ਬਟ ਉਹਨਾਂ ਨੂੰ ਹੁੰਦਾ ਕਿ ਇੱਥੇ ਸਾਡੇ ਕੋਲ ਲੋਕ ਜ਼ਿਆਦਾ ਆਉਣਗੇ. ਜਿਵੇਂ ਬੱਸ ਸਟੈਂਡ ਦੇ ਨੀਅਰ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਸਟਰੀਟ ਸ਼ਾਪਸ ਲੱਗੀਆਂ ਹੁੰਦੀਆਂ ਨੇ ਕਿਉਂਕਿ ਲੋਕ ਉੱਥੇ ਜ਼ਿਆਦਾ ਵਿਜ਼ਿਟ ਕਰਦੇ ਹੈ. Market traders. These retailers open their shops on a fixed days or a dates in a specified area. The time interval may be week or a fortnight of a month. ਮਤਲਬ ਕੀ ਹੁੰਦਾ ਕਿ ਸਪੈਸੀਫਿਕ ਹੁੰਦਾ ਕਿ ਹਫਤਾ ਹੀ ਤੁਸੀਂ ਸ਼ਾਪ ਖੋਲ ਸਕਦੇ ਹੋ. ਬਿਗ ਸਿਟੀਜ਼ ਦੀ ਗੱਲ ਹੋ ਰਹੀ ਹੈ, ਆਪਣੇ ਏਰੀਆ ਦੇ ਵਿੱਚ ਇਹ ਐਵੇਂ ਦਾ ਕੁਝ ਨਹੀਂ ਹੁੰਦਾ ਕਿ ਵੀਕ ਫੋਰਟਨਾਈਟ ਮਤਲਬ 15 ਡੇਜ਼ ਲਈ. ਦੇ ਡੂ ਜੁਆਇਨ ਫੇਅਰਸ ਐਂਡ ਫੈਸਟੀਵਲਸ. ਦੇ ਡੀਲ ਇਨ ਅ ਜਨਰਲ ਔਰ ਸਪੈਸ਼ਲ ਲਾਈਨ. ਜਦ ਫੇਅਰਸ ਤੇ ਫੈਸਟੀਵਲਸ ਹੁੰਦੇ ਨੇ, ਫੇਅਰ ਆ ਜਾਂਦੇ ਨੇ. ठीक है. Hawkers and peddlers. These class of retailers has been there in all the centers from the time immemorial. Time immemorial मतलब काफ़ी टाइम तो चलते आ रहे हैं. They do not have any fixed place of a business. ਉਹਨਾਂ ਦੀ ਕੋਈ ਫਿਕਸਡ ਪਲੇਸ ਨਹੀਂ ਹੈ ਜਿੱਥੇ ਉਹਨਾਂ ਨੂੰ ਲੱਗਦਾ ਕਿ ਦੇ ਕੈਰੀ ਦ ਗੁੱਡ ਫਰੋਮ ਵਨ ਪਲੇਸ ਟੂ ਅਨਦਰ ਔਨ ਅ ਹੈਂਡ ਕਾਰਟ ਸੈਲਿੰਗ ਦ ਗੁੱਡ ਫਰੋਮ ਡੋਰ ਟੂ ਡੋਰ. ਹੁੰਦੇ ਨਾ ਕਈ ਵਾਰ ਆਪਾਂ ਨੂੰ ਕੋਈ ਘਰ ਹੀ ਆਪਣੇ ਸਮਾਨ ਵੇਚਣ ਆ ਜਾਂਦਾ. ਦੀਜ਼ ਆਰ ਦ ਹੌਕਰਸ ਐਂਡ ਦ ਪੈਡਲਰਸ. ਠੀਕ ਹੈ. ਹੌਕਿੰਗ ਤੋਂ ਹੀ ਬਣਿਆ. ਹੌਕਿੰਗ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵਾਟ ਇਜ਼ ਹੌਕਿੰਗ, ਕਿ ਜਿਵੇਂ ਆਪਾਂ ਕਰਦੇ ਹਾਂ ਨਾ ਅਨਾਊਂਸਮੈਂਟ ਹੋ ਰਹੀ ਹੁੰਦੀ ਹੈ, ਇੱਕ ਰੇੜੀ ਦੇ ਉੱਤੇ ਇੱਕ ਬੰਦਾ ਬੈਠਾ ਹੁੰਦਾ ਅਤੇ ਬੰਦਾ ਦੇ ਸਪੀਕਰ ਚੱਲ ਰਿਹਾ ਹੁੰਦਾ ਪਿੱਛੇ ਤੋਂ, ਗਲੀ ਗਲੀ ਅਨਾਊਂਸ ਕਰਦਾ ਜਾ ਰਿਹਾ ਹੁੰਦਾ ਦੈਟ ਕਿ ਇੱਥੇ ਸੇਲ ਲੱਗੀ ਹੈ, ਇਹ ਪ੍ਰੋਡਕਟ ਦੀ ਐਡਵਰਟੀਜ਼ਮੈਂਟ ਕਰਦਾ. ਦੈਟ ਇਜ਼ ਨੋਨ ਐਜ਼ ਹੌਕਿੰਗ. ਤਾਂ ਹੌਕਰਸ ਅਤੇ ਪੈਡਲਰਸ ਮਤਲਬ ਜਗ੍ਹਾ ਜਗ੍ਹਾ ਮੂਵ ਆਊਟ ਕਰਨਾ ਹੈ. ਨੇਮ ਤੋਂ ਹੀ ਆਪਾਂ ਨੂੰ ਕਲੀਅਰ ਹੋ ਜਾਂਦਾ. ਚੀਪ ਜੈਕਸ. Cheap Jack is a retailer who has a fixed place of business in a locality but goes on changing his place to exploit the market opportunities. ਕਿ ਚੀਪ ਜੈਕਸ ਹੁੰਦੇ ਨੇ, ਇਹਨਾਂ ਦਾ ਕੋਈ ਫਿਕਸਡ ਪਲੇਸ ਨਹੀਂ ਹੁੰਦਾ. ਠੀਕ ਹੈ, ਬਟ ਇਹ ਚੇਂਜਿੰਗ ਆਪਣੀ ਪਲੇਸ ਚੇਂਜ ਕਰਦੇ ਰਹਿੰਦੇ. ਚੇਂਜ ਇਨ ਲੋਕੈਲਿਟੀ ਇਜ਼ ਕੁਆਇਟ ਕਾਮਨ ਇਨ ਕੇਸ ਆਫ ਥੀਸ ਰਿਟੇਲਰਸ. These deal in a cheap varieties of ready-made garments, plastic shoes and the like. However, the speed of change of locality is not as fast as that of hawkers and peddlers. ਹੌਕਰਸ ਤੇ ਪੈਡਲਰ ਜ਼ਿਆਦਾ ਜਲਦੀ ਮੂਵ ਆਊਟ ਕਰਦੇ ਨੇ, ਬਟ ਇਹ ਚੀਪ ਜੈਕਸ ਮਤਲਬ ਸਸਤੇ ਦੇ ਵਿੱਚ ਤੁਹਾਨੂੰ ਸਮਾਨ ਦੇਣਾ. ਸਿੰਡੀਕੇਟ ਸਟੋਰਸ ਮਤਲਬ ਉਹੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਿੰਡੀਕੇਟ ਸਟੋਰਸ ਆਰ ਨੋਨ ਐਜ਼ ਦ ਵਾਈਡੈਸਟ ਵੈਰਾਈਟੀ ਆਫ ਗੁੱਡਸ ਇਨ ਅ ਪ੍ਰੋਡਕਟ ਲਾਈਨ ਬਟ ਆਫ ਨੋਨ ਐਜ਼ ਬ੍ਰਾਂਡ ਬਟ ਆਫ ਨੋਨ ਬ੍ਰਾਂਡਸ. ਦੀਜ਼ ਰਿਟੇਲਰਸ ਬਾਏ ਮੋਸਟ ਆਫ ਬ੍ਰਾਂਡਡ ਵੈਰਾਈਟੀਜ਼ ਬਾਏ ਕਰਦੇ ਨੇ ਅਤੇ ਫਿਰ ਸੈਲ ਕਰਦੇ ਨੇ ਆਪਣੇ ਨੇਮ 'ਤੇ, ਆਪਣਾ ਲੇਬਲ ਲਗਾ ਕੇ, ਜਿਵੇਂ ਗਾਰਮੈਂਟਸ, ਟੋਇਜ਼, ਮਸ਼ੀਨਰੀ ਆਈਟਮਸ ਐਂਡ ਸੋ ਔਨ. ਇਹ ਆਪਣੇ ਏਰੀਆ ਦੇ ਵਿੱਚ ਜ਼ਿਆਦਾ ਇਹ ਚੀਜ਼ਾਂ ਕਾਮਨ ਹੁੰਦੀਆਂ ਨੇ. ਠੀਕ ਹੈ. ਲਾਰਜ ਸਕੇਲ ਰਿਟੇਲਰਸ, ਡਿਪਾਰਟਮੈਂਟਲ ਸਟੋਰਸ. It is a large retail store dealing in a wide variety of good under a single roof. ਸਿੰਗਲ ਰੂਫ ਦੇ ਵਿੱਚ ਹੀ ਆਪਾਂ ਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ. ਡਿਪਾਰਟਮੈਂਟਲ ਸਟੋਰਸ. ਠੀਕ ਹੈ. ਕੁਛ ਵੀ ਚਾਹੀਦਾ ਆਪਾਂ ਨੂੰ, ਕੋਈ ਕੈਮਿਸਟ ਦੀ ਸ਼ਾਪ ਮਤਲਬ ਕੋਈ ਕੈਮਿਸਟ ਦੀ ਦਵਾਈ ਚਾਹੀਦੀ, ਕੁਛ ਵੀ ਚਾਹੀਦਾ ਆਪਾਂ ਨੂੰ, ਸਭ ਚੀਜ਼ਾਂ ਮਿਲ ਜਾਂਦੀਆਂ ਨੇ ਇਹਦੇ ਵਿੱਚ. ਇਟ ਇਜ਼ ਅ ਸੈਂਟਰਲ ਲੋਕੇਸ਼ਨ ਐਂਡ ਅਨਡਿਫਾਈਨਡ ਕੰਟਰੋਲ. ਇਟ ਇਜ਼ ਨੋਨ ਫॉर orderly arrangement of product in a separate department. It lays emphasis on a consumer services. ਕੰਜ਼ਿਊਮਰ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ. ਡਿਫਰੈਂਟ ਡਿਪਾਰਟਮੈਂਟ ਬਣੇ ਹੁੰਦੇ ਆ ਇੱਥੇ, ਮਤਲਬ ਈਟੇਬਲਸ ਦਾ ਅਲੱਗ, ਠੀਕ ਹੈ, ਇਹਦਾ ਅਲੱਗ ਹੋ ਗਿਆ, ਡਿਫਰੈਂਟ. ਠੀਕ ਹੈ. ਜਿਵੇਂ ਇਬੋਨੀ ਸਟੋਰ, ਸਪੈਂਸਰ, ਸੁਪਰ ਬਾਜ਼ਾਰ. ਮਲਟੀਪਲ ਸ਼ਾਪਸ ਐਂਡ ਮੋਲਸ. Multiple shop or a chain is a system of branch shops operated under a centralized management and dealing in a similar line of goods. It is a chain of retail store dealing in identical and general restricted range of article operating in a different locality under central ownership and a control. ਮਤਲਬ ਕੀ ਹੈ, ਇੱਕ ਜਗ੍ਹਾ ਪ੍ਰੋਡਕਸ਼ਨ ਡਿਪਾਰਟਮੈਂਟ ਅਲੱਗ ਹੋਣਾ, ਬਟ ਵੇਰੀਅਸ ਸਿਚੁਏਸ਼ਨ ਦੇ ਉੱਤੇ ਇਹਨਾਂ ਦੀ ਰਿਟੇਲ ਸ਼ਾਪਸ ਦਾ ਅਲੱਗ ਸ਼ੋਰੂਮ ਖੁੱਲ੍ਹਣਾ. ਜਿਵੇਂ ਬਾਟਾ ਦਾ ਐਗਜ਼ਾਮਪਲ ਮੈਂ ਤੁਹਾਨੂੰ ਦਿੱਤਾ ਸੀਗਾ ਕਿ ਬਾਟਾ ਦਾ ਲੁਧਿਆਣਾ ਦੇ ਵਿੱਚ ਕੀ ਹੈ, ਪ੍ਰੋਡਕਸ਼ਨ ਡਿਪਾਰਟਮੈਂਟ ਹੈ, ਬਟ ਇਹਨਾਂ ਦਾ ਡਿਫਰੈਂਟ ਜਗ੍ਹਾ 'ਤੇ ਇਹਨਾਂ ਦਾ ਰਿਟੇਲ ਸ਼ੋਰੂਮ ਖੁੱਲ੍ਹਿਆ ਹੋਇਆ ਹੈ. ਮੇਲ ਆਰਡਰ ਹਾਊਸਿਸ. ਐਜ਼ ਦ ਟਾਈਟਲ ਸੁਜੈਸਟ ਦ ਸੈਲਰ ਕੰਟੈਕਟਸ ਦ ਬਾਇਰ ਥਰੂ ਸਮ ਫਾਰਮ ਆਫ ਐਡਵਰਟੀਜ਼ਮੈਂਟ. ਸੈਲਰ ਕਿਵੇਂ ਕੰਟੈਕਟ ਕਰਦਾ ਬਾਇਰ ਨਾਲ? ਕੁਛ ਐਡਵਰਟੀਜ਼ਮੈਂਟ ਦੇ ਮੀਟ ਤੋਂ. ਮੇਲ ਆਰਡਰ ਮਤਲਬ ਇੰਟਰਨੈਟ ਦੇ ਅਕੋਰਡਿੰਗ ਫੈਸਿਲਿਟੀ ਹੋ ਗਈ ਆਪਣੀ. ਦੈਟ ਇਜ਼ ਦ ਕਸਟਮਰ ਡੂ ਨਾਟ ਵਿਜ਼ਿਟ ਦ ਸੈਲਰਸ ਪ੍ਰੈਮਿਸਿਸ ਨੋਰ ਦੇਅਰ ਇਜ਼ ਅ ਪਰਸਨਲ ਇੰਸਪੈਕਸ਼ਨ ਆਫ ਗੁੱਡਸ ਬਿਫੋਰ ਦ ਪਰਚੇਜ਼. ਕਸਟਮਰ ਸੈਲਰ ਨਾਲ ਡਾਇਰੈਕਟ ਕੰਟੈਕਟ ਨਹੀਂ ਕਰਦਾ, ਉਹਨਾਂ ਦੇ
ਪ੍ਰੈਮਿਸਿਸ ਦੇ ਵਿੱਚ ਨਹੀਂ ਜਾਂਦਾ, ਉਹਨਾਂ ਦੀ ਜਗ੍ਹਾ ਦੇ ਵਿੱਚ ਨਹੀਂ ਜਾਂਦਾ, ਪਰਸਨਲ ਇਨਸਪੈਕਸ਼ਨ ਵੀ ਨਹੀਂ ਕਰਦਾ, ਗੁੱਡਸ ਨੂੰ ਦੇਖਦਾ ਵੀ ਨਹੀਂ ਪਰਚੇਜ਼ ਕਰਨ ਤੋਂ ਪਹਿਲਾਂ। ਦੈਟ ਟ੍ਰਾਂਜੈਕਸ਼ਨ ਇਜ਼ ਸੈਟਲਡ ਥਰੂ ਪੋਸਟਲ ਮੀਡੀਅਮ, ਮੋਸਟਲੀ ਥਰੂ BPP or a registered post. That is why some prefer to call it as a selling by post. Post ਦੇ ਥਰੂ ਸੇਲ ਆਊਟ ਕਰਨਾ ਗੁੱਡਸ ਨੂੰ। ਹੁਣ ਆਪਾਂ ਫੋਰ ਐਗਜ਼ਾਮਪਲ ਲਗਾ ਲਓ, ਤੁਸੀਂ Myntra ਵਗੈਰਾ ਤੋਂ ਆਪਾਂ ਆਰਡਰ ਲੈਂਦੇ ਹਾਂ, ਠੀਕ ਹੈ, ਆਪਾਂ ਕੋਈ ਇਨਸਪੈਕਸ਼ਨ ਤਾਂ ਨਹੀਂ ਕਰ ਰਹੇ ਆਪਣੇ ਗੁੱਡਸ ਦੀ, ਨਾ ਆਪਾਂ ਕੋਈ ਉਹਨਾਂ ਦੇ ਸ਼ੌਪ 'ਤੇ ਵਿਜ਼ਿਟ ਕਰਕੇ ਆ ਰਹੇ, ਬਟ ਆਪਾਂ ਕੀ ਆ ਆਰਡਰ ਦੇ ਥਰੂ ਆਪਾਂ ਸਮਾਨ ਮੰਗਵਾ ਰਹੇ ਹਾਂ। ਐਜ਼ ਦ ਗੁੱਡਸ ਆਰ ਸੈਂਡ ਥਰੂ ਪੋਸਟਲ ਪਾਰਸਲ ਦਾ ਆਰਟੀਕਲ ਮਸਟ ਬੀ ਵੈਲ ਨੋਨ, ਡਿਸਕ੍ਰਾਈਬਲ। ਹੁਣ ਆਪਾਂ ਨੂੰ ਸਾਰਾ ਚੀਜ਼ਾਂ ਪਤਾ ਹੁੰਦੀਆਂ, ਬਟ ਉਸਦੀ ਦ ਐਗਜ਼ਾਮਪਲਸ ਆਫ ਥੀਸ ਕਾਈਂਡਸ ਆਰ ਪੈਟੈਂਟ ਮੈਡੀਸਨਸ, ਕੈਮੀਕਲ ਜਿਲਰੀ, ਲੈਦਰ ਗੁੱਡਸ, ਰੈਡੀਮੇਡ garments and so on. These units are confined to compilation area. The mail order sale limited of Mumbai deals in a bulk worker affect it. Consumer cooperatives. These are the retailers or stores owned by a group of consumers themselves. ਜਿਵੇਂ ਆਪਾਂ ਕੋਆਪਰੇਟਿਵ ਸੁਸਾਇਟੀਜ਼ ਤਰ੍ਹਾਂ ਹੀ ਹੋ ਗਿਆ, ਕੋਆਪਰੇਟਿਵ ਸੁਸਾਇਟੀਜ਼ ਕਿ ਡਿਫਰੈਂਟ ਕੰਜ਼ਿਊਮਰਸ ਕੀ ਕਰਦੇ ਨੇ, ਇੱਕ ਕੋਆਪਰੇਟਿਵ ਸੁਸਾਇਟੀ ਬਣਾ ਲੈਂਦੇ ਨੇ ਕਿ ਜਿਨ੍ਹਾਂ ਨੂੰ ਉਹਨਾਂ ਨੂੰ ਬਲਕ ਦੇ ਵਿੱਚ ਆਰਡਰ ਪਰਚੇਸ ਕਰ ਲੈਂਦੇ ਨੇ ਤੇ ਪਰ ਸੈਲ ਕਰਦੇ ਨੇ ਸਿਰਫ ਆਪਣੇ ਮੈਂਬਰਸ ਨੂੰ, ਠੀਕ ਹੈ, ਥਰੂ ਦ ਸਟੋਰਸ ਟੂ ਦ ਮੈਂਬਰਸ ਐਂਡ ਦ ਨੋਨ ਮੈਂਬਰਸ ਨੂੰ ਕੀ ਡਿਸਕਾਊਂਟ ਮਿਲ ਜਾਂਦਾ, ਨੋਨ ਮੈਂਬਰਸ ਨੂੰ ਡਿਸਕਾਊਂਟ ਨਹੀਂ ਮਿਲਦਾ, ਘੱਟ ਮਿਲਦਾ। ਇਟ ਬਿਲੀਵਸ ਇਨ ਹੋਲਸੇਲ ਬਾਇੰਗ ਐਂਡ ਰਿਟੇਲ ਸੈਲਿੰਗ ਐਂਡ ਰੀਜ਼ਨੇਬਲ ਪ੍ਰਾਈਸਿਸ ਦੈਨ ਪ੍ਰੀਵੇਲਿੰਗ ਇਨ ਦ ਓਪਨ ਮਾਰਕੀਟ। ਓਪਨ ਮਾਰਕੀਟ ਦੇ ਵਿੱਚ ਜਿਵੇਂ ਇੱਕ ਤੁਹਾਨੂੰ ਪ੍ਰੋਡਕਟ 500 ਰੁਪਏ ਦਾ ਮਿਲ ਰਿਹਾ, ਉੱਥੇ ਤੁਹਾਨੂੰ 300 ਰੁਪਏ ਦਾ ਮਿਲ ਜਾਏਗਾ, 400 ਰੁਪਏ ਦਾ ਮਿਲ ਜਾਏਗਾ। ਸਿਚੁਏਸ਼ਨ ਟੂ ਸਿਚੁਏਸ਼ਨ ਆਪਣਾ ਵੈਰੀ ਆਊਟ ਕਰਦਾ ਹੈ, ਜਿਵੇਂ ਆਪਣਾ ਬਾਜ਼ਾਰ, ਜਨਤਾ ਬਾਜ਼ਾਰ, ਬਦੇਸ ਬਾਜ਼ਾਰ ਨੌਰਥ ਗੋਆ ਦੇ ਵਿੱਚ। Fair price shops. These are the retail outlets started by the manufacturer in different cities and town to sell at prices which are quite fair. सही प्राइसेस ते रिटेल आउटलेट्स खुलते हैं मैन्युफैक्चरर्स के थ्रू। दिस प्रैक्टिस इज़ वेरी कॉमन विद एवरी स्टेट्स ऑफ द कंट्री यूज्ड एज अ मीन फॉर पब्लिक डिस्ट्रीब्यूशन। जिन्होंने पब्लिक डिस्ट्रीब्यूट करने होंगे उन्होंने लिए बहुत ज़्यादा important है। Thus it can be a private, public or even a cooperative sector unit engaged in retail business to ensure regular, equitable and adequate supply of essential commodity as just at a fair prices। ਉਹਨਾਂ ਨੂੰ ਹੁੰਦਾ ਕਿ ਕੁਝ ਵੀ ਹੋ ਸਕਦਾ, ਪਬਲਿਕ, ਪ੍ਰਾਈਵੇਟ, ਕੋਆਪਰੇਟਿਵ ਕੀ, ਬਟ ਇਹਨਾਂ ਨੂੰ ਕੀ ਹੁੰਦਾ ਐਕਚੁਅਲ ਪ੍ਰਾਈਸ ਦੇ ਵਿੱਚ ਗੁੱਡਸ ਮਿਲੇ ਕੰਜ਼ਿਊਮਰਸ ਨੂੰ। These are designed to meet the requirements of the weaker section of the society for ration etc। ਹੁਣ ਨੈਕਸਟ ਕੀ ਹੈ ਏਜੰਟ ਮਿਡਲਮੈਨ, ਠੀਕ ਹੈ। ਹੁਣ ਆਪਾਂ ਰੀਡ ਕਰਦੇ ਏਜੰਟ ਮਿਡਲਮੈਨ ਇੱਕ ਜਿਹੜੇ ਆਪਾਂ ਨੇ ਮਰਚੈਂਟ ਪੜ੍ਹ ਲਿਆ, ਏਜੰਟ ਮਿਡਲਮੈਨ, ਬਟ ਤੁਹਾਡੇ ਸਿਲੇਬਸ ਦੇ ਵਿੱਚ ਵੈਸੇ ਹੋਲਸੇਲਰ ਅਤੇ ਰਿਟੇਲਰਸ ਹੀ ਹੈ, ਠੀਕ ਹੈ, ਬਟ ਮੈਂ ਕਰਵਾ ਦਿੰਦੀ ਹਾਂ ਤੁਹਾਨੂੰ ਏਜੰਟ ਵੀ, ਇੱਕ ਵਾਰ ਆਪਾਂ ਗੋ ਥਰੂ ਕਰ ਲੈਂਦੇ ਹਾਂ ਦ ਟਾਈਪਸ ਆਫ ਏਜੰਟਸ। ਚਲੋ ਇਹ ਆਪਾਂ ਕਰਦੇ ਹਾਂ ਐਨੀਵੇ ਰੀਡ, ਬਟ ਇਹ ਤੁਹਾਡੇ ਸਿਲੇਬਸ ਦੇ ਵਿੱਚ ਆਈ ਗੈਸ ਨਹੀਂ ਹੈਗੇ ਏਜੰਟ ਐਂਡ ਮਿਡਲਮੈਨ, ਬਟ ਆਪਾਂ ਕਰਦੇ ਹਾਂ। ਏਜੰਟ ਐਂਡ ਮਿਡਲਮੈਨ ਕੀ ਹੁੰਦੇ ਨੇ, ਇਹ ਕੋਈ ਇੰਟਰਮੀਡੀਏਰੀਜ਼ ਨਹੀਂ ਹੁੰਦੇ, ਬਟ ਇਹ ਕੀ ਕਰਦੇ ਡਾਇਰੈਕਟ ਸੇਲ ਆਊਟ ਕਰਦੇ ਨੇ ਪਰ ਬਾਏ ਕਰਕੇ ਪ੍ਰੋਡਕਸ਼ਨ ਤੋਂ ਤੇ ਕੰਜ਼ਿਊਮਰ ਨੂੰ ਸੇਲ ਆਊਟ ਕਰਦੇ ਆ। The types of agent middleman. Commission agent. He buys and sells goods for his principal in return for a commission. ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਹੁਣ ਆਪਣੇ ਹੋਲਸੇਲਰਸ ਵਗੈਰਾ ਰਿਟੇਲਰਸ ਦੇ ਵਗੈਰਾ ਵਿੱਚ ਅਗਰ ਆਪਾਂ ਡਿਫਰੈਂਸ ਇਹਨਾਂ ਦੇ ਵਿੱਚ ਨੋਟ ਆਊਟ ਕਰੀਏ, ਹੋਲਸੇਲਰ ਅਤੇ ਰਿਟੇਲਰਸ ਦੇ ਵਿੱਚ ਓਨਰਸ਼ਿਪ ਆਪਣੀ ਚਲੀ ਜਾਂਦੀ ਹੈ ਕਿ ਇੱਕ ਮੈਨੂਫੈਕਚਰਰ ਹੁਣ ਓਨਰ ਨਹੀਂ ਰਹਿੰਦਾ। ਹੁਣ ਮੈਨੂਫੈਕਚਰਰ ਕੌਣ ਬਣ ਗਿਆ, ਹੋਲਸੇਲਰ। ਨਾ ਹੋਲਸੇਲਰ ਔਰ ਓਨਰ ਨਹੀਂ ਰਹਿੰਦਾ, ਰਿਟੇਲਰ ਬਣ ਗਿਆ। ਇਹਦੇ ਵਿੱਚ ਕੀ ਹੁੰਦਾ, ਹੋਲਸੇਲਰ ਆਪਣਾ ਮਤਲਬ ਓਨਰਸ਼ਿਪ ਆਪਣੀ ਪ੍ਰੋਡਕਸ਼ਨ ਕੋਲ ਹੀ ਰਹਿੰਦੀ ਹੈ, ਪ੍ਰੋਡਕਸ਼ਨ ਮੈਨੇਜਰ ਕੋਲ ਹੀ ਰਹਿੰਦੀ ਹੈ, ਬਟ ਇਹ ਲਿੰਕ ਪ੍ਰੋਵਾਈਡ ਕਰਦੇ ਨੇ, ਠੀਕ ਹੈ। ਕਮਿਸ਼ਨ ਏਜੰਟਸ ਕੀ ਹੁੰਦੇ ਨੇ, he buys and sells goods for his principal in return for a commission। he may or may not buy in his name but he does not assume any risk। ਇਹਦੇ ਵਿੱਚ ਕੋਈ ਰਿਸਕ ਇਨਵੋਲਵ ਨਹੀਂ ਕਰਦਾ ਇਹ। he get a fixed rate of commission for the business done। ਕਿ ਅਗਰ ਇਹ ਇਹਨਾਂ ਦੇ ਜਿਵੇਂ ਆਪਾਂ ਕਹਿੰਦੇ ਨਹੀਂ ਕਮਿਸ਼ਨ ਏਜੰਟਸ ਆਪਾਂ ਨੇ ਵਿੱਚ ਰੱਖ ਲਏ ਕਿ ਆਪਣੇ ਸਮਾਨ ਨੂੰ ਵਿਕਵਾ ਦਿਓ ਕਿਸੇ ਤਰ੍ਹਾਂ ਵੀ, ਅਸੀਂ ਤੁਹਾਨੂੰ ਇੰਨਾ ਪੈਸਾ ਦੇਵਾਂਗੇ, ਜਿੰਨਾ ਤੁਸੀਂ ਵਿਕਵਾਇਆ ਉਹਨਾਂ ਤੁਹਾਡਾ ਕਮਿਸ਼ਨ। ਦਿਸ ਇਜ਼ ਕਮਿਸ਼ਨ ਏਜੰਟਸ। ਬ੍ਰੋਕਰਸ ਕੀ ਹੁੰਦੇ, ਬ੍ਰੋਕਰ ਇਜ਼ ਐਨ ਏਜੰਟ ਹੂ ਇਜ਼ ਇੰਪਲੋਇਡ ਟੂ ਮੇਕ ਬਾਰਗੇਨ ਐਂਡ ਕੰਟਰੈਕਟ ਇਨ ਅ ਮੈਟਰ ਆਫ ਟ੍ਰੇਡ, ਕਮਰਸ ਐਂਡ ਨੈਵੀਗੇਸ਼ਨ ਬਿਟਵੀਨ ਟੂ ਪਾਰਟੀਜ਼ ਫॉर ਅ ਕੰਪਨਸੇਸ਼ਨ ਨੋਨ ਐਜ਼ ਬ੍ਰੋਕਰੇਜ। ਹੁਣ ਆਪਾਂ ਨੂੰ ਬ੍ਰੋਕਰਸ ਆਪਾਂ ਕਿਉਂ ਅਪਾਇੰਟ ਕਰਦੇ ਹਾਂ ਕਿ ਅਗਰ ਉਹ 1000 ਦੇ ਵਿੱਚ ਆਪਾਂ ਨੂੰ ਸਮਾਨ ਵੇਚ ਰਿਹਾ ਕਿ ਉਹ ਆਪਾਂ ਨੂੰ 800 ਦੇ ਵਿੱਚ ਵੇਚੇ, ਅਤੇ ਅਗਰ ਉਹ ਕਸਟਮਰ ਨੂੰ 800 ਰੁਪਏ ਦੇ ਵਿੱਚ ਵੇਚ ਰਿਹਾ ਉਹ 600 ਰੁਪਏ ਦੇ ਵਿੱਚ ਵੇਚੇ, ਠੀਕ ਹੈ। ਮਤਲਬ ਹੀ ਬ੍ਰਿੰਗਸ ਦ ਇੰਟੈਂਡਿੰਗ ਬਾਇਰ ਐਂਡ ਦ ਸੈਲਰ ਆਲ ਟੂਗੇਦਰ। ਹੀ ਡਜ਼ ਨਾਟ ਟੇਕ ਟਾਈਟਲ ਆਫ ਦ ਗੁੱਡਸ ਐਂਡ ਹੈਂਸ ਹੀ ਡਜ਼ ਨਾਟ ਟੇਕ ਪੋਜੀਸ਼ਨ ਆਫ ਗੁੱਡਸ। ਬ੍ਰੋਕਰ ਸਪੈਸ਼ਲਾਈਜ਼ ਇਨ ਅ ਪਰਟੀਕੂਲਰ ਬ੍ਰਾਂਚ ਆਫ ਕਮਰਸ। ਦਸ ਵੀ ਹੈਵ ਪ੍ਰੋਡਿਊਸ ਬ੍ਰੋਕਰ, ਸਟੋਕ ਬ੍ਰੋਕਰ, ਸ਼ਿਪ ਬ੍ਰੋਕਰ, ਇੰਸ਼ੋਰੈਂਸ ਬ੍ਰੋਕਰ, ਵੀ ਜਿਹੜੇ ਆਪਾਂ ਨੂੰ ਕੰਟੈਕਟ ਬਣਵਾਉਂਦੇ ਨੇ ਸੈਲਰ ਨੂੰ ਵੀ ਅਤੇ ਬਾਇਰਸ ਨੂੰ ਵੀ।
Factor is an agent employed to sell the goods or merchandise consigned or delivered to him by or his principal for a compensation. Thus his major role is to sell the goods assigned to him under the instruction of the principals. ਵੀ ਉਹਨਾਂ ਨੂੰ ਇੰਨੇ ਜਿੰਨੇ ਕੁ ਗੁੱਡਸ ਉਸਨੂੰ ਅਸਾਈਨਡ ਹੁੰਦੇ ਨੇ ਉਨੇ ਕੁ ਗੁੱਡਸ ਇਹ ਸੈਲ ਆਊਟ ਕਰਦਾ ਹੈ। ਠੀਕ ਹੈ, ਇਹਦੇ ਵਿੱਚ ਬਸ ਉਹਨਾਂ ਨੂੰ ਕਿਸੇ ਤਰ੍ਹਾਂ ਉਸਨੇ ਕੀ ਕਰਨਾ ਹੁੰਦਾ ਹੈ, ਸੇਲ ਕਰਨੇ ਹੁੰਦੇ ਨੇ ਆਪਣੇ ਗੁੱਡਸ। ਠੀਕ ਹੈ, ਇੱਕ ਉਹਦੀ ਸਿਰਫ ਸੋਲ ਰਿਸਪੌਂਸਿਬਿਲਿਟੀ ਕੀ ਹੁੰਦੀ ਹੈ, ਹੀ ਹੈਜ਼ ਟੂ ਸੇਲ ਦ ਗੁੱਡਸ ਐਨੀ ਹਾਊ ਐਟ ਇਨ ਵਟ ਕੰਡੀਸ਼ਨਸ ਐਟ ਇਨ ਔਨ ਵਟ ਪ੍ਰਾਈਸਿਸ। ਠੀਕ ਹੈ, ਕਿ ਆਪਣੇ ਨੇਮ 'ਤੇ ਕਰਨੇ ਆ ਚਾਹੇ ਉਹ ਕਰੇ। ਠੀਕ ਹੈ, ਕੁਝ ਵੀ ਆਪਣੇ ਪ੍ਰਾਈਸ 'ਤੇ ਕਰਨੇ ਆ, ਕ੍ਰੈਡਿਟ 'ਤੇ ਸੇਲ ਕਰਨੇ ਆ, ਕੈਸ਼ 'ਤੇ ਸੇਲ ਕਰਨੇ ਨੇ,